ਪੰਜਾਬੀ ਹਬ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਪੰਜਾਬ ਨੂੰ ਛੱਡ ਕੇ ਜੇ ਇੱਥੇ ਆਏ ਹਾਂ, ਇਹਦਾ ਮਤਲਬ ਇਹ ਹੈਗਾ ਕਿ ਸਾਡਾ ਇੱਕ ਮਕਸਦ ਹੈ। ਉਸ ਮਕਸਦ ਨੂੰ ਕਾਮਯਾਬ ਕਰਨ ਦੇ ਲਈ ਸਾਨੂੰ ਕੋਸ਼ਿਸ਼ਾਂ ਜਿਹੜੀਆਂ ਕਰਨੀਆਂ ਪੈਣੀਆਂ। ਤੇ ਅੱਜ ਦਾ ਜਿਹੜਾ ਵੈਬੀਨਾਰ ਹੈਗਾ, ਇਹਦਾ ਨਾਂ ਹੈਗਾ ਮਨੀ ਮੇਕਰਸ ਮਾਈਂਡਸੈਟ। ਨਾਓ ਇਸ ਵੈਬੀਨਾਰ ਦੇ ਵਿੱਚ ਤੁਸੀਂ ਕੀ ਸਿੱਖਣ ਜਾ ਰਹੇ ਹੋ? ਸਭ ਤੋਂ ਪਹਿਲੀ ਗੱਲ, ਦ ਮਾਈਂਡਸੈਟ ਹੈਜ਼ ਟੂ ਬੀ ਆਫ ਅ ਮਿਲੀਅਨੇਅਰ। ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਮਿਲੀਅਨੇਅਰ ਬਣਨਾ, ਜੇ ਤੁਸੀਂ ਅਮੀਰ ਬਣਨਾ, ਜੇ ਤੁਸੀਂ ਕਾਮਯਾਬ ਹੋਣਾ, ਤਾਂ ਤੁਹਾਡੀ ਜਿਹੜੀ ਸੋਚ ਆ, ਤੁਹਾਡਾ ਜਿਹੜਾ ਮਾਈਂਡਸੈਟ ਆ, ਇਟ ਹੈਜ਼ ਟੂ ਬੀ ਆਫ ਦੈਟ ਪਰਸਨ। ਮੀਨਸ ਜੇ ਤੁਸੀਂ ਮਿਲੀਅਨੇਅਰ ਬਣਨਾ ਚਾਹੁੰਦੇ ਹੋ ਤਾਂ ਤੁਹਾਡਾ ਮਾਈਂਡਸੈਟ ਮਿਲੀਅਨੇਅਰ ਵਾਲਾ ਹੋਣਾ ਚਾਹੀਦਾ। ਜੇ ਤੁਸੀਂ ਸਕਸੈਸਫੁਲ ਹੋਣਾ ਚਾਹੁੰਦੇ ਹੋ, ਤੁਹਾਡਾ ਮਾਈਂਡਸੈਟ ਸਕਸੈਸਫੁਲ ਵਾਲਾ ਹੋਣਾ ਚਾਹੀਦਾ। ਜੇ ਤੁਸੀਂ ਫੇਲ ਹੋਣਾ ਚਾਹੁੰਦੇ ਹੋ, ਤੁਹਾਡਾ ਮਾਈਂਡਸੈਟ ਸਿੰਪਲੀ ਹੈਜ਼ ਟੂ ਬੀ ਦ ਫੇਲਡ ਪਰਸਨਸ ਮਾਈਂਡਸੈਟ। ਗੁੱਡ ਸਟਾਰ। ਨਾ ਜਿਹੜਾ ਵੀ ਤੁਸੀਂ ਬਿਜ਼ਨਸ ਕਰਦੇ ਹੋ, ਕੋਈ ਵੀ ਚੀਜ਼ ਕਰਦੇ ਹੋ, ਜੇ ਸਾਡੀ ਸ਼ੁਰੂਆਤ ਸਹੀ ਨਹੀਂ ਹੈਗੀ ਤਾਂ ਕਾਮਯਾਬੀ ਮੁਸ਼ਕਲ ਹੋ ਜਾਂਦੀ ਹੈ। ਸੋ ਇਸ ਕਰਕੇ ਆਪਣੇ ਆਪ ਨੂੰ ਕਾਮਯਾਬ ਕਰਨ ਦੇ ਲਈ, ਆਪਣੇ ਬਿਜ਼ਨਸ ਨੂੰ ਕਾਮਯਾਬ ਕਰਨ ਦੇ ਲਈ ਸਾਡੀ ਜਿਹੜੀ ਸ਼ੁਰੂਆਤ ਆ ਉਹ ਸਹੀ ਹੋਣੀ ਚਾਹੀਦੀ ਹੈ। ਔਰ ਸ਼ੁਰੂਆਤ ਤਾਂ ਹੀ ਸਹੀ ਹੋ ਸਕਦੀ ਹੈ ਜੇ ਅਸੀਂ ਬਿਲਕੁਲ ਚੰਗੇ ਤਰੀਕੇ ਦੇ ਨਾਲ ਬੈਠ ਕੇ ਸੋਚਿਆ ਕਿ ਅਸੀਂ ਬਿਜ਼ਨਸ ਕਿਹੋ ਜਿਹਾ ਕਰਨਾ, ਉਹਦਾ ਕੀ ਫਾਇਦਾ ਹੋ ਸਕਦਾ, ਕੀ ਨੁਕਸਾਨ ਹੋ ਸਕਦਾ, ਉਹਦੀਆਂ ਕੀ ਅਪ ਔਰ ਕੀ ਡਾਊਨ ਸਾਈਡ ਹੋ ਸਕਦੀਆਂ। ਮੈਨੂੰ ਪਤਾ ਕਿ ਸਾਨੂੰ ਇਹ ਆਦਤ ਹੈਗੀ ਹੈ, ਅਕਸਰ ਅਸੀਂ ਇੱਦਾਂ ਕਰ ਲੈਂਦੇ ਹਾਂ ਕਿ ਚਲੋ ਜੀ ਥੋੜ੍ਹੇ ਜਿਹੇ ਪੈਸੇ ਹੈਗੇ ਆ, ਉਹਦੀ ਇੱਕ ਦੁਕਾਨ ਖਰੀਦ ਲੈਂਦੇ ਹਾਂ, ਪਰ ਦੈਟਸ ਇਟ। ਸਾਡੇ ਕੋਲ ਜਿਹੜਾ ਪੈਸਾ ਹੈਗਾ, ਜਿਹੜੇ 4 ਪੈਸੇ ਅਸੀਂ ਸੇਵ ਕੀਤੇ ਹੋਏ, ਅਸੀਂ ਉਹੀ ਲਾ ਕੇ ਆਪਣਾ ਕੰਮ ਸ਼ੁਰੂ ਕਰ ਲੈਂਦੇ ਹਾਂ। ਕਿਉਂਕਿ ਅਸੀਂ ਡੀਪਲੀ ਸੋਚਣਾ ਨਹੀਂ ਚਾਹੁੰਦੇ ਕਿ ਅਸੀਂ ਪੈਸਾ ਕਿੱਥੋਂ ਇਕੱਠਾ ਕਰ ਸਕਦੇ ਹਾਂ। ਦੇयर ਇਜ਼ ਸੋ ਮਚ ਮਨੀ ਆਊਟ ਦੇयर। ਜਰਾ ਸੋਚੋ, ਜਿਹੜਾ ਇੱਕ ਐਂਟਰਪ੍ਰੈਨਰ ਆ, ਉਹਨੂੰ ਬਿਜ਼ਨਸ ਸ਼ੁਰੂ ਕਰਨ ਦੇ ਲਈ ਪੈਸੇ ਦੀ ਲੋੜ ਆ, ਔਰ ਹੋ ਸਕਦਾ ਉਹਦੇ ਕੋਲ ਪੈਸਾ ਨਾ ਹੋਵੇ। ਹੁਣ ਤੁਸੀਂ ਤਾਂ ਉਲਟਾ ਪਾਸਾ ਸੋਚੋ ਕਿ ਐਸੇ ਲੋਕ ਵੀ ਹੈ ਜਿਨ੍ਹਾਂ ਨੂੰ ਬਿਜ਼ਨਸ ਕਰਨਾ ਨਹੀਂ ਆਉਂਦਾ, ਜਾਂ ਜਿਹੜੇ ਬਿਜ਼ਨਸ ਨਹੀਂ ਕਰ ਸਕਦੇ, ਜਾਂ ਜਿਹੜੇ ਬਿਜ਼ਨਸ ਨਹੀਂ ਕਰਨਾ ਚਾਹੁੰਦੇ, ਪਰ ਉਹਨਾਂ ਦੇ ਕੋਲ ਇੰਨਾ ਕੁ ਪੈਸਾ ਹੈ ਕਿ ਉਹ ਹਮੇਸ਼ਾ ਐਂਟਰਪ੍ਰੈਨਰਸ ਨੂੰ ਲੱਭਦੇ ਰਹਿੰਦੇ ਆ ਕਿ ਕੋਈ ਆਵੇ, ਕਿਸੇ ਨਾਲ ਮੈਂ ਗੱਲ ਕਰਾਂ, ਕੋਈ ਮੇਰੇ ਨਾਲ ਬਿਜ਼ਨਸ ਦੀ ਗੱਲ ਕਰੇ ਔਰ ਮੈਂ ਉਸ ਬਿਜ਼ਨਸ ਵਿੱਚ ਇਨਵੈਸਟ ਕਰ ਸਕਾਂ। ਨੈਵਰ ਬੀ ਸ਼ਾਈ ਆਫ ਟੇਕਿੰਗ ਮਨੀ ਫਰਮ ਪੀਪਲ, ਦੈਟਸ ਨੰਬਰ 1। ਔਰ ਦੂਸਰੀ ਗੱਲ, ਕਦੇ ਵੀ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਲੈ ਕੇ ਸ਼ੇਅਰ ਹੋਲਡਿੰਗ ਕਰਦੇ ਡਰਨਾ ਨਹੀਂ, ਕਿਉਂਕਿ ਸ਼ੇਅਰ ਹੋਲਡਿੰਗ ਦੇ ਲੋਕ ਬਹੁਤ ਡਰਦੇ ਹੈਗੇ। ਪੀਪਲ ਟਾਕ ਅਬਾਊਟ ਦੈਟ ਲੇਟਰ ਕਿ ਵਾਈ ਸ਼ੁੱਡ ਵੀ ਨਾਟ ਬੀ ਵਰੀਡ, ਵੇਅਰ ਇਜ਼ ਦ ਮਨੀ। ਆਫ ਕੋਰਸ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਪੈਸਾ ਬਹੁਤ ਆ, ਪੈਸਾ ਹਰ ਜਗ੍ਹਾ ਦੇ ਉੱਤੇ ਹੈਗਾ। ਸਿਰਫ ਸੋਚਣਾ ਪੈਣਾ ਕਿ ਅਸੀਂ ਉਸ ਪੈਸੇ ਨੂੰ ਕਿਸ ਤਰ੍ਹਾਂ ਲੈ ਕੇ ਬਿਜ਼ਨਸ ਸ਼ੁਰੂ ਕਰਨਾ ਹੈ ਔਰ ਉਹਦੀ ਕੀ ਕੰਡੀਸ਼ਨ ਹੋਣੀ ਹੈ, ਅਸੀਂ ਉਸ ਪੈਸੇ ਦੇ ਬਦਲੇ ਦੇ ਵਿੱਚ ਕੀ ਦੇਣਾ। ਟ੍ਰੈਂਡਿੰਗ ਬਿਜ਼ਨਸ ਆਈਡੀਆਜ਼ ਇਹ ਬਹੁਤ ਜ਼ਰੂਰੀ ਅੱਜ ਦੇ ਵੈਬੀਨਾਰ ਦੇ ਵਿੱਚ, ਬਿਕਾਜ਼ ਮੈਂ ਚਾਹੁੰਦਾ ਕਿ ਕੁਝ ਬਿਜ਼ਨਸ ਆਈਡੀਆਜ਼ ਐਸੇ ਜਿਹੜੇ ਤੁਹਾਡੇ ਮੈਂ ਲੈ ਕੇ ਆ ਸਕਾਂ, ਤਾਂ ਕਿ ਜਿਹੜੇ ਮੇਰੇ ਭੈਣ ਭਰਾ ਆਊਟ ਦੇਅਰ ਜਿਨ੍ਹਾਂ ਨੇ ਸੋਚਿਆ ਹੈ ਕਿ ਮੈਂ ਕੁਝ ਕਰਨਾ ਪਰ ਪਤਾ ਨਹੀਂ ਕਿ ਕੀ ਕਰ ਸਕਦੇ ਹਾਂ। ਸੋ ਜਸਟ ਵਾਂਟ ਟੂ ਗਿਵ ਯੂ ਸਮ ਆਈਡੀਆਜ਼, ਔਰ ਜੇ ਤੁਸੀਂ ਚਾਹੋ ਤਾਂ ਉਹਨਾਂ ਆਈਡੀਆਜ਼ ਨੂੰ ਤੁਸੀਂ ਇਸਤੇਮਾਲ ਕਰਕੇ ਅੱਗੇ ਵੱਧ ਸਕਦੇ ਹੋ। ਚਲੋ ਅੱਗੇ ਵਧਦੇ ਹਾਂ ਫਿਰ। ਮੇਰਾ ਨਾਮ ਹੈ ਅੰਮ੍ਰਿਤ, ਤੁਸੀਂ ਮੈਨੂੰ ਰੇਡੀਓ ਦੇ ਉੱਪਰ ਵੀ ਸੁਣਦੇ ਹੋ, ਪਰ ਮੈਂ ਸਿਰਫ ਪ੍ਰੈਜ਼ੈਂਟਰ ਹੀ ਨਹੀਂ ਹਾਂ, ਬਲਕਿ ਮੈਂ ਬਿਜ਼ਨਸ ਮਾਰਕੀਟਿੰਗ ਕੋਚ ਤੇ ਮੈਂਟਰ ਵੀ ਹਾਂ, ਤੇ ਉਹਦੇ ਨਾਲ ਨਾਲ ਮੈਂ CEO ਤੇ ਮੈਨੇਜਿੰਗ ਡਾਇਰੈਕਟਰ ਵੀ ਰਹਿ ਚੁੱਕਿਆ ਵੇਰੀਅਸ ਕੰਪਨੀਜ਼ ਦਾ, ਫਿਲਮ ਪ੍ਰੋਡਕਸ਼ਨ ਕੰਪਨੀਜ਼, ਟੈਲੀਵਿਜ਼ਨ ਪ੍ਰੋਡਕਸ਼ਨ ਕੰਪਨੀਜ਼। ਉਸ ਤੋਂ ਬਾਅਦ ਪੰਜਾਬ ਰੇਡੀਓ ਦਾ ਵੀ ਮੈਂ CEO ਰਹਿ ਚੁੱਕਿਆ, ਡਾਇਰੈਕਟਰ, ਪ੍ਰੋਡਿਊਸਰ ਤੇ ਐਡੀਟਰ, radio presenter, speaker, as you already know. So sorry, I don't really want to spend too much time on myself. So here is a bit of my history. Different ਚੀਜ਼ਾਂ ਕਿ ਅਸੀਂ ਕੀ ਕੁਛ ਜਿਹੜਾ ਹੈਗਾ ਮੇਰੇ ਜਿੰਨਾ ਚਿਰ ਮੈਂ ਕੰਮ ਕਰ ਰਿਹਾ ਸੀਗਾ ਪੰਜਾਬ ਰੇਡੀਓ ਦੇ ਉੱਤੇ, ਕਿਸ ਤਰੀਕੇ ਦੇ ਨਾਲ ਅਸੀਂ 44,000 ਤੋਂ 111, 104, ਦੈਨ 113,000 ਤੱਕ ਇਨਫੈਕਟ ਪਹੁੰਚੇ ਹਾਂ ਅਸੀਂ। ਬਾਕੀ ਜਿਹੜੇ ਮੇਰੇ ਆਪਣੇ ਕਾਰੋਬਾਰ ਦੇ ਵਿੱਚ, ਮੈਂ ਆਪਣੇ ਕੰਮ ਦੇ ਵਿੱਚ ਜਿਹੜਾ ਮੇਰਾ ਆਪਣਾ ਐਡੀਟਰ ਦੇ ਤੌਰ ਦੇ ਉੱਤੇ ਮੈਂ ਸਲਮਡੌਗ ਮਿਲੀਅਨੇਅਰ ਦੇ, ਬੰਡਲਾ ਬੈਕਹਮ ਦੇ ਕਾਫੀ ਪ੍ਰੋਮੋਸ਼ਨਲ ਵਰਕ, ਟ੍ਰੇਲਰਸ, ਸੌਂਗਸ ਵਗੈਰਾ ਜਿਹੜੇ ਹੈਗੇ ਮੈਂ ਕਰ ਚੁੱਕਿਆ ਇਹ ਚੈਨਲਸ ਦੇ ਲਈ। ਮੈਂ ਬਟ ਦੇयर इज so much stuff, but anyway, I don't need to, I directed Shahrukh, produced Katrina Kaif's advertisements. So ਮੇਰਾ ਇਹ ਥੋੜ੍ਹਾ ਬਹੁਤਾ ਮੇਰੀ ਹਿਸਟਰੀ ਹੈਗੀ ਆ। ਬਟ ਐਨੀਵੇ, ਕਮਿੰਗ ਬੈਕ ਟੂ ਦ ਪੁਆਇੰਟ, ਜਿਹੜਾ ਅੱਜ ਦਾ ਵੈਬੀਨਾਰ ਆ ਉਹਦਾ ਮੇਨ ਮਕਸਦ ਆ ਕਿ ਅਸੀਂ ਆਪਣੀ ਸੋਚ ਚੇਂਜ ਕਰਨੀ ਆ, ਕਿਉਂਕਿ ਜੇ ਅਸੀਂ ਆਪਣੀ ਸੋਚ ਚੇਂਜ ਨਹੀਂ ਕਰਦੇ ਤਾਂ ਸਾਡਾ ਸਰਕਲ ਚੇਂਜ ਨਹੀਂ ਹੁੰਦਾ। ਜੇ ਸਾਡਾ ਸਰਕਲ ਚੇਂਜ ਨਹੀਂ ਹੁੰਦਾ ਤਾਂ ਅਸੀਂ ਚੇਂਜ ਨਹੀਂ ਹੁੰਦੇ। ਐਜ਼ ਦੇ ਸੇ ਕਿ ਜੇ ਤੁਸੀਂ 9 ਸਕਸੈਸਫੁਲ ਬੰਦਿਆਂ ਦੇ ਗਰੁੱਪ ਵਿੱਚ ਘੁੰਮਦੇ ਹੋ, ਬੈਠਦੇ ਹੋ, ਉੱਠਦੇ ਹੋ, ਉਹਨਾਂ ਦੀ ਗੱਲ ਸੁਣਦੇ ਹੋ, ਆਪਣੀ ਗੱਲ ਸੁਣਾਉਂਦੇ ਹੋ, ਤਾਂ ਤੁਸੀਂ ਉਸ ਗਰੁੱਪ ਦੇ 10ਵੇਂ ਮੈਂਬਰ ਹੋ। ਇਹਦਾ ਮਤਲਬ ਕਿ ਸਕਸੈਸਫੁਲ ਪੀਪਲ ਦਾ ਜਿਹੜਾ ਮੈਂਬਰ ਦਾ ਗਰੁੱਪ ਜਿਹੜਾ ਹੈਗਾ, ਤੁਸੀਂ ਉਹ 'ਚ 10ਵੇਂ ਬੰਦੇ ਹੋ। ਸੋ ਦੈਨ ਯੂ ਆਰ ਆਲਸੋ ਸਕਸੈਸਫੁਲ ਦੈਟ ਵੇ। ਸਟੈਪ 1, ਜਿਹੜੀ ਚੇਂਜ ਆ ਇਹ ਤੁਹਾਡੇ ਨਾਲ ਹੀ ਸ਼ੁਰੂ ਹੋਣੀ ਹੈ, ਸਾਡੇ ਨਾਲ ਹੀ ਸ਼ੁਰੂ ਹੁੰਦੀ ਹੈ। ਸਾਡੇ ਲਈ ਕੋਈ ਬਾਹਰੋਂ ਬੰਦਾ ਆ ਕੇ ਸਾਨੂੰ ਚੇਂਜ ਨਹੀਂ ਕਰਨ ਲੱਗਿਆ। ਫॉर इंस्टेंस, ਆਮ ਗੋਇੰ ਟੂ ਗਿਵ ਯੂ ਸਟੋਰੀ ਆਫ ਥੀਸ 2 ਫਰੈਂਡਸ। ਇੱਥੇ ਰਹਿੰਦੇ ਆ, ਕੰਮ ਕਰਦੇ ਆ, ਹਫਤਾ ਭਰ ਕੰਮ ਕਰਦੇ ਆ, ਵੀਕਐਂਡ ਉੱਤੇ ਫਿਰ ਘੁੰਮਣ ਫਿਰ ਨਿਕਲ ਜਾਂਦੇ ਆ, ਤੇ ਸ਼ੌਪਾਂ ਦੇਖਦੇ ਆ। ਸ਼ੌਪਾਂ 'ਚ ਚਮਕ ਦਮਕ, ਲਾਈਟਾਂ, ਵਧੀਆ ਵਧੀਆ ਕੱਪੜੇ, ਵਧੀਆ ਵਧੀਆ ਚੀਜ਼ਾਂ, ਕਸਟਮਰ ਅੰਦਰ ਆ ਰਹੇ, ਕਸਟਮਰ ਬਾਹਰ ਜਾ ਰਹੇ ਆ। ਇਹ ਦੇਖ ਕੇ ਅਕਸਰ ਸੋਚਦੇ, ਕਿਉਂਕਿ ਸਟੂਡੈਂਟ ਆਏ ਹੋਏ ਆ, ਛੋਟੀ ਮੋਟੀ ਨੌਕਰੀ ਕਰਕੇ ਥੋੜ੍ਹਾ ਬਹੁਤਾ ਕਮਾਈ ਕਰ ਰਹੇ ਆ, ਤੇ ਉਹਨਾਂ ਦੇ ਵਿੱਚੋਂ ਇੱਕ ਹਮੇਸ਼ਾ ਇੱਕ ਗੱਲ ਕਰਦਾ ਪੱਕੀ
ਉਹ ਕਹਿੰਦਾ ਭਰਾ ਕੁਛ ਵੀ ਹੋ ਜਾਏ, ਇੱਕ ਨਾ ਇੱਕ ਦਿਨ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨਾ। ਅਸੀਂ ਜਿਹੜੇ ਸੁਪਨੇ ਲੈ ਕੇ ਪੰਜਾਬ ਤੋਂ ਇੱਥੇ ਆਏ ਆ, ਉਹ ਸਾਡੇ ਸੁਪਨੇ ਨੌਕਰੀ ਦੇ ਪੂਰੇ ਨਹੀਂ ਕਰਨੇ, ਸੋ ਸਾਨੂੰ ਬਿਜ਼ਨਸ ਹੀ ਕਰਨਾ ਪੈਣਾ। ਮੈਂ ਇਸ ਕਰਕੇ ਜਿੱਦਾਂ ਵੀ ਹੋ ਸਕੇ ਨਾ ਔਖਾ ਸੌਖਾ ਹੋ ਕੇ ਪੈਸੇ ਸੇਵ ਕਰਕੇ ਮੈਂ ਬਿਜ਼ਨਸ ਇੱਕ ਦਿਨ ਜ਼ਰੂਰ ਕਰਨਾ। ਫਿਰ ਦੇਖੀ ਐਨੀ ਹਾਓ ਟਾਈਮ ਲੰਘਿਆ, ਦੋਵੇਂ ਜਣੇ ਅਲੱਗ-ਅਲੱਗ ਸ਼ਹਿਰਾਂ ਵਿੱਚ ਪਹੁੰਚ ਗਏ, ਆਪਣੀ ਆਪਣੀ ਲਾਈਫ ਨੂੰ ਅੱਗੇ ਵਧਾ ਗਏ। ਕੋਈ 20-25 ਸਾਲ ਬਾਅਦ ਦੁਬਾਰਾ ਫਿਰ ਤੋਂ ਮੁਲਾਕਾਤ ਹੋਈ ਤੇ ਓਬਵੀਅਸਲੀ ਬੜੇ ਖੁਸ਼ ਹੋਏ ਇੱਕ ਦੂਸਰੇ ਨੂੰ ਦੇਖ ਕੇ। ਉਦੋਂ ਦੀ ਮੈਂ ਗੱਲ ਕਰ ਰਿਹਾ ਜਦੋਂ ਫੇਸਬੁੱਕ ਵਗੈਰਾ ਨਹੀਂ ਹੁੰਦੇ ਸੀ, ਮੋਬਾਈਲ ਫੋਨ ਆਮ ਲੋਕਾਂ ਦੇ ਕੋਲ ਨਹੀਂ ਹੁੰਦੇ ਸੀ। ਸੋ ਦੈਟ ਵਾਜ਼ ਟਾਈਮ ਕਿ ਜਦੋਂ ਇੱਕ ਵਾਰ ਤੁਸੀਂ ਅਲੱਗ ਸ਼ਹਿਰਾਂ ਚਲੇ ਗਏ ਉਹ ਤੋਂ ਬਾਅਦ ਬੜਾ ਮੁਸ਼ਕਿਲ ਹੁੰਦਾ ਸੀਗਾ ਕਿ ਇੱਕ ਦੂਸਰੇ ਨੂੰ ਦੁਬਾਰਾ ਕੈਚ ਕਰਕੇ ਰੱਖਣਾ। ਸੋ ਮਿਲੇ, ਖੁਸ਼ ਹੋਏ, ਗੱਲਾਂ ਬਾਤਾਂ ਕੀਤੀਆਂ, ਪੁੱਛਿਆ ਕੀ ਕਰਦਾ ਹੈ ਵੀ, ਕੀ ਕਰਦਾ ਹੈ ਵੀ। ਇੱਕ ਉਹਨਾਂ 'ਚੋਂ ਕਹਿੰਦਾ ਕਿ ਵਾ ਕਰਨਾ ਕੀ ਹੈ, ਬਸ ਵੀ ਬਿਜ਼ਨਸ ਸ਼ੁਰੂ ਕਰ ਲਿਆ ਸੀ, ਚੱਕ ਤੇ ਫੱਟੇ, ਤੇ ਅੱਜ ਇਹ ਸਿਚੁਏਸ਼ਨ ਹੈਗੀ ਆ ਵੀ ਭਾਈ ਚੰਗਾ ਖਾਂਦੇ ਆ, ਚੰਗਾ ਹਟਾਉਂਦੇ ਆ, ਬੱਚੇ ਹੋ ਗਏ ਆ, ਬੱਚਿਆਂ ਨਾਲ ਅਸੀਂ ਇੰਜੋਏ ਕਰਦੇ ਆ, ਬਿਜ਼ਨਸ ਚੱਲ ਰਿਹਾ, ਸਾਡੀ ਜਿਹੜੀ ਟੀਮ ਆ ਰੱਖਿਆ ਹੋਇਆ ਸਟਾਫ ਉਹ ਕੰਮ ਕਰਦੇ ਆ, ਪੈਸਾ ਕਮਾਉਂਦੇ ਆ, ਨਾਲੇ ਸਾਨੂੰ ਵੀ ਦਿੰਦੇ ਆ, ਅਸੀਂ ਇੰਜੋਏ ਕਰ ਰਹੇ ਹਾਂ। ਦੂਸਰਾ ਬੰਦਾ ਉਦਾਸ ਹੋ ਗਿਆ, ਕਹਿੰਦਾ ਯਾਰ ਜ਼ਿੰਦਗੀ ਉੱਪਰ ਨੂੰ ਨਹੀਂ ਗਈ, ਥੱਲੇ ਨੂੰ ਹੀ ਗਈ ਹੈ। ਕਿਉਂ? ਬਸ ਨੌਕਰੀਆਂ ਦੇ ਚੱਕਰ 'ਚ ਫਸੇ ਹੋਏ ਆ, ਦਿਹਾੜੀਆਂ ਲਾ ਲਾ ਕੇ ਗੋਡੇ ਰਹਿ ਗਏ ਆ, ਦਰਦ ਹੁੰਦੀ ਆ, ਬੁਰੀ ਹਾਲਤ ਆ, ਕਿਸੇ ਪਾਸੇ ਪਹੁੰਚਿਆ ਨਹੀਂ। ਕਿ ਜਿਹੜਾ ਬੰਦਾ ਹਮੇਸ਼ਾ ਕਹਿੰਦਾ ਹੁੰਦਾ ਸੀ ਮੁੰਡਾ ਕਿ ਮੈਂ ਬਿਜ਼ਨਸ ਚਾਲੂ ਕਰਨਾ, ਉਹ ਬੰਦਾ ਨੌਕਰੀ 'ਚ ਫਸਿਆ ਰਹਿ ਗਿਆ। ਮੈਂ ਤੁਹਾਡੇ ਲਈ ਇਹ ਸਟੋਰੀ ਇਸ ਕਰਕੇ ਤੁਹਾਨੂੰ ਮੈਂ ਦੱਸ ਰਿਹਾ, ਇੱਥੇ ਕੋਈ ਲੱਕ ਦਾ ਕੋਈ ਲੈਣ ਦੇਣ ਨਹੀਂ ਹੈ ਕਿ ਇੱਕ ਬੰਦਾ ਉੱਪਰ ਚਲੇ ਗਿਆ, ਇੱਕ ਬੰਦਾ ਥੱਲੇ ਰਹਿ ਗਿਆ। ਇੱਥੇ ਸਟੋਰੀ ਇਸ ਗੱਲ ਦੀ, ਇਹਦਾ ਮੋਰਲ ਸਟੋਰੀ ਦਾ ਇਹ ਹੈਗਾ ਕਿ ਸਿਰਫ ਗੱਲਾਂ ਕਰਕੇ ਗੱਲ ਨਹੀਂ ਬਣਨੀ, ਸਿਰਫ ਸੋਚ ਕੇ ਅਸੀਂ ਅਮੀਰ ਨਹੀਂ ਹੋ ਸਕਦੇ, ਸਿਰਫ ਅਰਦਾਸਾਂ ਕਰਕੇ ਅਸੀਂ ਅਮੀਰ ਨਹੀਂ ਹੋ ਸਕਦੇ। ਜੇ ਅਸੀਂ ਆਪਣੇ ਆਪ ਨੂੰ ਕਾਮਯਾਬ ਕਰਨਾ, ਆਪਣੀ ਲਾਈਫ ਚੇਂਜ ਕਰਨੀ ਹੈ, ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ। ਮੀਨਸ ਕਿ ਅਸੀਂ ਜੋ ਕਹੀਏ, ਜੋ ਸੋਚੀਏ ਕਿ ਆ ਕਰਨਾ, ਅਸੀਂ ਫਿਰ ਸਾਨੂੰ ਉੱਠਣਾ ਪੈਣਾ ਔਰ ਕਰਨਾ ਪੈਣਾ। ਔਰ ਇਹਦਾ ਰੀਜ਼ਨ ਇੱਕ ਇਹ ਵੀ ਹੈਗਾ, ਟਾਈਮ ਹੀ ਸਭ ਤੋਂ ਮਹਿੰਗੀ ਚੀਜ਼ ਆ ਦੁਨੀਆ ਦੇ ਵਿੱਚ, ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਅਸੀਂ ਐਡ ਕਰ ਸਕਦੇ ਹਾਂ। ਜੇ ਅੱਜ ਮੇਰੇ ਕੋਲ ਪੈਸੇ ਘੱਟ ਹੈਗੇ, ਕੱਲ੍ਹ ਨੂੰ ਮੈਂ ਹੋਰ ਪੈਸੇ ਇਕੱਠੇ ਕਰ ਸਕਦਾ, ਕਿਸੇ ਮੈਂ ਉਧਾਰੇ ਲੈ ਸਕਦਾ, ਕਿਸੇ ਕੋਲੋਂ ਮੈਂ ਕਮਾਈ ਕਰ ਸਕਦਾ, ਮੈਂ ਕੁਝ ਵੀ ਕਰ ਸਕਦਾ। ਪਰ ਜਿਹੜਾ ਟਾਈਮ ਆ, ਅਸੀਂ ਕਮਾਈ ਕਰ ਲਈਏ, ਅਸੀਂ ਉਧਾਰ ਮੰਗ ਲਈਏ, ਅਸੀਂ ਕੁਝ ਵੀ ਕਰ ਲਈਏ, ਸਾਡਾ ਜਿਹੜਾ ਟਾਈਮ ਆ ਉਹ ਐਕਸਟੈਂਡ ਨਹੀਂ ਹੋਣਾ। ਸਾਨੂੰ ਇੱਕ ਫਿਕਸ ਟਾਈਮ ਦੇ ਕੇ ਕੁਦਰਤ ਨੇ, ਰੱਬ ਨੇ ਇੱਥੇ ਭੇਜਿਆ। ਇਹਦਾ ਮਤਲਬ ਸਾਡੀ ਸਭ ਤੋਂ ਜਿਹੜੀ ਮਹਿੰਗੀ ਦੌਲਤ ਆ ਉਹ ਟਾਈਮ ਆ, ਕਿ ਤੁਸੀਂ ਦਿਹਾੜੀਆਂ ਕਰਕੇ ਹੀ ਸਾਰੀ ਜ਼ਿੰਦਗੀ ਨਹੀਂ ਗੁਜ਼ਾਰਨੀ। ਬਿਕਾਜ਼ ਜੇ ਤਰੱਕੀਆਂ ਕਰਨੀਆਂ, ਜੇ ਵੈਲਥ ਬਣਾਉਣੀ ਹੈ, ਆਪਣੇ ਬੱਚਿਆਂ ਦਾ ਫਿਊਚਰ ਬਣਾਉਣਾ, ਦੈਨ ਯੂ ਨੀਡ ਟੂ ਥਿੰਕ ਕਿ ਅਸੀਂ ਇਸ ਟਾਈਮ ਦਾ, ਇਸ ਸਮੇਂ ਦਾ ਕਿਸ ਤਰੀਕੇ ਨਾਲ ਇਸਤੇਮਾਲ ਕਰੀਏ ਤਾਂ ਕਿ ਬੈਟਰ ਹੋ ਸਕੇ, ਬਿਕਾਜ਼ ਇਟਸ ਨੈਵਰ ਗੋਣਾ ਕਮ ਬੈਕ। ਸੋ ਫਸਟ ਥਿੰਗ ਐਂਡ ਦ ਮੋਸਟ ਇੰਪੋਰਟੈਂਟ ਥਿੰਗ, ਤੁਸੀਂ ਪਹਿਲਾਂ ਇਹ ਸੋਚੋ ਕਿ ਤੁਸੀਂ ਆਪਣੇ ਆਪ ਨੂੰ ਬੈਟਰ ਕਿੱਦਾਂ ਕਰ ਸਕਦੇ ਹੋ। ਸੋ ਯੂ ਨੀਡ ਟੂ ਇਨਵੈਸਟ ਟਾਈਮ ਐਂਡ ਮਨੀ ਇਨ ਯੋਰਸੈਲਫ, ਯੂ ਮਸਟ ਡੂ ਦਿਸ। ਜਦੋਂ ਮੈਂ ਵੀ ਟ੍ਰੇਨਿੰਗ ਸ਼ੁਰੂ ਕੀਤੀ ਸੀ ਸ਼ੁਰੂ ਦੇ ਵਿੱਚ, ਤਾਂ ਮੈਨੂੰ ਵੀ ਲੱਗਦਾ ਸੀ ਕਿ ਇੰਨਾ ਪੈਸਾ ਕਾਹਤੇ ਖਰਚਾ ਕਰਨਾ ਸੀ, 100-150 ਪਾਉਂਡ ਦੇ ਕੇ ਕੰਮ ਖਤਮ ਕਰੋ। ਜੇ ਕਿਤੇ ਪਾਸੇ ਹੁੰਦਾ ਤਾਂ ਕੋਈ ਸਸਤਾ ਲਾਭ ਹੋਵੇ ਤਾਂ ਰਹਿਣ ਦਿਓ, ਮੈਂ 1000 ਪਾਉਂਡ ਕਿਉਂ ਖਰਚਾ ਕਰਾਂ। ਆਈ ਹੈਵ ਸਪੈਂਟ 38,000 ਪਾਉਂਡਸ, ਕਿੰਨੇ 38,000 ਪਾਉਂਡ ਮੈਂ ਟ੍ਰੇਨਿੰਗ 'ਚ ਖਰਚਾ ਕਰ ਚੁੱਕਿਆ। ਬਿਕਾਜ਼ ਜਿਹੜੀ ਟ੍ਰੇਨਿੰਗ ਹੈ ਕਦੇ ਖਤਮ ਨਹੀਂ ਹੁੰਦੀ। ਤੁਸੀਂ ਜਿੰਨੀ ਵਾਰ ਵੀ ਕਿਸੇ ਕਲਾਸ ਵਿੱਚ ਬਹਿੰਦੇ ਹੋ, ਸਪੈਸ਼ਲ ਮੈਂ ਬਿਜ਼ਨਸ ਦੀ ਗੱਲ ਕਰਦਾ, ਤੁਸੀਂ ਉਨੀ ਵਾਰ ਹੀ ਕੋਈ ਨਵੀਂ ਚੀਜ਼ ਸਿੱਖ ਕੇ ਆਉਂਦੇ ਹੋ। ਸੋ ਅੱਜ ਇਸ ਗੱਲ ਦਾ ਫੈਸਲਾ ਕਰ ਲਓ ਕਿ ਤੁਸੀਂ ਆਪਣੇ ਆਪ ਵਿੱਚ ਇਨਵੈਸਟ ਕਰਨਾ। ਜੇ ਇਹ ਗੱਲਾਂ ਸੁਣ ਕੇ, ਹੁਣ ਤੱਕ ਦੀ ਗੱਲਬਾਤ ਸੁਣ ਕੇ ਤੁਹਾਡੇ ਮਨ 'ਚ ਆਉਂਦਾ ਉਹ ਛੱਡੋ ਯਾਰ, ਕੀ ਹੈ ਯਾਰ, ਇਹ ਤਾਂ ਫਿਰ ਕੀ ਹੈ, ਦੈਨ ਦ ਨੈਗੇਟਿਵ ਇਜ਼ ਦੇਅਰ। ਜਿਹੜਾ ਸਾਡਾ ਚੰਗਾ ਮਨ ਆ ਉਹ ਸਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕਰਦਾ, ਪਰ ਸਾਡਾ ਇੱਕ ਨੈਗੇਟਿਵ ਮਨ ਵੀ ਹੈਗਾ। ਜਿਹੜਾ ਨੈਗੇਟਿਵ ਮਨ ਆ ਉਹ ਸਾਨੂੰ ਹਰ ਚੀਜ਼ ਦੇ ਵਿੱਚ ਜਿਹੜੀ ਹੈ ਨੈਗੇਟਿਵ ਚੀਜ਼ ਦਿਖਾਉਂਦਾ। ਜੇ ਤੁਸੀਂ ਗੱਲ ਕੀਤੀ ਇਨਵੈਸਟ ਕਰੋ ਆਪਣੇ ਆਪ ਵਿੱਚ, ਆਪਣਾ ਟਾਈਮ ਇਨਵੈਸਟ ਕਰੋ, ਪੈਸਾ ਇਨਵੈਸਟ ਕਰੋ, ਉਹ ਤੁਹਾਡਾ ਨੈਗੇਟਿਵ ਮਾਈਂਡ ਵੱਲੋਂ ਕਿਉਂ ਕਰਨਾ ਯਾਰ, ਮੈਨੂੰ ਕੰਮ ਨਹੀਂ ਆਉਂਦਾ, ਕਿਤੇ ਹੁਣ ਕੋਈ ਨਵਾਂ ਸਿੱਖਣਾ ਸੀ। ਥਿੰਕ। ਫਿਰ ਦੋਸਤ ਮਿੱਤਰ ਹੁੰਦੇ ਆ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਖੁਦ, ਉਹ ਆਪਣੇ ਆਪ ਨੂੰ ਕਾਮਯਾਬ ਨਹੀਂ ਕਰ ਸਕੇ, ਪਰ ਉਹ ਤੁਹਾਨੂੰ ਸਲਾਹ ਜ਼ਰੂਰ ਦੇਣਗੇ, ਉਹ ਕੀ ਕਰਨਾ, ਤੈਂ ਕੀ ਕਰ ਲੈਣਾ, ਉਹ ਰਹਿਣ ਦੇ, ਆ ਕੋਈ ਉਮਰ ਆ ਸਿੱਖਣ ਦੀ। ਕਿਉਂ? ਤੁਸੀਂ ਕਿਸੇ ਵੀ ਉਮਰ ਦੇ ਵਿੱਚ ਸਿੱਖ ਸਕਦੇ ਹੋ, ਤੁਸੀਂ ਕਿਸੇ ਵੀ ਉਮਰ ਦੇ ਵਿੱਚ ਬਿਜ਼ਨਸ ਆਪਣਾ ਲਾਂਚ ਕਰ ਸਕਦੇ ਹੋ। ਸੋ ਕੱਟ ਦ ਨੈਗੇਟਿਵ ਆਊਟ ਔਰ ਆਪਣਾ ਮਨ ਬਣਾ ਲਓ, ਪੱਕਾ ਕਰ ਲਓ ਕਿ ਮੈਂ ਕੰਮ ਕਰਨਾ, ਮੈਂ ਬਿਜ਼ਨਸ ਕਰਨਾ, ਮੈਂ ਅੱਗੇ ਵਧਣਾ, ਉਹਦੇ ਲਈ ਮੈਨੂੰ ਕੁਝ ਵੀ ਕਰਨਾ ਪੈ ਜੇ ਮੈਂ ਕਰਾਂਗਾ। ਲਰਨ, ਬੀ ਸਕਸੈਸਫੁਲ। ਆਹ ਜਿਹੜੀ ਚੀਜ਼ ਆ, ਅਸੀਂ ਇਹ ਸੋਚ ਕੇ ਸਾਰੀ ਮਿਹਨਤ ਕਰਨ ਨੂੰ ਤਿਆਰ ਹੁੰਦੇ ਆ, ਰਾਈਟ। ਅਸੀਂ ਜੋ ਕੁਝ ਵੀ ਕਰਨਾ ਚਾਹੁੰਦੇ ਹਾਂ, ਅਸੀਂ ਇਹੀ ਸੋਚ ਕੇ ਕਰਨਾ ਚਾਹੁੰਦੇ ਹਾਂ ਕਿ ਹੈਵ ਅ ਬਿਊਟੀਫੁਲ ਬਿਗ ਹਾਊਸ। ਸਮਝ ਲਓ ਕਿ ਜਿਹੜੀ ਮੈਂ ਗੱਲ ਕਰਦਾ ਪਿਆ ਇਹਦੇ ਵਿੱਚ ਹੀ ਟ੍ਰੇਨਿੰਗ ਆ, ਔਰ ਆਹ ਜਿਹੜੀ ਮੈਂ ਤੁਹਾਨੂੰ ਟ੍ਰੇਨਿੰਗ ਦੇਣ ਲੱਗਿਆ, ਪਲੀਜ਼ ਮੇਕ ਨੋਟ ਆਫ ਦਿਸ, ਕਿਉਂਕਿ ਇਹ ਸਾਡੇ ਸਾਰੇ ਪੰਜਾਬੀਆਂ ਦੇ ਲਈ ਬਹੁਤ ਜ਼ਰੂਰੀ ਆ। ਬਿਕਾਜ਼ ਅਸੀਂ ਨਾ ਆਹ ਚੀਜ਼ ਬਹੁਤ ਸਿੱਖੀ ਆ ਕਿ ਆਪਣਾ ਇੱਕ ਵਧੀਆ ਵੱਡਾ ਘਰ ਹੋਣਾ ਚਾਹੀਦਾ। ਅੱਛਾ, ਸਾਨੂੰ ਕੀ ਸਿਖਾਇਆ ਜਾਂਦਾ ਸ਼ੁਰੂ ਤੋਂ ਹੀ? ਉਹ ਕਾਕਾ ਕਿਰਾਏ ਤੇ ਨਹੀਂ ਰਹਿਣਾ, ਘਰ ਲੈ ਲਓ, ਪ੍ਰੋਪਰਟੀ ਆਪਣੀ ਬਣਾ ਲਓ। ਜੇ ਤੁਸੀਂ ਇੱਕ ਘਰ ਲੈਣ ਦੀ ਗੱਲ ਕਰਦੇ ਪਏ ਹੋ ਨਾ ਕਿ ਇੱਕ ਘਰ ਲੈਣਾ, ਵੱਡਾ ਘਰ ਲੈਣਾ, ਵਧੀਆ ਘਰ ਲੈਣਾ, ਮੈਂ ਉਹਦੇ ਵਿੱਚ ਰਹਿਣਾ, ਫਿਰ ਇਹਦਾ ਮਤਲਬ ਹੈ ਕਿ ਅਸੀਂ ਡ੍ਰੀਮ ਤੋਂ ਪਿੱਛੇ ਹਟ ਰਹੇ ਹਾਂ। ਲੈਟ ਮੀ ਸ਼ੋ ਯੂ ਹਾਊ। ਮੈਂ ਹਮੇਸ਼ਾ ਕਹਿੰਦਾ ਕਿ ਖਰਚਾ ਨਾ ਕਰੋ,
ਸਪੈਂਡ ਨਾ ਕਰੋ, ਇਨਵੈਸਟ ਕਰੋ। ਤੁਹਾਨੂੰ ਯਾਦ ਹੋਣਾ ਪੁਰਾਣੇ ਟਾਈਮਾਂ ਦੇ ਵਿੱਚ ਸਾਡੇ ਬਜ਼ੁਰਗ ਜਿਸ ਵੇਲੇ ਫਸਲ ਆਉਂਦੀ ਹੁੰਦੀ ਸੀ ਤਾਂ ਜਿਹੜਾ ਇੱਕ ਦਾਣਾ ਜਿਹੜਾ ਆ ਜਾਣੀ ਬੋਰਾ ਆ ਉਹ ਕੱਢ ਕੇ ਸਾਈਡ ਤੇ ਵਧੀਆ ਦਾਣੇ ਦਾ ਬੋਰਾ ਕੱਢ ਕੇ ਸਾਈਡ ਤੇ ਰੱਖ ਲੈਂਦੇ ਹੁੰਦੇ ਸੀ ਕਿ ਜੀ ਆ ਬੀਜ ਆ ਸਾਡਾ ਅਗਲੇ ਸਾਲ ਦਾ। ਵਾਈ ਡਿਡ ਦੇ ਡੂ ਦੈਟ? ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕ ਵਧੀਆ ਬੀਜ ਸੰਭਾਲ ਕੇ ਰੱਖਣਾ ਜ਼ਰੂਰੀ ਆ। ਬਾਕੀ ਤਾਂ ਦਿਨ ਸੁਧ ਆਉਂਦੇ ਰਹਿੰਦੇ ਜਿਹੜੀਆਂ ਕਣਕਾਂ ਕੁਣਕਾਂ ਜੋ ਵੀ ਦਾਣਾ ਹੈਗਾ ਅਸੀਂ ਵੇਚ ਵੀ ਸਕਦੇ ਹਾਂ, ਖਾ ਵੀ ਸਕਦੇ ਹਾਂ, ਪਰ ਜਿਹੜਾ ਸਾਨੂੰ ਅਗਲੇ ਸਾਲ ਦੇ ਲਈ ਲੋੜ ਪੈਣੀ ਆ ਉਹਨੂੰ ਅਸੀਂ ਪਹਿਲਾਂ ਤੋਂ ਕੱਢ ਕੇ ਸਾਈਡ ਤੇ ਰੱਖ ਲੈਣਾ ਤਾਂ ਕਿ ਸਾਨੂੰ ਚੇਤਾ ਨਾ ਭੁੱਲ ਜਾਵੇ ਕਿ ਸਾਡੇ ਕੋਲ ਦਾਣਾ ਹੀ ਹੈ ਨਹੀਂ ਗਾਹਾਂ ਬੀਜ ਪਾਉਣ ਦੇ ਲਈ। ਉਸੇ ਤਰੀਕੇ ਦੇ ਨਾਲ ਜਿਹੜੀ ਇਨਵੈਸਟਮੈਂਟ ਆ ਦੈਟ ਸ਼ੁੱਡ ਬੀ ਫਸਟ। ਪਰ ਅਸਲ ਦੇ ਵਿੱਚ ਅਸੀਂ ਕਰਦੇ ਕੀ ਹਾਂ, ਲੈਟ ਮੀ ਸ਼ੋ ਯੂ। ਸਾਡੀ ਇਨਕਮ ਆਉਂਦੀ ਹੈ ਤੇ ਇਨਕਮ ਦੇ ਨਾਲ ਹੀ ਸਾਡੇ ਓਬਵੀਅਸਲੀ ਸਾਡੇ ਖਰਚੇ ਸ਼ੁਰੂ ਹੋ ਜਾਂਦੇ ਆ। ਔਰ ਅਸੀਂ ਕਰਦੇ ਕੀ ਕਿ ਸਾਡਾ ਜਿੰਨੀ ਸਾਡੀ ਇਨਕਮ ਹੈ ਨਾ, ਜਿੱਦਾਂ ਇਨਕਮ ਵਧੀ ਨਾਲ ਦੀ ਨਾਲ ਅਸੀਂ ਖਰਚਾ ਵਧਾ ਲਿਆ, ਇਨਕਮ ਵਧੀ ਖਰਚਾ ਵਧਾ ਲਿਆ, ਐਂਡ ਦੈਟ ਇਜ਼ ਦ ਪ੍ਰੋਬਲਮ। ਅਸੀਂ ਇਸ ਚੀਜ਼ ਦੇ ਬਾਰੇ ਭੁੱਲ ਜਾਂਦੇ ਹਾਂ। ਅਸੀਂ ਸੋਚਦੇ ਹਾਂ ਅਸੀਂ ਐਸੈਟ ਬਣਾ ਲਿਆ, ਅਸੀਂ ਘਰ ਲੈ ਲਿਆ ਹੁਣ ਸਾਡਾ ਐਸੈਟ ਬਣ ਗਿਆ, ਅਸੀਂ ਕਾਰ ਲੈ ਕੇ ਆਏ ਹਾਂ ਸਾਡੀ ਐਸੈਟ ਬਣ ਗਈ, ਅਸੀਂ ਵਧੀਆ ਕਾਰ ਲੈ ਕੇ ਆਏ ਜੀ, ਪੋਸਟ ਚਲਾਈ ਦੀ ਅਸੀਂ ਜਾਂ ਰੇਂਜ ਰੋਵਰ ਚਲਾਉਂਦੇ ਉਹ ਸਾਡਾ ਐਸੈਟ ਆ। ਨਾ, ਤੁਹਾਡਾ ਵਧੀਆ ਘਰ ਤੁਹਾਡਾ ਐਸੈਟ ਨਹੀਂ, ਤੁਹਾਡੀ ਵਧੀਆ ਕਾਰ ਤੁਹਾਡਾ ਐਸੈਟ ਨਹੀਂ, ਤੁਹਾਡੇ ਵਧੀਆ ਕੱਪੜੇ ਤੁਹਾਡਾ ਐਸੈਟ ਨਹੀਂ ਆ। ਦੇ ਆਰ 올 ਲਾਇਬਿਲਿਟੀਜ਼। ਤੁਸੀਂ ਜਿਸ ਚੀਜ਼ ਦੇ ਲਈ ਤੁਸੀਂ ਪੈਸਾ ਖਰਚ ਕੀਤਾ, ਚਾਹੇ ਇੱਕੋ ਵਾਰੀ ਖਰਚਾ ਕਰਤਾ, ਚਾਹੇ ਤੁਸੀਂ ਮੰਥਲੀ ਖਰਚਾ ਕਰਦੇ ਪਏ ਹੋ ਔਰ ਉਹ ਤੁਹਾਨੂੰ ਰਿਟਰਨ ਵਿੱਚ ਕੁਝ ਨਹੀਂ ਦੇ ਰਹੀ, ਕੋਈ ਪੈਸਾ ਵਾਪਸ ਨਹੀਂ ਦੇ ਰਹੀ, ਦੈਨ ਦੈਟ ਇਜ਼ ਨਾਟ ਯੋਰ ਐਸੈਟ। ਉਹ ਤੁਹਾਡਾ ਐਸੈਟ ਨਹੀਂ ਹੈਗਾ, ਉਹ ਤੁਹਾਡੀ ਜਾਇਦਾਦ ਨਹੀਂ ਹੈ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਕਿਸ ਤਰੀਕੇ ਦੇ ਨਾਲ ਅਸੀਂ ਬਣਾ ਲਿਆ, ਘਰ ਬਣਾ ਲਿਆ, ਸਾਰਾ ਕੁਝ ਕਰ ਲਿਆ, ਖਰਚੇ ਵਧਾ ਲਿਆ, ਸਭ ਕੁਝ ਹੋ ਰਿਹਾ, ਇਨਕਮ ਆਈ ਸਾਡੀ, ਉਹ ਇਨਕਮ ਆਉਂਦੇ ਸਾਰੀ ਸਾਡੀ ਐਕਸਪੈਂਸ ਵਿੱਚ ਨਿਕਲ ਗਈ ਹੈ। ਜਿਹੜਾ ਸਾਨੂੰ ਰੋਟੀਆਂ ਪਾਣੀਆਂ ਖਾਣਾ ਪੈਂਦਾ, ਸਾਰਾ ਕੁਝ ਕਰਨਾ ਪੈਂਦਾ, ਉਹ ਤਾਂ ਜ਼ਰੂਰੀ ਹੈ, ਉਹ ਤੋਂ ਬਗੈਰ ਸਾਡਾ ਚੱਲ ਨਹੀਂ ਸਕਦਾ, ਗੁਜ਼ਾਰਾ ਨਹੀਂ ਹੋ ਸਕਦਾ। ਨਾਲ ਦੀ ਨਾਲ ਜਿਹੜੀਆਂ ਅਸੀਂ ਲਾਇਬਿਲਿਟੀਜ਼ ਪੈਦਾ ਕੀਤੀਆਂ, ਵੱਡੇ ਵੱਡੇ ਘਰ ਲੈ ਲਿਆ, ਵਧੀਆ ਵਧੀਆ ਕਾਰਾਂ ਲੈ ਲਈਆਂ, ਮਹਿੰਗੇ ਫੋਨ ਲੈ ਲਏ, ਐਂਡ ਦੈਨ ਦੈਟ ਇਜ਼ ਆਵਰ ਲਾਇਬਿਲਿਟੀ। ਸਾਨੂੰ ਇੱਥੇ ਸਿਖਾਇਆ ਕੀ ਜਾਂਦਾ ਵੈਸਟਰਨ ਕੰਟਰੀਜ਼ ਦੇ ਵਿੱਚ, ਕਮਾਈ ਕਰੋ ਡੱਟ ਕੇ, ਮਿਹਨਤ ਕਰੋ ਡੱਟ ਕੇ, ਪੈਸਾ ਕਮਾਓ ਡੱਟ ਕੇ, ਅਤੇ ਫਿਰ ਡੱਟ ਕੇ ਖਰਚਾ ਵੀ ਕਰ ਦਿਓ ਤਾਂ ਕਿ ਹੱਥ ਖਾਲੀ ਦੇ ਖਾਲੀ ਰਹਿਣ। And that is the problem. Then money coming in, all of it just goes out. Now, watch this. Successful ਲੋਕ ਕੀ ਕਰਦੇ ਆ? ਉਹਨਾਂ ਦੀ ਇਨਕਮ ਆਈ, ਉਹਨਾਂ ਨੇ ਜਿਹੜਾ ਖਰਚਾ ਕਰਨਾ ਹੀ ਪੈਣਾ, ਪਤਾ ਖਾਣ ਪੀਣ ਦੇ ਲਈ ਕਰਨਾ ਪੈਣਾ, ਜਿਹੜੀ ਛੋਟੀ ਮੋਟੀ ਲਾਇਬਿਲਿਟੀ ਰੱਖੀ ਹੋਈ ਹੈ ਕੰਟਰੋਲ ਕਰਕੇ, ਉਸ ਲਾਇਬਿਲਿਟੀ ਦਾ ਖਰਚਾ ਵੀ ਹੋਣਾ ਹੀ ਹੋਣਾ। ਬਟ ਦੇ ਮੇਕ ਸ਼ੋਰ ਕਿ ਉਹ ਐਸੈਟ ਵਿੱਚ ਇਨਵੈਸਟਮੈਂਟ ਕਰਨਾ ਚਾਲੂ ਕਰਨ। ਔਰ ਇਹ ਜਿਹੜਾ ਐਸੈਟ ਆ ਇਹ ਕਰਦਾ ਕੀ ਹੈ? ਫਿਰ ਇਸ ਐਸੈਟ ਦੇ ਵਿੱਚੋਂ ਫਿਰ ਇਨਕਮ ਹੋਰ ਆ ਗਈ, ਹੋਰ ਐਸੈਟ ਚਲੀ ਗਈ, ਹੋਰ ਇਨਕਮ ਆ ਗਈ, ਹੋਰ, ਕਿਉਂਕਿ ਤੁਹਾਡੀ ਜਿਹੜੀ ਇੱਕ ਇਨਕਮ ਸੈੱਟ ਸੀਗੀ, ਤੁਹਾਨੂੰ ਪਤਾ ਕਿ ਮੇਰੇ ਇੰਨੇ ਐਕਸਪੈਂਸ ਹੈ, ਮੇਰੀ ਇੰਨੀ ਲਾਇਬਿਲਿਟੀ ਆ। ਜੇ ਤੁਸੀਂ ਐਸੈਟ ਦੇ ਵਿੱਚ ਪਾ ਕੇ ਬੇਸ਼ੱਕ 500 ਪਾਉਂਡ 1000 ਪਾਉਂਡ ਵੀ ਮੰਥਲੀ ਐਕਸਟਰਾ ਆਉਣਾ ਸ਼ੁਰੂ ਹੋ ਗਿਆ, ਉਹ ਉਸ 1000 ਪਾਉਂਡ ਦੇ ਨਾਲ 500 ਪਾਉਂਡ ਦੇ ਨਾਲ ਆਪਣਾ ਖਰਚਾ ਵਧਾਉਣ ਦੀ ਬਜਾਏ ਜੇ ਤੁਸੀਂ ਉਹਨੂੰ ਵਾਪਸ ਹੋਰ ਇਨਵੈਸਟਮੈਂਟ ਵਿੱਚ ਪਾਉਣਾ ਚਾਲੂ ਕਰਦੇ ਹੋ, ਗਿਵ ਪ੍ਰਾਇੋਰਿਟੀ ਟੂ ਯੋਰ ਇਨਵੈਸਟਮੈਂਟ, ਦੈਨ ਯੋਰ ਗਰੋਥ ਇਜ਼ ਫਾਸਟ। ਬਿਕੋਜ਼ ਤੁਹਾਡੀ ਜਿਹੜੀ ਇਨਕਮ ਹੈ ਬਹੁਤ ਫਾਸਟ ਫਿਰ ਵੱਧ ਸਕਦੀ ਹੈ। ਸੋ ਇਹ ਸਾਡੇ ਲਈ ਧਿਆਨ ਰੱਖਣਾ ਜ਼ਰੂਰੀ ਹੈ ਕਿ ਸਾਨੂੰ ਆਹ ਚੀਜ਼ ਜਿਹੜੀ ਹੈ, ਆਹ ਜਿਹੜਾ ਹਿੱਸਾ ਆ, ਇਸ ਹਿੱਸੇ ਨੂੰ ਸੰਭਾਲੋ, ਇਨਕਮ ਨੂੰ ਅਤੇ ਐਸੈਟ ਨੂੰ। ਹਰ ਜਗ੍ਹਾ ਸਾਨੂੰ ਐਕਸਪੈਂਸ ਵਧਾਉਣ ਦੀ ਲੋੜ ਨਹੀਂ ਹੈਗੀ ਆ। ਕੀਪ ਦਿਸ ਇਨ ਮਾਈਂਡ। ਕਿਉਂਕਿ ਮੈਂ ਕੀ ਕਹਿਣਾ ਚਾਹੁੰਦਾ ਕਿ ਜਿਹੜਾ ਅਸੀਂ ਆਪਣੇ ਲਈ ਘਰ ਲੈ ਰਿਹਾ ਉਹ ਸਾਡਾ ਲਾਇਬਿਲਿਟੀ ਹੈ, ਕਿਉਂਕਿ ਉਹ 'ਚ ਕੁਝ ਕਮਾ ਨਹੀਂ ਰਹੇ ਸੀ, ਰਹਿ ਰਹੇ ਹਾਂ। ਪਰ ਜਿਹੜਾ ਛੋਟੀ ਮੋਟੀ ਕੋਈ ਹੋਰ ਪ੍ਰੋਪਰਟੀ ਹੋਵੇ ਜਾਂ ਕੋਈ ਹੋਰ ਬਿਜ਼ਨਸ ਹੋਵੇ, ਤੁਸੀਂ ਆਪ ਨਹੀਂ ਕਰ ਰਹੇ, ਕੋਈ ਹੋਰ ਕਰ ਰਿਹਾ, ਉਹਦੇ ਬਿਜ਼ਨਸ ਦੇ ਵਿੱਚ ਇਨਵੈਸਟ ਕਰ ਦਿਓ। ਛੋਟਾ ਜਿਹਾ ਪੋਰਸ਼ਨ ਬੇਸ਼ੱਕ ਹੈਗਾ, ਇਨਵੈਸਟ ਕਰ ਦਿਓ, ਬਟ ਪ੍ਰੋਪਰ ਪੇਪਰ ਵਰਕ ਕਰਕੇ, ਪ੍ਰੋਪਰ ਅੰਡਰਸਟੈਂਡ ਕਰਕੇ ਕਿ ਜਿਹੜਾ ਉਹ ਬਿਜ਼ਨਸ ਹੈਗਾ ਤੁਹਾਡੇ ਲਈ ਕੀ ਲੈ ਕੇ ਆਏਗਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਤੁਸੀਂ 10,000 ਪਾਉਂਡ ਕਿਸੇ ਦੇ ਬਿਜ਼ਨਸ ਪਾਇਆ, ਤੁਹਾਨੂੰ ਮੰਥਲੀ ਕਿੰਨਾ ਵਾਪਸ ਲੈ ਕੇ ਆਏਗਾ। ਜੇ ਤੁਸੀਂ 20,000 ਪਾਇਆ, 50,000 ਪਾਇਆ, 5,000 ਪਾਇਆ, ਤੁਹਾਨੂੰ ਉਹਦਾ ਮੰਥਲੀ ਕਿੰਨਾ ਵਾਪਸ ਆਏਗਾ। ਬਿਕਾਜ਼ ਉਹ ਜਿਹੜਾ ਪੈਸਾ ਆ ਨਾ, ਉਹ ਇਨਕਰੀਜ਼ ਕਰੇਗਾ ਤੁਹਾਡੀ ਇਨਕਮ ਨੂੰ। ਫਿਰ ਜਿਹੜੀ ਗਰੋਥ ਆ ਇਜ਼ ਅਮੇਜ਼ਿੰਗ, ਬਟ ਐਵਰੀਥਿੰਗ ਥਰੂ ਪੇਪਰ ਵਰਕ, ਪ੍ਰੋਪਰ। ਕੱਚਾ ਕੰਮ ਨਹੀਂ ਕੋਈ ਵੀ ਕਰਨਾ, ਕੋਈ ਕੱਚੇ ਕੰਮ ਦੇ ਵਿੱਚ ਫਿਰ ਜਿਹੜੇ ਯਾਰੀਆਂ ਦੋਸਤੀਆਂ ਟੁੱਟ ਜਾਂਦੀਆਂ, ਰਿਸ਼ਤੇ ਟੁੱਟਦੇ ਆ। ਸੋ ਡੂ ਦਿਸ। ਚਾਹੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਤੁਸੀਂ ਕਿੱਦਾਂ ਚੰਗੇ ਤਰੀਕੇ ਨਾਲ ਕਰ ਸਕਦੇ ਹੋ, ਜਾਂ ਤੁਸੀਂ ਜਿਹੜੀ ਆਪਣਾ ਬਿਜ਼ਨਸ ਚਾਲੂ ਕਰਨਾ ਚਾਹੁੰਦੇ ਹੋ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਕਰ ਸਕਦੇ ਹੋ। ਬਿਕਾਜ਼ ਸਟਾਰਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਜੇ ਤੁਹਾਡੀ ਸਟਾਰਟ ਸਹੀ ਨਹੀਂ ਹੈ, ਜੇ ਤੁਸੀਂ ਅੱਜ ਵੈਬੀਨਾਰ ਸੁਣ ਰਹੇ ਹੋ, ਉਸ ਤੋਂ ਬਾਅਦ ਤੁਸੀਂ ਉੱਠ ਕੇ ਦੌੜ ਕੇ ਕੁਝ ਨਵਾਂ ਕਰ ਲਓ, ਪਰ ਸੋਚੇ ਬਗੈਰ ਕਰੋ, ਪੇਪਰ ਤੇ ਪੈਨ ਰਹਿ ਕੇ ਲਿਖੇ ਬਗੈਰ ਕਰੋਗੇ, ਚਾਂਸਿਸ ਆਰ ਕਿ ਫੇਲੀਅਰ ਮੱਥੇ ਵੱਜੇਗਾ ਆ ਕੇ। ਸੋ ਤੁਸੀਂ ਪਹਿਲਾਂ ਦੇਖੋ ਵੈਬੀਨਾਰ, ਅੰਡਰਸਟੈਂਡ ਕਰੋ, ਫਿਰ ਕੋਈ ਚੀਜ਼ ਸਮਝ ਨਹੀਂ ਆਈ ਆ, ਡਿਸਕਸ ਕਰ ਲਓ, ਫੋਨ ਕਰ ਲਓ, ਡਿਸਕਸ ਕਰ ਲਓ। ਜੇ ਤੁਹਾਨੂੰ ਕੋਈ ਆਈਡੀਆ ਤੁਹਾਡੇ ਮਨ ਵਿੱਚ ਆ ਰਿਹਾ, ਪਰ ਤੁਹਾਨੂੰ ਉਸ ਆਈਡੀਆ ਦੇ ਬਾਰੇ ਪੂਰੀ ਡਿਟੇਲ ਵਿੱਚ ਨਹੀਂ ਜਾਣਕਾਰੀ ਹੈਗੀ ਹੈ ਕਿ ਕੀ ਹੋ ਸਕਦਾ, ਕਿੰਨਾ ਖਰਚਾ ਹੋ ਸਕਦਾ, ਉਹਦੇ ਲਈ ਤੁਸੀਂ ਫੋਨ ਕਰ ਸਕਦੇ ਹੋ।
ਡਿਸਕਸ ਕਰ ਸਕਦੇ ਹੋ ਸੋ ਦੈਟ ਯੂ ਮੇਕ ਸ਼ੋਰ ਦੈਟ ਯੂ ਡੂਇੰਗ ਦ ਰਾਈਟ ਥਿੰਗ। ਅਦਰਵਾਈਜ਼ ਜਿਸ ਵੇਲੇ ਗਲਤ ਆਈਡੀਆ ਤੁਸੀਂ ਲੈ ਕੇ ਆਉਂਦੇ ਹੋ ਔਰ ਜਲਦੀ ਕਰਦੇ ਹੋ, ਨੁਕਸਾਨ ਦੇ ਚਾਂਸਿਸ ਜ਼ਿਆਦਾ ਹੁੰਦੇ ਆ। ਦੈਟ ਇਜ਼ ਵਨ। ਐਂਡ ਦ ਸੈਕੰਡ ਥਿੰਗ, ਜਿਹੜਾ ਆਈਡੀਆ ਹੈ ਨਾ, ਕੋਈ ਵੀ ਬਿਜ਼ਨਸ ਹੀ ਕਰਦੇ ਆ, ਇਨਸਾਨ ਨੂੰ ਇੱਕ ਆਦਤ ਹੁੰਦੀ ਹੈ ਕਿ ਜੇ ਸਾਹਮਣੇ ਵਾਲੇ ਬੰਦੇ ਨੇ ਕੁਝ ਕੀਤਾ, ਉਹਨੇ ਰੈਸਟੋਰੈਂਟ ਚਲਾਇਆ, ਰੈਸਟੋਰੈਂਟ ਬੜਾ ਚੱਲ ਰਿਹਾ, ਨਾਲ ਦੀ ਦੁਕਾਨ ਖਾਲੀ ਹੋਈ, ਚੱਲ ਵੀ ਆਪਾਂ ਵੀ ਖੋਲ ਦਈਏ, ਇਹ ਸੋਚ ਕੇ ਕਿ ਅੱਧੇ ਕਸਟਮਰ ਇੱਥੇ ਆ ਜਾਣਗੇ। ਨੈਵਰ ਡੂ ਦੈਟ। ਨੈਵਰ ਕਾਪੀ ਸਮਬਡੀ ਐਲਸਿਸ ਆਈਡੀਆ, ਬਿਨਾਂ ਸੋਚਿਓ, ਬਿਨਾਂ ਸਮਝਿਓ ਔਰ ਬਿਨਾਂ ਲਿਖਿਓ। ਕਿਉਂਕਿ ਅਸੀਂ ਅੱਜ ਉਹਦਾ ਰੈਸਟੋਰੈਂਟ ਦੇਖ ਰਹੇ ਹਾਂ ਜਾਂ ਅੱਜ ਅਸੀਂ ਉਹਦਾ ਬਿਜ਼ਨਸ ਦੇਖ ਰਹੇ ਹਾਂ ਜੋ ਬਹੁਤ ਕਮਾਈ ਕਰ ਰਿਹਾ, ਪਰ ਉਸ ਬੰਦੇ ਨੇ ਕਿੰਨੀ ਮਿਹਨਤ ਕੀਤੀ ਆ, ਕਿੰਨਾ ਪੈਸਾ ਪਾਇਆ, ਕਿੰਨਾ ਪੈਸਾ ਉਹਦਾ ਵੇਸਟ ਹੋਇਆ ਉਸ ਰੈਸਟੋਰੈਂਟ ਨੂੰ ਉਸ ਪੁਆਇੰਟ ਤੱਕ ਲੈ ਕੇ ਆਉਣ ਦੇ ਲਈ, ਕਿੰਨੀਆਂ ਫਿਕਰ ਵਾਲੀਆਂ ਨਾਈਟਾਂ ਉਹਨੇ ਗੁਜ਼ਾਰੀਆਂ, ਉਹ ਸਿਰਫ ਉਹੀ ਜਾਣਦਾ। ਸੋ ਤੁਸੀਂ ਉਹਨੂੰ ਉਹ ਵਧੀਆ ਜਗ੍ਹਾ ਦੇਖ ਕੇ ਸੋਚ ਕੇ ਤੁਸੀਂ ਦੌੜੋਗੇ ਨਾ, ਤਾਂ ਤੁਹਾਨੂੰ ਜਿਹੜੀ ਬਾਕੀ ਚੀਜ਼ ਹੈ, ਤੁਹਾਡੀ ਜਿਹੜੀ ਨੀਂਹ ਹੈ ਨਾ, ਉਹ ਤੁਹਾਡੀ ਨੀਂਹ ਕੱਚੀ ਰਹੇਗੀ ਐਂਡ ਦੈਨ ਯੂ ਹੈਵ ਅ ਪ੍ਰੋਬਲਮ। ਸੋ ਦ ਵੈਰੀ ਫਰਸਟ ਥਿੰਗ, ਜੇ ਤੁਹਾਨੂੰ ਤੁਸੀਂ ਕੋਈ ਵੀ ਬਿਜ਼ਨਸ ਕਰਨਾ ਚਾਹੁੰਦੇ ਹੋ, ਕੋਈ ਵੀ ਆਈਡੀਆ ਤੁਹਾਡੇ ਮਨ ਵਿੱਚ ਆਇਆ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਤੁਸੀਂ ਡਿਸਕਸ ਕਰ ਸਕਦੇ ਹੋ। ਯੂ ਆਰ ਮੋਸਟ ਵੈਲਕਮ। ਮੈਨੂੰ ਤੁਸੀਂ ਕਾਲ ਕਰ ਲਓ, ਮੇਰੇ ਨਾਲ ਡਿਸਕਸ ਕਰ ਲਓ। ਸੋ ਆਓ, ਗੱਲਬਾਤ ਕਰੋ ਔਰ ਆਪਣੇ ਆਈਡੀਆ ਨੂੰ ਰਿਫਾਈਨ ਕਰਕੇ ਅੱਗੇ ਵਧੋ। ਜਿਹੜੇ ਨੰਬਰਸ ਆ, ਨੰਬਰਸ ਮੀਨਸ ਵਾਟ, ਤੁਹਾਡਾ ਜਿਹੜਾ ਕਿੰਨਾ ਪੈਸਾ ਖਰਚਾ ਹੋਣਾ ਸੈਟਅਪ ਕਰਨ ਦੇ ਲਈ, ਕਿਹੜੀ ਆਈਟਮ ਦੇ ਉੱਤੇ ਖਰਚਾ ਹੋਣਾ, ਤੁਸੀਂ ਕਿੰਨਾ ਉਹ 'ਚੋਂ ਖਰਚਾ ਬਚਾ ਸਕਦੇ ਹੋ, ਉਹ ਜਿਹੜੀਆਂ ਉਹ ਆਈਟਮਾਂ ਆ, ਉਹ ਕਿਹੜੀਆਂ ਆਈਟਮਾਂ, ਉਹਨਾਂ ਦੀ ਕੀ ਅੱਗੇ ਪੋਸੀਬਿਲਿਟੀ ਹੈ ਕਿ ਉਹ ਤੁਹਾਡੇ ਬਿਜ਼ਨਸ ਦੇ ਲਈ ਕੀ ਚੀਜ਼ ਕਰ ਸਕਦੀਆਂ। ਦੈਟਸ ਨੰਬਰ 1। ਨੰਬਰ 2, ਤੁਹਾਡਾ ਮੰਥਲੀ ਖਰਚਾ ਕਿੰਨਾ ਹੋਣਾ, ਤੁਹਾਡੀ ਇਨਕਮ ਤੁਸੀਂ ਕੀ ਸੋਚ ਰਹੇ ਹੋ ਕਿ ਪਹਿਲੇ ਮਹੀਨੇ ਕਿੰਨੀ ਹੋਏਗੀ, 6 ਮਹੀਨੇ ਬਾਅਦ ਕਿੰਨੀ ਹੋਏਗੀ, ਸਾਲ ਬਾਅਦ ਕਿੰਨੀ ਹੋਏਗੀ, ਕਿਹੜੇ ਟਾਈਮ ਦੇ ਉੱਤੇ ਆ ਕੇ ਤੁਹਾਡਾ ਸਾਰਾ ਕੀਤਾ ਹੋਇਆ ਖਰਚਾ, ਜਿਹੜਾ ਤੁਹਾਡਾ ਮੰਥਲੀ ਖਰਚਾ ਚੱਲ ਰਿਹਾ। ਬਿਕਾਜ਼ ਹਰ ਬਿਜ਼ਨਸ ਦੇ ਵਿੱਚ ਇੱਕ ਸੈੱਟ ਖਰਚਾ ਹੁੰਦਾ, ਇੱਕ ਫਿਕਸਡ ਅਸੀਂ ਕਹਿੰਦੇ ਆ ਕਾਸਟ, ਇੱਕ ਵੇਰੀਏਬਲ ਕਾਸਟ ਹੁੰਦੀ। ਜਿਹੜੀ ਫਿਕਸਡ ਕਾਸਟ ਹੈ ਨਾ, ਉਹ ਆ ਤੁਹਾਨੂੰ ਪਤਾ ਹੈ ਕਿ ਉਹ ਤੁਹਾਡੀ ਕਾਸਟ ਹੋ ਹੀ ਰਹੀ ਹੈ ਔਰ ਹੋਣੀ ਹੀ ਹੈ, ਸੋ ਤੁਹਾਨੂੰ ਉਹ ਵਰਕਆਊਟ ਕਰਨੀ ਪੈਂਦੀ ਹੈ। ਜਿਹੜੀ ਤੁਹਾਡੀ ਵੇਰੀਏਬਲ ਕਾਸਟ ਆ, ਪ੍ਰੋਡਕਟ ਦੇ ਉੱਤੇ ਡਿਪੈਂਡ ਕਰਦੀ ਆ ਕਿ ਜੇ ਤੁਸੀਂ 10 ਪ੍ਰੋਡਕਟ ਵੇਚੀ, ਹੋ ਸਕਦਾ ਉਹਨਾਂ ਦੀ ਕੀਮਤ ਪਹਿਲਾਂ ਤੁਹਾਨੂੰ ਪੈਂਦੀ ਹੋਵੇ 2 ਪਾਉਂਡ, ਜੇ ਤੁਸੀਂ 100 ਵੇਚੋਗੇ ਤਾਂ ਫਿਰ ਉਹ 2 ਪਾਉਂਡ ਤਾਂ ਨਹੀਂ ਰਹੇਗੀ ਨਾ, ਫਿਰ 20 ਪਾਉਂਡ ਹੋਗੀ ਨਾ। ਤੁਹਾਨੂੰ 20 ਪਾਉਂਡ 'ਚ ਪੈਂਦੀਆਂ, ਤੁਸੀਂ 100 ਵੇਚ ਰਹੇ ਹੋਗੇ, ਤੁਸੀਂ ਕਿੰਨੇ 'ਚ ਵੇਚੋਗੇ ਅੱਗੇ, ਕਿੰਨੇ ਵਿੱਚ ਤੁਸੀਂ ਵੇਚੋਗੇ ਤਾਂ ਕਿ ਕਸਟਮਰ ਦੌੜ ਕੇ ਖੁਸ਼ ਹੋ ਕੇ ਲਏ ਵੀ ਔਰ ਤੁਹਾਨੂੰ ਪ੍ਰੋਫਿਟ ਵੀ ਹੋਵੇ। ਸੋ ਇਹ ਸਾਰੀਆਂ ਚੀਜ਼ਾਂ, ਉਹ ਤੁਹਾਨੂੰ ਕਿੰਨੀਆਂ ਆਈਟਮਾਂ ਵੇਚਣੀਆਂ ਪੈਣਗੀਆਂ। ਜੇ ਤੁਹਾਡਾ 5000 ਪਾਉਂਡ ਮਹੀਨੇ ਦਾ ਖਰਚਾ ਸੈੱਟ ਹੋ ਗਿਆ, ਤਾਂ ਉਸ 5000 ਨੂੰ ਤੁਸੀਂ ਕਵਰ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣਾ ਖਰਚਾ ਪੂਰਾ ਕਰਨ ਦੇ ਲਈ ਤੁਹਾਨੂੰ ਕਿੰਨੀਆਂ ਆਈਟਮਾਂ ਵੇਚਣੀਆਂ ਪੈਣੀਆਂ। ਇਹ ਸਾਰੇ ਜਿਹੜੇ ਆ ਕੈਸ਼ ਫਲੋ ਦੇ ਵਿੱਚ ਇਹ ਚੀਜ਼ਾਂ ਬਣਾਉਣੀਆਂ ਪੈਂਦੀਆਂ, ਪ੍ਰੋਜੈਕਟ ਕਰਨੀ ਪੈਂਦੀਆਂ ਕਿ ਆਈ ਐਮ ਗੋਇੰ ਟੂ ਸਟਾਰਟ ਫਰਮ ਹੀਅਰ, ਤੇ ਮੈਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਦਾਂ ਅੱਗੇ ਵਧਣਾ। ਦੈਟਸ ਵਾਟ ਇਟ ਇਜ਼, ਦੈਟਸ ਨੰਬਰਸ। ਸੋ ਅਗੇਨ ਨੰਬਰਸ ਜੇ ਤੁਸੀਂ ਆਪ ਕਰ ਸਕਦੇ ਹੋ, ਗੁੱਡ, ਅਦਰਵਾਈਜ਼ ਸਪੀਕ ਟੂ ਮੀ। ਬ੍ਰਾਂਡ, ਜਿਹੜਾ ਬ੍ਰਾਂਡ ਆ ਨਾ, ਅਸੀਂ ਬ੍ਰਾਂਡ ਦੀ ਗੱਲ ਕਰਦੇ ਹਾਂ। ਅਸੀਂ ਬਹੁਤੀ ਵਾਰ ਨਾ ਬਿਜ਼ਨਸ ਮੈਂ ਦੇਖਦਾ ਸ਼ੁਰੂ ਕੀਤਾ ਜਾਂਦਾ, ਪਰ ਉਹਦੇ ਉੱਤੇ ਨਾ ਬਹੁਤ ਜ਼ਿਆਦਾ ਜਿਹੜੀ ਥਾਟ ਆ, ਜਿਹੜਾ ਇੱਕ ਜਿਹੜੀ ਸੋਚ ਆ, ਉਹ ਲਗਾਈ ਨਹੀਂ ਜਾਂਦੀ। ਲੁੱਕ ਐਟ ਟੈਸਕੋ, ਗੂਗਲ, ਨੈਟਫਲਿਕਸ, ਯਾਹੂ, ਹੌਟਮੇਲ, ਇਹ ਛੋਟੇ ਨਾਂ ਆ, ਤਾਂ ਕਿ ਜਿਹੜੇ ਨਾਂ ਤੁਸੀਂ ਟਾਈਪ ਵੀ ਕਰਦੇ ਹੋ, ਤੁਸੀਂ ਮਿਸਟੇਕਾਂ ਨਹੀਂ ਕਰਦੇ। ਮੀਨਸ ਤੁਹਾਡੇ ਕਈ ਲੋਕਾਂ ਨੂੰ ਹੁੰਦੀ ਹੈ ਕਿ ਲੰਬਾ ਕਰਨਾ ਤਾਂ ਸਪੈਲਿੰਗ ਮਿਸਟੇਕ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਯੂ ਵਾਂਟ ਯੋਰ ਬ੍ਰਾਂਡ ਟੂ ਬੀ ਈਜ਼ੀ ਫॉर ਪੀਪਲ। ਸਾਡੇ ਕਿੱਦਾਂ ਦੇ ਬ੍ਰਾਂਡ ਹੁੰਦੇ ਆ, ਮੈਂ ਦੇਖਿਆ, ਤੁਸੀਂ ਵੀ ਦੇਖੇ ਹੋਣੇ ਆ। ਜਿਸ ਤਰ੍ਹਾਂ ਇਹ ਹੋ ਗਿਆ ਦਾ ਗੜਸ਼ੰਕਰ ਬਿਲਡਿੰਗ ਕੰਸਟਰਕਸ਼ਨ ਲਿਮਿਟਡ.co.uk। ਨੋ, ਕੱਟ ਦੈਟ ਡਾਊਨ। ਗੜਸ਼ੰਕਰ ਚੰਗੀ ਗੱਲ ਹੈ, ਸਾਡਾ ਇਲਾਕਾ, ਸਾਡਾ ਪਿੰਡ ਆ, ਬੜੀ ਚੰਗੀ ਗੱਲ ਹੈ ਬਈ। ਤੁਸੀਂ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਬਹੁਤ ਵਧੀਆ ਗੱਲ ਹੈ। ਤੁਹਾਡੀ ਕੰਪਨੀ ਲਿਮਿਟਡ ਆ, ਬੜੀ ਚੰਗੀ ਗੱਲ ਹੈ, ਪਰ ਯੂ ਡੋਂਟ ਹੈਵ ਟੂ ਹੈਵ ਆਲ ਆਫ ਥੀਸ ਥਿੰਗਸ ਇਨ ਦੇਅਰ। ਆ ਜਿਹੜਾ ਹੈਗਾ, ਜੇ ਕੋਈ ਗੂਗਲ ਦੇ ਉੱਪਰ ਜਾ ਕੇ ਇਹ ਟਾਈਪ ਕਰਨਾ ਸ਼ੁਰੂ ਕਰੇਗਾ ਤਾਂ ਕਿੰਨੀ ਵਾਰੀ ਮਿਸਟੇਕ ਕਰੇਗਾ ਬੰਦਾ, ਤੁਹਾਡੇ ਕੋਲ ਕਦੋਂ ਪਹੁੰਚੇਗਾ? ਇਹਦਾ ਮਤਲਬ 100 ਬੰਦੇ ਆਣਗੇ, 99 ਬੰਦੇ ਮਿਸਟੇਕ ਕਰਨਗੇ, ਕੋਈ ਇੱਕ ਬੰਦਾ ਤੁਹਾਡੇ ਕੋਲ ਪਹੁੰਚੇਗਾ। ਸੋ ਤੁਹਾਡੀ ਸੇਲ ਕਿੱਦਾਂ ਹੋਏਗੀ? ਨੈਵਰ ਡੂ ਦੈਟ। ਆਲਵੇਜ਼ ਥਿੰਕ, ਬੀ ਸ਼ਾਰਪ। ਸੋ ਜਦੋਂ ਤੁਸੀਂ ਨਾਂ ਡਿਸਾਈਡ ਕਰਦੇ ਹੋ ਕਿਸੇ ਵੀ ਬ੍ਰਾਂਡ ਦਾ, ਰਿਮੈਂਬਰ, ਸਿਟ ਡਾਊਨ, ਪੇਪਰ ਲਾਓ, ਪੈਨ ਲਾਓ। ਮੈਂ ਹਮੇਸ਼ਾ ਮੁੜ ਕੇ ਉਸੇ ਚੀਜ਼ ਤੇ ਲੈ ਕੇ ਤੁਹਾਨੂੰ ਜਾ ਰਿਹਾ, ਪੇਪਰ ਪੈਨ ਲਿਖੋ। ਕਮ ਸੇ ਕਮ 10, 20, 50, 100 ਨਾਂ ਲਿਖੋ ਜਿਹੜੇ ਤੁਹਾਡੇ ਦਿਮਾਗ 'ਚ ਆਉਂਦੇ ਆ। ਗਲਤ ਹੋਣ, ਚੰਗੇ ਹੋਣ, ਬੱਚਿਆਂ ਨਿਆਣਿਆਂ ਨੂੰ ਇਕੱਠੇ ਕਰ ਲਓ, ਬੈਠੋ ਬਈ, ਨਾਂ ਦੱਸੋ ਬਿਜ਼ਨਸ ਦਾ, ਇਨਕਰੇਜ ਦਮ। ਆਪਣੀ ਸਾਰੀ ਫੈਮਿਲੀ ਨੂੰ ਇਨਕਰੇਜ ਕਰਕੇ, ਆਪਣੇ ਜਿਹੜਾ ਪਰਿਵਾਰ ਹੈਗਾ, ਲਿਖੋ ਬਈ, ਨਾਂ ਚੀਜ਼ਾਂ ਲਿਖੋ। ਲਿਖ ਕੇ ਫਿਰ ਉਹ ਲੱਭੋ ਜਿਹੜਾ ਈਜ਼ੀਲੀ ਸਪੈਲ ਤੁਸੀਂ ਕਰ ਸਕਦੇ ਹੋ, ਤੁਸੀਂ ਨਹੀਂ, ਹਰ ਬੰਦਾ, ਔਰ ਈਜ਼ੀਲੀ ਪ੍ਰੋਨਾਊਂਸ ਕਰ ਸਕਦੇ ਹੋ, ਫਿਰ ਯਾਦ ਹੋ ਸਕਦਾ ਹੋਵੇ, ਆਸਾਨੀ ਦੇ ਨਾਲ ਦਿਮਾਗ ਦੇ ਵਿੱਚ ਵੜ ਸਕਦਾ ਹੋਵੇ। ਫਿਰ ਉਹ ਤੋਂ ਬਾਅਦ ਤੁਸੀਂ ਜਿਹੜੇ ਉਹਦੇ ਵੈਬਸਾਈਟ ਦਾ ਨਾਂ ਆ, ਡੋਮੇਨ ਆ, ਤੇ ਸੋਸ਼ਲ ਮੀਡੀਆ ਦੇ ਹੈਂਡਲਸ ਹੈਗੇ ਆ, ਉਹ ਤੁਹਾਨੂੰ ਆਸਾਨੀ ਨਾਲ ਮਿਲ ਸਕਦੇ ਹੋ। ਐਂਡ ਦੈਨ ਕੈਚੀ ਹੋਵੇ, ਬਿਕਾਜ਼ ਕੈਚੀ ਹੋਣਾ ਬਹੁਤ ਜ਼ਰੂਰੀ ਆ। ਜੇ ਕੈਚੀ ਨਹੀਂ ਹੈਗਾ ਨਾ, ਫਿਰ ਲੋਕ ਯਾਦ ਕਿੱਦਾਂ ਰੱਖਣਗੇ? ਐਂਡ ਯੂ ਵਾਂਟ ਟੂ ਡੂ ਦੈਟ, ਯੂ ਵਾਂਟ ਮੇਕ ਸ਼ੋਰ ਦੈਟ ਇਜ਼ ਕੈਚੀ। ਉਹ ਤੋਂ ਬਾਅਦ ਆ ਗਿਆ ਮਾਰਕੀਟੇਬਲ। ਨਾਓ ਮਾਰਕੀਟੇਬਲ ਇਸ ਕਰਕੇ ਮੈਂ ਕਹਿ ਰਿਹਾ ਕਿ ਤੁਹਾਡਾ ਜਿਹੜਾ ਬ੍ਰਾਂਡ ਆ, ਇਟਸ ਡਿਫਿਕਲਟ ਟੂ ਮਾਰਕੀਟ। ਤੁਸੀਂ ਉਹਨੂੰ ਸਹੀ ਤਰੀਕੇ ਨਾਲ ਮਾਰਕੀਟ ਨਹੀਂ ਕਰ ਸਕਦੇ, ਉਹਦੀ ਇਮੇਜ ਨਹੀਂ ਕੋਈ ਚੰਗੀ ਬਣ ਸਕਦੀ, ਤੁਹਾਨੂੰ ਕ੍ਰੀਏਟਿਵ ਬਣਾਉਣ 'ਚ ਮੁਸ਼ਕਿਲ ਹੁੰਦੀ ਹੈ। ਦੈਨ ਦੈਟ ਮੀਨਸ ਇਜ਼ ਦੈਨ ਯੂ ਨੀਡ ਟੂ ਫਾਈਂਡ ਸਮਥਿੰਗ ਡਿਫਰੈਂਟ, ਰਾਈਟ? ਸੋ ਫਾਈਂਡ ਅ ਬੈਟਰ ਨੇਮ, ਠੀਕ ਹੈ? ਔਰ ਉਹ ਤੋਂ ਬਾਅਦ ਆਪਣਾ ਆ ਗਿਆ ਸੈਲੇਬਲ।
ਠੀਕ ਹੈ, ਅਸੀਂ ਬਿਜ਼ਨਸ ਕਰਦੇ ਹਾਂ ਔਰ ਅਸੀਂ ਬਹੁਤੇ ਜ਼ਿਆਦਾ ਲੋਕ ਜਿਹੜੇ ਆ ਬਿਜ਼ਨਸ ਕਰਕੇ ਉਹ ਬਾਅਦ ਵਿੱਚ ਸਫਰ ਕਰਦਾ ਬਿਜ਼ਨਸ ਇਸ ਕਰਕੇ ਕਿ ਉਹ ਆਪਣੇ ਬਿਜ਼ਨਸ ਨੂੰ ਬੇਬੀ ਬਣਾ ਲੈਂਦੇ। ਜੀ ਮੇਰਾ ਬੇਬੀ ਆ, ਮੈਂ ਸ਼ੇਅਰ ਨਹੀਂ ਕਰਨਾ, ਮੇਰਾ ਬੇਬੀ ਆ, ਮੈਂ ਕਿਸੇ ਨੂੰ ਦੇਣਾ ਨਹੀਂ, ਇਹ ਮੇਰਾ ਡਰੀਮ ਆ, ਮੈਂ ਆਪਣੇ ਬੱਚਿਆਂ ਲਈ, ਬੱਚਿਆਂ ਦੇ ਬੱਚਿਆਂ ਦੇ ਲਈ, ਬੱਚਿਆਂ ਦੇ ਬੱਚਿਆਂ ਦੇ ਲਈ ਰੱਖਣਾ। ਗੁੱਡ। ਬਟ ਇੱਕ ਕਲੈਵਰ ਬਿਜ਼ਨਸਮੈਨ ਜਿਹੜਾ ਆ ਉਹ ਹਮੇਸ਼ਾ ਇਹ ਸੋਚਦਾ ਕਿ ਜੇ ਮੈਂ ਕੋਈ ਚੀਜ਼ ਸ਼ੁਰੂ ਕਰਨੀ ਆ ਉੱਤੋਂ ਮੈਂ ਪੈਸਾ ਕਿੱਦਾਂ ਬਣਾ ਸਕਦਾ, ਬਿਕਾਜ਼ ਅਲਟੀਮੇਟਲੀ ਸਾਡਾ ਜਿਹੜਾ ਗੋਲ ਆ ਉਹ ਪੈਸਾ ਬਣਾਉਣ ਦਾ ਗੋਲ ਆ। ਜੇ ਤੁਸੀਂ ਇੱਕ ਬਿਜ਼ਨਸ ਨੂੰ ਅੱਜ ਸ਼ੁਰੂ ਕਰਕੇ ਆਉਣ ਵਾਲੇ 1 ਸਾਲ ਦੇ ਵਿੱਚ ਹੀ ਉਹਦੀ ਜਿਹੜੀ ਵੈਲਿਊ ਆ, ਉਹਨੇ ਬੇਸ਼ੱਕ ਇੰਨੀ ਕਮਾਈ ਨਹੀਂ ਕੀਤੀ, ਮੰਨ ਲਓ ਕਿ ਉਹਨੇ ਮਹੀਨੇ ਦੇ 5,000 ਜਾਂ 10,000 ਕਮਾਣੇ ਸ਼ੁਰੂ ਕੀਤੇ ਆ, ਜਾਂ 15,000 ਜਾਂ 20,000 ਕਮਾਉਣਾ ਸ਼ੁਰੂ ਕੀਤਾ, ਪਰ ਜੇ ਉਹਦੀ ਅਸਲ ਦੇ ਵਿੱਚ ਅਗਰੀਮੈਂਟਸ ਦੇ ਹਿਸਾਬ ਦੇ ਨਾਲ ਜਿਹੜੇ ਕਿ ਲੌਂਗ ਟਰਮ ਐਗਰੀਮੈਂਟਸ ਹੋਣ ਕਲਾਇੰਟਸ ਦੇ ਨਾਲ, ਉਹਦੀ ਜੇ 1 ਸਾਲ ਦੇ ਵਿੱਚ ਹੀ ਉਸ ਬਿਜ਼ਨਸ ਦੀ ਵੈਲਿਊ ਮਿਲੀਅਨ ਪਾਉਂਡ ਜਾਂ 2 ਮਿਲੀਅਨ ਪਾਉਂਡ ਹੋ ਗਈ, ਤਾਂ ਤੁਸੀਂ ਉਹਨੂੰ ਵੇਚ ਕੇ ਅੱਗੇ ਨਾ ਲੰਘ ਜਾਓਗੇ, ਕਿਉਂਕਿ ਤੁਹਾਨੂੰ ਆ ਤੇ ਗਿਆ ਕਿ ਬਿਜ਼ਨਸ ਚਾਲੂ ਕਿੱਦਾਂ ਕਰਨਾ। ਤੁਹਾਨੂੰ ਪਤਾ ਤੇ ਲੱਗ ਗਿਆ ਕਿ ਮੈਂ ਇਸ ਤਰੀਕੇ ਨਾਲ ਜੇ ਬਿਜ਼ਨਸ ਚਾਲੂ ਕਰਦਾ ਮੈਂ ਉਹਨੂੰ ਇੱਦਾਂ ਵਧਾ ਸਕਦਾ। ਤੁਹਾਨੂੰ ਪਤਾ ਬਹੁਤ ਬਿਜ਼ਨਸ ਪੀਪਲ ਇਹੋ ਜਿਹੇ ਹੁੰਦੇ ਆ ਔਰ ਉਹ ਕੁਝ ਨਹੀਂ ਕਰਦੇ, ਉਹ ਕਦੇ ਵੀ ਇੱਕ ਬਿਜ਼ਨਸ ਤੇ ਬੈਠਦੇ ਨਹੀਂ। ਉਹਨਾਂ ਨੇ ਇੱਕ ਬਿਜ਼ਨਸ ਦਾ ਆਈਡੀਆ ਸੋਚਣਾ, ਉਸ ਬਿਜ਼ਨਸ ਦੇ ਆਈਡੀਆ ਨੂੰ ਲਾਂਚ ਕਰਨਾ, ਪ੍ਰੋਪਰਲੀ ਲਾਂਚ ਕਰਕੇ ਉਹਨੂੰ ਥੋੜਾ ਜਿਹਾ ਅੱਗੇ ਵਧਾ ਕੇ ਉਹਦੀ ਵੈਲਿਊਏਸ਼ਨ ਕਰਵਾਉਣੀ ਹੈ ਕਿ ਆਉਣ ਵਾਲੇ 6 ਮਹੀਨੇ 'ਚ ਸਾਲ ਵਿੱਚ ਇਹਦੀ ਇਵੈਲੂਏਸ਼ਨ ਕਿ ਇਹ ਬਿਜ਼ਨਸ ਕਿੰਨੇ ਦਾ ਹੋ ਸਕਦਾ। ਸੋ ਦੇ ਆਲਰੇਡੀ ਨੋ ਕਿ ਉਹ ਕਰਕੇ ਉਹਨਾਂ ਨੇ ਉਹ ਬਿਜ਼ਨਸ ਵੇਚ ਕੇ ਸਾਲ ਦੇ ਅੰਦਰ ਅੰਦਰ ਆਪਣਾ ਮਿਲੀਅਨ ਲੈ ਕੇ ਅੱਗੇ ਨਿਕਲ ਗਏ। ਇਹ ਸਾਰੇ ਪੁਆਇੰਟਸ ਜਿਹੜੇ ਨੋਟ ਕਰ ਲਓ। ਸੈਲੇਬਲ ਹੋਣਾ ਜ਼ਰੂਰੀ, ਤੁਹਾਡੀ ਇੱਕ ਐਗਜ਼ਿਟ ਸਟ੍ਰੈਟਜੀ ਹੋਣੀ ਜ਼ਰੂਰੀ ਹੈ ਕਿ ਹਾਂ ਮੈਂ ਜਦੋਂ ਚਾਹਾਂ ਮੈਂ ਐਗਜ਼ਿਟ ਕਰ ਸਕਾਂ ਬਿਜ਼ਨਸ ਤੋਂ ਸਿੰਪਲੀ ਵੇਚ ਕੇ, ਮੈਨੂੰ ਬਿਜ਼ਨਸ ਬੰਦ ਨਾ ਕਰਨਾ ਪਵੇ। ਉਹ ਕਿੱਦਾਂ ਹੁੰਦਾ ਕਿ ਬਿਜ਼ਨਸ ਤੁਹਾਡੇ ਉੱਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ। ਮੈਂ ਬਹੁਤ ਆਪਣੇ ਭੈਣਾਂ ਭਰਾਵਾਂ ਨੂੰ ਮੈਂ ਸੁਣਿਆ ਗੱਲ ਕਰਦੇ ਨੂੰ, ਜੀ ਮੈਂ ਆਹ ਕੰਮ ਕਰਨਾ, ਮੈਂ ਹੁਣ ਕੋਈ ਸਪੈਸੀਫਿਕ ਨਾਂ ਨਹੀਂ ਲੈਂਦਾ, ਜੀ ਮੈਂ ਆਹ ਕੰਮ ਕਰਨਾ ਚਾਹੁੰਦਾ, ਅੱਛਾ ਪਰ ਮੈਂ ਆਪ ਕਰਨਾ, ਓਕੇ, ਮੈਂ ਕਿਸੇ ਪਾਰਟਨਰ ਨੂੰ ਨਹੀਂ ਲੈਣਾ, ਓਕੇ, ਮੈਂ ਕੋਈ ਸਟਾਫ ਨਹੀਂ ਰੱਖਣਾ ਕਿਉਂਕਿ ਸਟਾਫ ਤੇ ਮੈਨੂੰ ਭਰੋਸਾ ਨਹੀਂ ਹੈਗਾ। ਸੋ ਤੁਸੀਂ ਬਿਜ਼ਨਸ ਨਹੀਂ ਕਰ ਰਹੇ, ਔਰ ਉਹ ਜਿਹੜਾ ਬਿਜ਼ਨਸ ਹੈ ਤੁਸੀਂ ਕਦੇ ਵੀ ਮਿਲੀਅਨ ਪਾਉਂਡ 'ਚ ਵੇਚ ਨਹੀਂ ਸਕੋਗੇ ਕਿਉਂਕਿ ਉਹ ਬਿਜ਼ਨਸ ਤੁਹਾਡੇ ਤੇ ਡਿਪੈਂਡੈਂਟ ਆ। ਬਿਜ਼ਨਸ ਉਹ ਹੁੰਦਾ ਕਿ ਤੁਸੀਂ ਅੱਜ ਸ਼ੁਰੂ ਕੀਤਾ, ਕੱਲ੍ਹ ਨੂੰ ਤੁਸੀਂ ਵੇਚ ਕੇ ਪੈਸਾ ਕੱਢ ਲਓ ਆਪਣਾ। ਸੋ ਮੇਕ ਇਟ ਸੈਲੇਬਲ, ਕੀਪ ਦੈਟ ਇਨ ਮਾਈਂਡ ਐਜ਼ ਅ ਬਿਜ਼ਨਸ ਸਟ੍ਰੈਟਜੀ। ਓਕੇ, ਨੈਕਸਟ ਮੈਨੇਜਮੈਂਟ। ਜਿੱਥੋਂ ਤੱਕ ਮੈਨੇਜਮੈਂਟ ਦਾ ਸਵਾਲ ਆ, ਮੈਂ ਐਕਸਪੀਰੀਅੰਸ ਕੀਤਾ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਕਿ ਅਸੀਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਕਿ ਅਸੀਂ ਹਰ ਚੀਜ਼ ਆਪ ਕਰਨੀ ਚਾਹੁੰਦੇ ਹਾਂ ਕਿਉਂਕਿ ਸਾਨੂੰ ਨਾ ਦੂਸਰੇ ਬੰਦਿਆਂ ਦੇ ਉੱਤੇ ਭਰੋਸਾ ਨਹੀਂ ਹੈਗਾ ਕਿ ਉਹ ਕਰ ਸਕਦੇ ਆ ਨਹੀਂ ਕਰ ਸਕਦੇ ਆ। ਔਰ ਦੂਸਰਾ, ਅਸੀਂ ਟੀਮ ਬਣਾਉਣ ਦੀ ਨਹੀਂ ਸੋਚਦੇ। ਜੇ ਤੁਸੀਂ 20-30 ਹਜ਼ਾਰ ਪਾਉਂਡ ਮਹੀਨੇ ਦਾ ਕਮਾ ਰਹੇ ਹੋ, 40-50 ਹਜ਼ਾਰ ਪਾਉਂਡ ਮਹੀਨੇ ਦਾ ਕਮਾ ਰਹੇ ਹੋ, ਔਰ ਤੁਹਾਨੂੰ ਫਿਰ ਹਾਲੇ ਵੀ ਲੱਗ ਰਿਹਾ ਕਿ ਬਿਜ਼ਨਸ ਮੈਂ ਖੁਦ ਹੀ ਰਨ ਕਰਨਾ, ਮੈਂ ਆਪ ਹੀ ਮੈਨੇਜ ਕਰਨਾ, ਦੈਨ ਯੂ ਆਰ ਰਨਿੰਗ ਅ ਰਿਸਕ ਆਫ ਫੇਲੀਅਰ। ਬਿਜ਼ਨਸ ਖੜਾ ਹੋਣ ਤੋਂ ਬਾਅਦ ਕਦੇ ਵੀ ਡਿੱਗ ਸਕਦਾ। ਨੈਵਰ ਥਿੰਕ ਕਿ ਬਿਜ਼ਨਸ ਜਿਹੜਾ ਹੈ ਜੇ ਇੱਕ ਵਾਰੀ ਚੱਲ ਪਿਆ ਤੇ ਚੱਲ ਪਿਆ। ਨੋ ਨੋ ਨੋ, ਜਿਹੜਾ ਬਿਜ਼ਨਸ ਆ ਇਹ ਐਰੋਪਲੇਨ ਵਾਂਗੂ ਆ, ਜਿਹੜੇ ਇੱਕ ਵਾਰੀ ਉੜ ਗਿਆ, ਹਵਾ 'ਚ ਆ ਗਿਆ, ਠੀਕ ਹੈ, ਪਰਫੈਕਟ ਆ, ਪਰ ਉਹਨੂੰ ਕੰਟੀਨਿਊਸਲੀ ਲਗਾਤਾਰ ਉਹਨੂੰ ਇੱਦਾਂ ਰਸਤਾ ਮਾੜਾ ਕਰਨਾ, ਪੰਖ ਜਿਹੜੇ ਆ ਉੱਪਰ ਥੱਲੇ ਕਰਨੇ ਪੈਂਦੇ ਆ, ਐਡਜਸਟ ਕਰਨਾ ਪੈਂਦਾ ਆਪਣੇ ਆਪ ਨੂੰ ਤਾਂ ਕਿ ਹਵਾ 'ਚ ਵੀ ਰਹੇ ਔਰ ਆਪਣੇ ਟਿਕਾਣੇ ਵੀ ਪਹੁੰਚੇ। ਸੋ ਬਿਜ਼ਨਸ ਜਿਹੜੀ ਆ ਇਹ ਕੰਟੀਨਿਊਸ ਟਵੀਕਿੰਗ ਹੁੰਦੀ ਹੈ, ਕੰਟੀਨਿਊਸ ਛੋਟੀਆਂ-ਮੋਟੀਆਂ ਐਡਜਸਟਮੈਂਟਸ ਹੁੰਦੀਆਂ ਜਿਹੜੀਆਂ ਕਰਨੀਆਂ ਪੈਂਦੀਆਂ। ਔਰ ਇਹਨਾਂ ਚੀਜ਼ਾਂ ਦੇ ਲਈ ਤੁਹਾਨੂੰ ਮੇਕ ਸ਼ੋਰ ਕਰਨਾ ਪੈਂਦਾ ਤੁਹਾਡੀ ਜਿਹੜੀ ਟੀਮ ਆ ਪੂਰੀ ਤੁਸੀਂ ਬਿਲਡ ਕਰੋ। ਔਰ ਦੂਸਰੀ ਗੱਲ ਆ ਕਿ ਜੇ 4 ਭਰਾ ਮਿਲ ਕੇ ਕੋਈ ਕੰਮ ਕਰਨਾ ਸ਼ੁਰੂ ਕਰਦੇ ਆ, ਅਕਸਰ ਅਸੀਂ ਕੀ ਕਰਦੇ ਆ, ਚਲੋ ਯਾਰ ਅਸੀਂ 4 ਬੰਦੇ ਅਲੱਗ-ਅਲੱਗ ਜੌਬਾਂ ਕਰਦੇ ਆ, ਉਹ ਛੱਡ ਕੇ ਜੌਬਾਂ ਛੱਡਣੀਆਂ ਨਹੀਂ, ਅਸੀਂ ਕੰਮ ਸ਼ੁਰੂ ਕਰਦੇ ਆ, ਪੈਸੇ ਪਾ ਲੈਂਦੇ ਆ 20-20 ਹਜ਼ਾਰ ਜਾਂ 25-25 ਹਜ਼ਾਰ, ਔਰ ਆਹ ਕੰਮ ਆਪਾਂ ਸ਼ੁਰੂ ਕਰਦੇ ਆ। ਪਹਿਲਾਂ ਜੌਬ ਕਰਕੇ ਆਵਾਂਗੇ, ਉਸ ਤੋਂ ਬਾਅਦ ਫਿਰ ਆਪਾਂ ਇੱਥੇ ਦਿਹਾੜੀ ਲਾ ਲਿਆ ਕਰਾਂਗੇ। ਕੱਲ੍ਹ ਨੂੰ ਤੂੰ ਆ ਜਾਈਂ, ਪਰਸੋਂ ਨੂੰ ਮੈਂ ਆ ਜਾਊਂ, ਚੌਥ ਨੂੰ ਤੂੰ ਆ ਜਾਈਂ, ਚੌਥ ਨੂੰ। ਬਟ ਦੈਨ ਵਾਟ ਹੈਪਨਸ, ਮੋਸਟ ਆਫ ਦ ਟਾਈਮ ਚਾਂਸਿਸ ਆ ਕਿ ਬਿਜ਼ਨਸ ਫੇਲ ਹੋਏਗਾ। ਰੀਜ਼ਨ ਕੀ ਹੈ? ਤੁਹਾਡੀ ਕੋਈ ਸ਼ੋਰਟੀ ਨਹੀਂ ਹੈਗੀ ਕਿ ਬਿਜ਼ਨਸ ਜਿਹੜਾ ਤੁਸੀਂ ਨਵਾਂ ਸ਼ੁਰੂ ਕੀਤਾ ਉਹਨੂੰ ਰਨ ਕਿਵੇਂ ਕਰਨਾ, ਉਹਦੇ ਵਿੱਚ ਡੇਲੀ ਜਿਹੜੇ 8 ਘੰਟੇ 10 ਘੰਟੇ ਕਿਹਨੇ ਪਾਉਣੇ ਆ। ਅਸੀਂ ਇੱਕ ਦੂਸਰੇ ਉੱਪਰ ਡਿਪੈਂਡੈਂਟ ਆ। ਫਿਰ ਹੁੰਦਾ ਕੀ ਆ, ਸ਼ੁਰੂ ਦੇ ਵਿੱਚ ਚਾਅ ਹੁੰਦਾ, ਵਿਆਹ ਤੋਂ ਬਾਅਦ ਚਾਅ ਹੁੰਦਾ ਨਾ ਕਿ ਚੂੜਾ ਪਾਇਆ ਹੋਇਆ, ਮਹਿੰਦੀ ਲੱਗੀ ਹੋਈ ਆ, ਫਿਰ ਹੌਲੀ ਹੌਲੀ ਉਹ ਸਾਰਾ ਚਾਅ ਜਿਹੜਾ ਹੈ ਉਹ ਉਤਰਨਾ ਸ਼ੁਰੂ ਹੋ ਜਾਂਦਾ। ਜਿਸ ਵੇਲੇ ਚਾਅ ਉਤਰ ਗਿਆ ਨਾ, ਫਿਰ ਜਿਹੜੀ ਜੌਬ ਤੋਂ ਸਾਨੂੰ ਅੱਜ ਪੈਸਾ ਮਿਲਦਾ ਪਿਆ, ਅਸੀਂ ਉੱਥੇ ਟਾਈਮ ਜ਼ਿਆਦਾ ਗੁਜ਼ਾਰਨਾ ਚਾਹੁੰਦੇ ਹਾਂ। ਜਿਹੜਾ ਇਹ ਬਿਜ਼ਨਸ ਹੈ ਇਹ ਹਾਲੇ ਬੇਬੀ ਹੈ, ਇਹਨੂੰ ਹਾਲੇ ਚੱਲਣਾ ਸਿੱਖਣਾ, ਟੁਰਨਾ ਸਿੱਖਣਾ, ਇਹਨੇ ਹਾਲੇ ਖੜਾ ਹੋਣਾ ਆਪਣੇ ਪੈਰਾਂ ਦੇ ਉੱਤੇ, ਇਹਨੂੰ ਟਾਈਮ ਲੱਗਣਾ। ਉਸ ਪਾਸੇ ਸਾਡੀ ਜਿਹੜੀ ਤਵੱਜੋ ਆ, ਸਾਡਾ ਜਿਹੜਾ ਖਿਆਲ ਆ ਘਟ ਜਾਂਦਾ। ਐਂਡ ਦੈਨ ਕ੍ਰੀਪਸ ਇਨ ਡਿਸਸੈਟਿਸਫੈਕਸ਼ਨ ਇੱਕ ਦੂਸਰੇ ਦੇ ਨਾਲ। ਤਾਂ ਉਹ ਤਾਂ ਆਉਂਦਾ ਹੀ ਨਹੀਂ, ਉਹ ਤਾਂ ਆਉਂਦਾ ਨਹੀਂ, ਮੈਂ ਹੀ ਸਾਰਾ ਕੁਝ ਕਰ ਰਿਹਾ। ਫਿਰ ਹਰ ਇੱਕ ਬੰਦੇ ਨੂੰ ਨਾ ਇੱਕੋ ਚੀਜ਼ ਦਿਸਦੀ ਕਿ ਮੈਂ ਹੀ ਕਰ ਰਿਹਾ, ਬਾਕੀ ਕੋਈ ਕੁਝ ਨਹੀਂ ਕਰ ਰਿਹਾ। ਉਹਦੇ ਨਾਲ ਬਿਜ਼ਨਸ ਵੀ ਫੇਲ ਹੁੰਦਾ, ਆਪਣੀਆਂ ਯਾਰੀਆਂ ਦੋਸਤੀਆਂ ਤੇ ਰਿਸ਼ਤੇ ਵੀ ਜਾਂਦੇ ਆ। ਸੋ ਡੂ ਨਾਟ ਡੂ ਦਿਸ। ਸੈਟ ਅਪ ਅ ਪ੍ਰੋਪਰ ਮੈਨੇਜਮੈਂਟ। ਸਭ ਤੋਂ ਪਹਿਲਾਂ ਜਿਹੜਾ ਵੀ ਬਿਜ਼ਨਸ ਕਰਨਾ, ਉਹਨਾਂ ਆਪਣੇ ਗਰੁੱਪ 'ਚੋਂ ਇੱਕ ਬੰਦਾ ਲੱਭੋ ਜਿਹੜਾ ਬੰਦੇ ਨੂੰ ਪਤਾ ਕਿ ਕੰਮ ਕਰਨਾ ਕਿੱਦਾਂ, ਔਰ ਉਸ ਬੰਦੇ ਨੂੰ ਪੇ ਕਰੋ। ਭਾਵੇਂ 4 ਪਾਰਟਨਰ ਆ, ਉਹਨਾਂ ਵਿੱਚੋਂ ਇੱਕ ਤੁਸੀਂ ਲੱਭ ਲੈਣਾ ਜਿਹੜੇ ਬੰਦੇ ਨੇ ਬਿਜ਼ਨਸ ਰਨ ਕਰਨਾ, ਔਰ ਤੁਹਾਨੂੰ ਸਾਰਿਆਂ ਨੂੰ ਲੱਗਦਾ ਕਿ ਇਹ ਬੰਦਾ ਬਿਜ਼ਨਸ ਰਨ ਕਰ ਸਕਦਾ। ਗਿਵ ਦ ਰਿਸਪੌਂਸਿਬਿਲਿਟੀ ਟੂ ਹਿਮ, ਪੇ ਹਿਮ ਦ ਮਨੀ, ਤਾਂ ਕਿ ਉਹ ਕਿਸੇ ਹੋਰ ਪਾਸੇ ਜੌਬਾਂ ਕਰਨ ਨਾ ਦੌੜੇ, ਤਾਂ ਕਿ ਉਹਦਾ ਧਿਆਨ ਸਿਰਫ ਬਿਜ਼ਨਸ ਤੇ ਰਹੇ। ਦੈਨ ਯੂ ਵਿਲ ਹੈਵ ਸਕਸੈਸ।
always remember this is a very very important ਮੈਨੇਜਮੈਂਟ ਦੇ ਵਿੱਚ ਇਹ ਚੀਜ਼ ਜਿਹੜੀ ਕਰਨੀ ਹੈ ਬਹੁਤ ਜ਼ਰੂਰੀ ਆ। ਮਾਰਕੀਟਿੰਗ, ਤੁਸੀਂ ਜੇ ਬਿਜ਼ਨਸ ਕਰਨਾ, ਜੇ ਤੁਸੀਂ ਅੱਜ ਤੱਕ ਸਿਰਫ ਜੌਬ ਕਰਦੇ ਆਏ ਹੋ, ਤੁਹਾਡਾ ਹੁੰਦਾ ਕਿ ਤੁਸੀਂ ਜੌਬ ਤੇ ਗਏ ਹੋ, ਜੌਬ ਆਲਰੇਡੀ ਹੈਗੀ ਆ ਉੱਥੇ, ਤੇ ਉਹ ਜਿਹੜੀ ਜੌਬ ਆ ਉਹਦੇ ਕਰਕੇ ਤੁਹਾਨੂੰ ਹੋਰ ਕੁਝ ਸੋਚਣ ਦੀ ਲੋੜ ਨਹੀਂ। ਅੱਗੇ ਵੀ ਐਗਜ਼ਾਮਪਲ, ਮੰਨ ਲਓ ਕਿ ਤੁਸੀਂ ਊਬਰ ਡਰਾਈਵਿੰਗ ਕਰਦੇ ਹੋ। ਊਬਰ ਡਰਾਈਵਿੰਗ ਕਰਦੇ ਹੋਏ ਤੁਹਾਨੂੰ ਕਦੇ ਫਿਕਰ ਨਹੀਂ ਹੋਈ ਕਿ ਕੰਮ ਕਿੱਥੋਂ ਆਉਣਾ, ਬਿਕਾਜ਼ ਤੁਸੀਂ ਕਾਰ ਔਨ ਕੀਤੀ ਆ, ਐਪ ਔਨ ਕੀਤੀ ਆ, ਤੁਹਾਨੂੰ ਕੁਛ ਮਿੰਟਾਂ ਦੇ ਵਿੱਚ ਹੀ ਜੌਬ ਆ ਗਈ। ਪਰ ਉਹ ਜਿਹੜੀ ਜੌਬ ਆਈ ਆ, ਉਸ ਜੌਬ ਨੂੰ ਤੁਹਾਡੇ ਤੱਕ ਪਹੁੰਚਣ ਦੇ ਲਈ ਊਬਰ ਨੇ ਬਹੁਤ ਮਾਰਕੀਟਿੰਗ ਕੀਤੀ ਆ, ਊਬਰ ਨੇ ਬਹੁਤ ਖਰਚਾ ਕੀਤਾ, ਐਪ ਤੱਕ ਬਣਾਈ ਆ, ਸਾਰਾ ਕੁਝ ਕੀਤਾ। ਉਹ ਕੰਟੀਨਿਊਅਸਲੀ ਉਹ ਊਬਰ ਦੇ ਨਾਂ ਨੂੰ ਯਾਦ ਰਖਵਾਉਂਦੇ ਲੋਕਾਂ ਨੂੰ, ਔਰ ਊਬਰ ਮਸ਼ਹੂਰ ਹੋਣ ਤੋਂ ਪਹਿਲਾਂ ਉਹਨੇ ਬਹੁਤ ਖਰਚਾ ਕੀਤਾ, ਔਰ ਉਹੀ ਮਾਰਕੀਟਿੰਗ ਆ। ਸੋ ਜੇ ਤੁਸੀਂ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰਨਾ ਨਾ, ਇਹ ਨਾ ਅਹਿਸਾਸ ਕਰੋ ਕਿ ਲੈ ਵੀ ਆ ਜਾਣਾ ਬਿਜ਼ਨਸ, ਬਸ ਇੱਕ ਵਾਰ ਸ਼ੁਰੂ ਕਰ ਲਓ, ਫਿਰ ਲੋਕਾਂ ਨੇ ਆਪੇ ਆ ਜਾਣਾ। ਜੇ ਤੁਸੀਂ ਬਿਜ਼ਨਸ ਕਰਨਾ, ਜਸਟ ਰਿਮੈਂਬਰ ਵਨ ਥਿੰਗ, ਮਾਰਕੀਟਿੰਗ ਤੋਂ ਬਗੈਰ ਕੋਈ ਬਿਜ਼ਨਸ ਨਹੀਂ। ਔਰ ਦੂਸਰਾ, ਤੁਹਾਡੀ ਆਈਟਮ, ਤੁਹਾਡੀ ਪ੍ਰੋਡਕਟ, ਤੁਹਾਡੀ ਸਰਵਿਸ ਜਿੰਨੀ ਮਰਜ਼ੀ ਚੰਗੀ ਹੋਵੇ, ਜਿੰਨੀ ਮਰਜ਼ੀ ਵਧੀਆ ਹੋਵੇ, ਜੇ ਲੋਕਾਂ ਨੂੰ ਤੁਹਾਡੀ ਚੀਜ਼ ਬਾਰੇ ਪਤਾ ਨਹੀਂ ਹੈਗਾ ਨਾ, ਜੇ ਲੋਕਾਂ ਨੂੰ ਤੁਹਾਡੀ ਦੁਕਾਨ ਦੇ ਬਾਰੇ ਪਤਾ ਨਹੀਂ ਹੈਗਾ, forget it, ਫਿਰ ਨਹੀਂ ਉਹ ਆਉਣ ਲੱਗੇ। ਸੋ ਇਹ ਜ਼ਰੂਰੀ ਹੈ ਦੱਸਣਾ ਲੋਕਾਂ ਨੂੰ। ਔਰ ਉਸ ਤੋਂ ਬਾਅਦ ਅਸੀਂ ਅਕਸਰ ਵਰਡ ਆਫ ਮਾਊਥ ਦੀ ਗੱਲ ਕਰ ਲੈਂਦੇ, ਲਓ ਜੀ ਵਰਡ ਆਫ ਮਾਊਥ, ਬਸ ਲੋਕਾਂ ਨੇ ਆ ਜਾਣਾ, ਮੇਰੇ ਦੋਸਤ ਮਿੱਤਰ ਭੈਣ ਭਰਾ ਸਾਰੇ ਦੱਸਣਗੇ। ਕਿਸੇ ਕੋਲ ਟਾਈਮ ਨਹੀਂ ਹੈਗਾ ਦੱਸਣ ਦਾ। ਉਹ ਜੇ ਤੁਹਾਡੇ ਵੈਸੇ ਵੀ ਜੇ 50 ਦੋਸਤ ਹੋਏ ਤਾਂ ਉਹਨਾਂ ਦੇ ਅੱਗੇ ਕਿੰਨੇ ਕੁ ਲੋਕਾਂ ਨੂੰ ਦੱਸਣਗੇ ਉਹ ਤੁਹਾਡੇ ਬਿਜ਼ਨਸ ਦੇ ਬਾਰੇ ਦੇ ਵਿੱਚ। ਸ਼ੁਰੂ 'ਚ ਹੋ ਸਕਦਾ ਨਵਾਂ ਖੁੱਲਿਆ, ਚਲੋ ਵੀ ਚੱਲਦੇ ਆਂ ਵੀ ਉੱਥੇ, ਨਾਲੇ ਉਹਨੂੰ ਹੈਲੋ ਕਰ ਆਉਂਦੇ, ਨਾਲੇ ਸਮਾਨ ਲੈ ਆਉਂਦੇ ਆ, ਬਟ ਆਫਟਰ ਦੈਟ ਥਿੰਗਸ ਚੇਂਜ। ਸੋ ਪਲੀਜ਼ ਡੂ ਨਾਟ ਡਿਪੈਂਡ ਔਨ ਵਰਡ ਆਫ ਮਾਊਥ। ਜਿਹੜਾ ਵਰਡ ਆਫ ਮਾਊਥ ਆ ਉਹ ਅਸਲ ਦੇ ਵਿੱਚ ਜਿਹੜਾ ਮਾਰਕੀਟਿੰਗ ਦੀ ਪੂਰੀ ਸਟ੍ਰੈਟਜੀ ਹੁੰਦੀ ਆ, ਉਹਦੇ 'ਚ ਐਂਡ ਦੇ ਉੱਤੇ ਆਉਂਦਾ, ਫਰੰਟ 'ਤੇ ਨਹੀਂ ਆਉਂਦਾ। ਉਹਨੂੰ ਫਰੰਟ 'ਤੇ ਲਗਾ ਕੇ ਮਤ ਬੈਠੋ। ਡਿਪੈਂਡਿੰਗ ਤੁਹਾਡਾ ਬਿਜ਼ਨਸ ਕਿਹੋ ਜਿਹਾ, ਤੁਹਾਨੂੰ ਉਹੋ ਜਿਹੀ ਆਡੀਅੰਸ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ। ਮਾਰਕੀਟ, always market. Bigger the marketing results and marketing efforts and bigger the results. ਇਹ ਬਹੁਤ ਜ਼ਰੂਰੀ ਆ ਔਰ ਬਹੁਤ ਅੰਡਰਸਟੈਂਡ ਕਰਨੇ ਵਾਲੀ ਗੱਲ ਆ। ਅੱਗੇ ਵੀ ਐਗਜ਼ਾਮਪਲ, ਜੇ ਇੱਕ ਪੂਰੀ ਪਾਰਕ ਲੋਕਾਂ ਨਾਲ ਭਰੀ ਹੋਈ ਆ, ਲੋਕ ਆਪਣੇ ਆਪਣੇ ਕੰਮਾਂ 'ਚ ਇੰਜੋਏ ਕਰ ਰਹੇ ਆ, ਜੇ ਤੁਸੀਂ ਕਿਸੇ ਨੂੰ ਹੌਲੀ ਦੇਣੀ ਆਵਾਜ਼ ਮਾਰੋਗੇ ਨਾ, ਉਹ ਬ੍ਰਦਰ ਲੋਕ, ਦੋਸਤੋ ਸੁਣੋ, ਮੈਂ ਖੜਾ, ਮੈਂ ਤੁਹਾਡੇ ਲਈ ਸਮਾਨ ਲੈ ਕੇ ਆਇਆ, ਮੈਂ ਆਈਸਕ੍ਰੀਮ ਲੈ ਕੇ ਆਇਆ, ਆਈਸਕ੍ਰੀਮ ਮੇਰੇ ਕੋਲ ਲੈ ਲਓ, nobody is gonna hear it because they're all busy. Then you bring the van, ਤੇ ਵੈਨ ਦੇ ਉੱਤੇ ਤੁਸੀਂ ਲਾਣੇ ਹੋ ਟਿਨ ਟਿਨ ਮਿਊਜ਼ਿਕ, ਰਾਈਟ, ਸਟ੍ਰੇਟ ਅਵੇ ਲੋਕਾਂ ਨੂੰ ਪਤਾ ਲੱਗਦਾ ਕਿ ਵੈਨ ਆਈ ਹੈ। ਨਾ ਦੈਟ ਇਜ਼ ਮਾਰਕੀਟਿੰਗ। ਸੋ ਜੇ ਤੁਹਾਡੇ ਕੋਲ ਕੁਝ ਹੈਗਾ ਲੋਕਾਂ ਨੂੰ ਵੇਚਣ ਦੇ ਲਈ, ਲੋਕਾਂ ਨੂੰ ਦੇਣ ਦੇ ਲਈ, ਦੈਨ ਯੂ ਮੇਕ ਸ਼ੋਰ ਯੂ ਟੈਲ ਦਮ ਕਿ ਤੁਹਾਡੇ ਕੋਲ ਚੀਜ਼ ਹੈਗੀ ਜਿਹੜੀ ਉਹਨਾਂ ਦੇ ਕੰਮ ਦੀ ਹੈ। ਐਂਡ ਡਿਲੀਵਰੀ, ਓਬਵੀਅਸਲੀ, ਜੇ ਤੁਸੀਂ ਆਈਸਕ੍ਰੀਮ ਵੇਚ ਰਹੇ ਹੋ ਪਰ ਤੁਸੀਂ ਪੈਸੇ ਆਈਸਕ੍ਰੀਮ ਦੇ ਲੈ ਰਹੇ ਹੋ ਤੇ ਨਾਟ ਡਿਲੀਵਰਿੰਗ ਦੈਟ, ਦੈਨ ਦੇयर ਇਜ਼ ਅ ਪ੍ਰੋਬਲਮ। ਸੋ ਆਹ ਜਿਹੜੀ ਚੀਜ਼ ਹੈ ਡਿਲੀਵਰੀ ਵੇਲੇ ਇੱਕ ਚੀਜ਼ ਜ਼ਰੂਰ ਕਰਨੀ ਹੈ ਕਿ ਪ੍ਰੋਮਿਸ ਘੱਟ ਕਰਨਾ ਤੇ ਡਿਲੀਵਰ ਜ਼ਿਆਦਾ ਕਰਨਾ। ਦੈਟ ਇਜ਼ ਨੰਬਰ 1। ਅਸੀਂ ਕਈ ਵਾਰ ਲੋਕਾਂ ਨੂੰ ਜਾ ਕੇ ਜੀ ਮੈਂ ਤੁਹਾਡੇ ਹਾਂ ਮੈਂ ਬਾਥਰੂਮ ਜਿਹੜਾ ਤੁਹਾਡਾ 10 ਦਿਨ 'ਚ ਬਣਾ ਦੇਣਾ, ਉਹ ਤੋਂ ਬਾਅਦ ਉਹ 10 ਹਫ਼ਤੇ ਨਹੀਂ ਬਣਦਾ। ਨੈਵਰ ਡੂ ਦੈਟ, ਬਿਕਾਜ਼ ਉਹ ਬੰਦਾ ਤੁਹਾਡੇ ਬਾਰੇ ਲਿਖੇਗਾ ਇਹ ਗੱਲ, ਤੁਹਾਡੇ ਬਾਰੇ 10 ਬੰਦਿਆਂ ਨੂੰ ਦੱਸੇਗਾ ਜੀ 10 ਦਿਨ ਕਿਹਾ ਸੀ, 10 ਮਹੀਨੇ ਤੱਕ ਬਣਿਆ ਹੀ ਨਹੀਂ। ਸੋ ਡਿਲੀਵਰ ਔਨ ਟਾਈਮ ਔਰ ਇਨਫੈਕਟ ਬਿਫੋਰ ਟਾਈਮ। ਤੁਸੀਂ ਉਸ ਹਿਸਾਬ ਨਾਲ ਵਰਕ ਆਊਟ ਕਰਕੇ ਕਰੋ ਔਰ ਡੇਟਾਬੇਸ ਬਿਲਡ ਕਰੋ, ਆਪਣਾ ਸਿਸਟਮ ਇਨ ਪਲੇਸ ਪਾਓ। ਸਿਸਟਮ ਮਿਲ ਜਾਂਦੇ ਜਿਹੜੇ ਬਹੁਤ ਸਸਤੇ ਮਿਲ ਜਾਂਦੇ ਆ। ਸੋਸ਼ਲ ਵੂਡੂ ਦੇ ਕੋਲ ਵੀ ਇੱਕ ਸਿਸਟਮ ਹੈਗਾ, ਤੁਸੀਂ ਉਹਨੂੰ ਕਰ ਸਕਦੇ ਹੋ, ਅਤੇ ਤੁਸੀਂ ਡੇਟਾਬੇਸ ਵੀ ਬਿਲਡ ਕਰ ਸਕਦੇ ਹੋ ਆਪਣੀ ਜਿੰਨੀਆਂ ਵੀ ਕਾਲਾਂ ਆਈਆਂ ਡੇਟਾਬੇਸ ਦੇ ਅੰਦਰ। ਐਂਡ ਡੇਟਾਬੇਸ ਇਜ਼ ਮਨੀ। ਔਰ ਤੁਸੀਂ ਉਹਨਾਂ ਕਾਲਾਂ ਤੋਂ ਕੀ ਅੱਗੇ ਕਰਨਾ ਚਾਹੁੰਦੇ ਹੋ, ਆਟੋਮੈਟਿਕਲੀ ਕਿਹੜੇ ਮੈਸੇਜ ਭਿਜਵਾਉਣਾ ਚਾਹੁੰਦੇ ਹੋ, ਉਹ ਸਾਰੇ ਡੇਟਾਬੇਸ ਕਰਦਾ। ਔਰ ਇਹ ਸੋਸ਼ਲ ਵੂਡੂ ਵਾਲਾ ਜਿਹੜਾ ਸਿਸਟਮ ਹੈਗਾ ਉਹ ਸਾਰਾ ਕੁਛ ਇਹ ਕਰਦਾ। ਸੋ ਯੂ ਕੈਨ ਡੂ ਥੀਸ ਥਿੰਗਸ ਆਪਣੇ ਬਿਜ਼ਨਸ ਦੇ ਲਈ। ਡਿਲੀਵਰ ਕਰੋਗੇ ਤਾਂ ਫਿਰ ਤੁਸੀਂ ਰਿਵਿਊ ਜ਼ਰੂਰ ਲਾਓ, ਡੇਟਾਬੇਸ ਜ਼ਰੂਰ ਬਿਲਡ ਕਰੋ, ਕਿਉਂਕਿ ਇਸੇ ਨੇ ਹੀ ਤੁਹਾਡਾ ਕੱਲ੍ਹ ਨੂੰ ਮਾਰਕੀਟਿੰਗ ਦਾ ਖਰਚਾ ਘੱਟ ਕਰਨਾ। ਨੈਵਰ ਸਟਾਰਟ ਐਮਟੀ। ਆਈ ਥਿੰਕ ਦਿਸ ਇਜ਼ ਇਟ। ਆਈ ਡੋਂਟ, ਮੈਨੂੰ ਲੱਗਦਾ ਨਹੀਂ ਕਿ ਮੈਨੂੰ ਹੋਰ ਪਾਸੇ ਹੋਰ ਲੰਬੀਆਂ ਸਲਾਈਡਾਂ ਉੱਤੇ ਜਾਣ ਦੀ ਲੋੜ ਆ। ਆ ਪਿਕਚਰ ਤੇ ਆ 4-3 ਜਿਹੜੇ ਵਰਡ ਹੈਗੇ ਆ ਇਹ ਸਾਰਾ ਕੁਝ ਦੱਸ ਰਹੇ ਆ। ਔਰ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜੇ ਤੁਸੀਂ ਐਮਟੀ ਸਟਾਰਟ ਕਰਦੇ ਹੋ, ਤੁਸੀਂ ਕੀ ਸੋਚ ਕੇ ਐਮਟੀ ਸਟਾਰਟ ਕਰਦੇ ਹੋ ਕਿ ਚਲੋ ਕੋਈ ਗੱਲ ਨਹੀਂ ਆਪਾਂ ਸ਼ੁਰੂ ਕਰਾਂਗੇ, ਫਿਰ ਉੱਥੋਂ ਪੈਸੇ ਆਉਣੇ ਸ਼ੁਰੂ ਹੋ ਜਾਣੇ ਆ, ਪੈਸਾ ਜਿਹੜਾ ਮੇਰੇ ਕੋਲ ਪਿਆ ਲਗਾ ਦਿੰਦੇ ਆ, ਜੌਬ ਛੱਡ ਕੇ ਇੱਥੇ। ਨੋ, ਜੇ ਤੁਸੀਂ ਐਮਟੀ ਸ਼ੁਰੂ ਕੀਤਾ, ਪਹਿਲੀ ਗੱਲ ਤੁਸੀਂ 100% ਆਪਣੀ ਡੈਡੀਕੇਸ਼ਨ ਉਸ ਨਵੇਂ ਬਿਜ਼ਨਸ ਦੀ ਨਹੀਂ ਲਾ ਸਕਦੇ, ਕਿਉਂਕਿ ਤੁਹਾਨੂੰ ਪੈਸੇ ਦੀ ਰੋਜ਼ ਲੋੜ ਪੈਂਦੀ ਆ। ਸਾਡੇ ਜਿਹੜੇ ਬਿੱਲ ਆ, ਸਾਡੀਆਂ ਜਿਹੜੀਆਂ ਮੌਰਗੇਜ ਅਸੀਂ ਪੇ ਕਰਨੀ ਆ। ਜੇ ਤੁਸੀਂ ਐਮਟੀ ਸਟਾਰਟ ਕੀਤਾ, ਤੁਸੀਂ ਆਪਣੇ ਲਈ ਤਨਖਾਹ ਵਿੱਚ ਨਹੀਂ ਰੱਖ ਸਕਣੀ। ਹਾਲੇ ਐਕਸਪੈਕਟ ਨਾ ਕਰੋ ਕਿ ਤੁਹਾਨੂੰ ਬਿਜ਼ਨਸ ਤਨਖਾਹ ਦੇਵੇਗਾ। ਮੰਨ ਲਓ ਕਿ 1 ਸਾਲ ਤੱਕ ਤੁਹਾਨੂੰ ਬਿਜ਼ਨਸ ਨੇ 1 ਪੈਨੀ ਨਹੀਂ ਦੇਣੀ। ਇੱਦਾਂ ਬਣਾ ਕੇ ਚੱਲੋ ਆਪਣਾ ਪ੍ਰੋਜੈਕਟ ਪਲਾਨ ਕਿ ਮੈਂ ਬਿਜ਼ਨਸ ਲਾਇਆ, ਬਿਜ਼ਨਸ ਦੇ ਵਿੱਚ ਮੈਂ £1,00,000 ਲਾਤਾ, ਪਰ 1 ਸਾਲ ਤੱਕ ਹਰ ਮਹੀਨੇ ਮੈਂ ਬਿਜ਼ਨਸ ਦੇ ਕੋਲੋਂ 0 ਪੈਸਾ ਲੈਣਾ। ਕਿੰਨਾ? 0। ਸੋ ਤੁਹਾਡੇ ਜਿਹੜੇ ਮਹੀਨੇ ਦੇ ਮਾਹਵਾਰੀ ਤੁਹਾਡੇ ਜਿਹੜੇ ਖਰਚੇ ਆ ਕਿੱਥੋਂ ਆਣੇ ਆ? ਜੇ ਤੁਹਾਡਾ ਖਰਚਾ £5,000 ਦਾ ਹੈ, ਇਹਦਾ ਮਤਲਬ ਤੁਹਾਨੂੰ £60,000 ਸਾਲ ਵਿੱਚ ਚਾਹੀਦਾ, ਪਰ ਬਿਜ਼ਨਸ ਹਾਲੇ 0 ਦੇ ਰਿਹਾ। ਫਿਰ ਤੁਸੀਂ ਕਿੱਦਾਂ ਸਰਵਾਈਵ ਕਰੋਗੇ? ਤੁਹਾਡਾ ਬਿਜ਼ਨਸ ਕਿੱਦਾਂ ਸਰਵਾਈਵ ਕਰੇਗਾ? ਸੋ ਡੂ ਨਾਟ ਸਟਾਰਟ ਐਮਟੀ। ਦੇयर ਇਜ਼ ਮਨੀ ਆਊਟ ਦੇयर। ਉਸ ਪੈਸੇ ਨੂੰ ਇਸਤੇਮਾਲ ਕਰੋ ਤਾਂ ਕਿ ਤੁਹਾਡੀ ਤਨਖਾਹ ਫਿਕਸ ਹੋ ਕੇ ਤੁਹਾਨੂੰ ਪਤਾ ਕਿ ਮੈਨੂੰ ਘਰ ਦੇ ਖਰਚੇ ਦੀ ਲੋੜ ਦੀ ਫਿਕਰ ਨਹੀਂ ਹੈਗੀ। ਮੇਰੀ ਘਰ ਵਾਲੀ ਨਾਲ, ਮੇਰੇ ਹਸਬੈਂਡ ਨਾਲ, ਮੇਰੇ ਬੱਚਿਆਂ ਨਾਲ ਲੜਾਈ ਨਹੀਂ ਹੋਣੀ ਕਿ ਮੈਂ ਪੈਸਾ ਲੈ ਕੇ ਨਹੀਂ ਆ ਰਿਹਾ। ਮੇਰਾ ਦਿਲ ਨਹੀਂ ਟੁੱਟਣਾ
ਮੈਂ ਡਿਸਕਰੇਜ ਨਹੀਂ ਹੋਣਾ ਕਿ ਪੈਸਾ ਤੇ ਆ ਨਹੀਂ ਰਿਹਾ, ਛੱਡੋ ਕੁਝ ਹੋਰ ਕਰਦੇ ਆਪਾਂ ਕੰਮ ਕਰ ਲੈਂਦੇ, ਕਿਉਂਕਿ ਹੁੰਦਾ ਕੀ ਹੈਗਾ, ਕਈ ਲੋਕ ਬਿਜ਼ਨਸ ਸ਼ੁਰੂ ਕਰਦੇ ਆ, ਫਿਰ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਉਹ ਦੌੜ ਕੇ ਫਿਰ ਵਾਪਸ ਜੌਬ ਕਰਨ ਜਾਂਦੇ ਆ, ਕਿਉਂਕਿ ਬਿਜ਼ਨਸ ਨੇ ਪੈਸਾ ਕਮਾਇਆ ਨਹੀਂ ਔਰ ਪੈਸਾ ਦਾ ਪਲਾਨ ਕੀਤਾ ਨਹੀਂ ਸੀਗਾ ਕਿ ਮੇਰੇ ਪੈਸੇ ਕਿੱਥੋਂ ਆਣੇ ਆ। Always have money when you start। ਚਾਹੇ ਤੁਹਾਡੀ ਆਪਣੀ ਸੇਵਿੰਗ ਹੈ ਉਹਦਾ ਵੀ ਵਰਕਆਊਟ ਕਰੋ ਕਿ ਤੁਹਾਡੀ ਸੇਵਿੰਗ ਕਿੱਦਾਂ ਇਸਤੇਮਾਲ ਹੋਣੀ ਆ। ਜੇ ਤੁਸੀਂ ਲੋਨ ਲੈਣਾ ਉਹਦਾ ਵਰਕਆਊਟ ਕਰੋ, ਜੇ ਤੁਸੀਂ ਇਨਵੈਸਟਮੈਂਟ ਲੈਣੀ ਆ ਉਹਦਾ ਵਰਕਆਊਟ ਕਰੋ। ਮੈਂ ਤਾਂ ਆਲਵੇਜ਼ ਕਹਿੰਦਾ ਯੂਜ਼ ਅਦਰ ਪੀਪਲਸ ਮਨੀ। ਆਪਣਾ ਪੈਸਾ ਇਸਤੇਮਾਲ ਕਰਨ ਦੀ ਬਜਾਏ, ਆਪਣੀ ਸੇਵਿੰਗ ਜਿਹੜੀ ਹੈ ਬਿਜ਼ਨਸ 'ਚ ਪਾਉਣ ਦੀ ਬਜਾਏ ਕੋਸ਼ਿਸ਼ ਕਰੋ ਕਿ ਪੈਸਾ ਬਾਹਰੋਂ ਲੈ ਕੇ ਆਓ ਬਿਜ਼ਨਸ ਦੇ ਲਈ। ਓਕੇ, ਸੋ ਉਮੀਦ ਕਰਦਾ ਕਿ ਹੁਣ ਤੱਕ ਜਿੰਨਾ ਵੀ ਮੈਂ ਬੋਲਿਆ, ਜਿੰਨਾ ਵੀ ਮੈਂ ਕਿਹਾ ਤੁਹਾਨੂੰ, ਤੁਸੀਂ ਉਹਦੇ ਨੋਟ ਵੀ ਬਣਾਏ ਹੋਣਗੇ ਔਰ ਤੁਹਾਨੂੰ ਚੰਗਾ ਵੀ ਲੱਗਿਆ ਹੋਏਗਾ, ਕੰਮ ਦੀ ਚੀਜ਼ ਤੁਹਾਨੂੰ ਲੱਗੀ ਹੋਏਗੀ। ਹੁਣ ਆਪਾਂ ਥੋੜ੍ਹੀ ਜਿਹੀ ਹੋਰ ਕੰਮ ਦੀਆਂ ਗੱਲਾਂ ਕਰਦੇ ਹਾਂ, ਐਂਡ ਦੈਟ ਇਜ਼ ਬਿਜ਼ਨਸ ਆਈਡੀਆਜ਼। ਮੈਂ ਕਿਹਾ ਸੀਗਾ, ਮੈਂ ਪ੍ਰੋਮਿਸ ਕੀਤਾ ਸੀ ਕਿ ਮੈਂ ਤੁਹਾਨੂੰ ਅੱਜ ਦੇ ਵੈਬੀਨਾਰ ਦੇ ਵਿੱਚ ਕੁਝ ਆਈਡੀਆਜ਼ ਤੁਹਾਡਾ ਮੈਂ ਡਿਸਕਸ ਕਰਾਂਗਾ, ਜਿਹੜੇ ਤੁਹਾਡੇ ਹੋ ਸਕਦਾ ਤੁਹਾਡੀ ਸੋਚ ਨੂੰ ਥੋੜ੍ਹੇ ਜਿਹਾ ਝਿਜੋੜਨ ਅਤੇ ਤੁਹਾਡੇ ਦਿਮਾਗ ਦੇ ਵਿੱਚ ਜਿਹੜੀਆਂ ਆਪਣੀਆਂ ਕੁਝ ਚੀਜ਼ਾਂ ਪਈਆਂ ਸੀਆਂ ਉਹਨਾਂ ਨੂੰ ਡਿਸਲੋਜ ਕਰਨ ਅਤੇ ਉਹ ਡਿੱਗਣ 'ਤੇ ਪਤਾ ਲੱਗੇ, ਓ ਆਈ ਕੈਨ ਡੂ ਦਿਸ। ਸੋ ਲੈਟਸ ਸਟਾਰਟ। ਸਭ ਤੋਂ ਪਹਿਲਾਂ ਜਿਹੜਾ ਬਿਜ਼ਨਸ ਆਈਡੀਆ ਆ, ਆਮ ਗੋਇੰ ਟੂ ਟਾਕ ਅਬਾਊਟ ਐਮਾਜ਼ਨ ਸ਼ੌਪ। ਦ ਰਿਐਲਿਟੀ ਇਜ਼ ਕਿ ਜੇ ਤੁਸੀਂ ਐਮਾਜ਼ਨ ਦੇ ਉੱਤੇ ਕੁਝ ਵੇਚਣਾ ਸ਼ੁਰੂ ਕਰਦੇ ਹੋ, ਜੇ ਤੁਸੀਂ ਆਨਲਾਈਨ ਕੁਝ ਵੇਚਣਾ ਸ਼ੁਰੂ ਕਰਦੇ ਹੋ, ਫਿਰ ਜਿਹੜੀ ਹੈ ਸਕਾਈ ਇਜ਼ ਦ ਲਿਮਿਟ। ਇਟਸ ਐਂਡਲੈਸ ਓਪਰਚੁਨਿਟੀ। ਔਰ ਮੈਂ ਜਿਹੜੇ ਤੁਹਾਨੂੰ ਦਿਖਾਉਣ ਲੱਗਿਆ, ਦੀਜ਼ ਆਰ ਸਿੰਪਲ ਥਿੰਗਸ ਬਟ ਟਰਸਟ ਮੀ, ਆਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਵੀ ਕਰ ਸਕਦੇ ਆ। ਇਹ ਇਨਫੈਕਟ ਮੈਂ ਹੈਰੀ ਦੀ ਇੱਥੇ ਮੈਂਸ਼ਨ ਕਰਦਾ ਕਿਉਂਕਿ ਮੈਂ ਹੈਰੀ ਨਾਲ ਕੀਤੀ ਗੱਲ ਕਿ ਹੈਰੀ ਯੂ ਆਰ ਸੋ ਸਕਸੈਸਫੁਲ ਔਨ ਐਮਾਜ਼ਨ, ਅਤੇ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਪੰਜਾਬੀ ਹੱਬ ਦੇ ਮੈਂਬਰਸ ਹੋਣ ਉਹਨਾਂ ਨੂੰ ਟ੍ਰੇਨਿੰਗ ਦੇਵੇਂ ਕਿ ਤੁਸੀਂ ਐਮਾਜ਼ਨ ਦੇ ਉੱਤੇ ਕਿਸ ਤਰੀਕੇ ਨਾਲ ਬਿਜ਼ਨਸ ਕਾਮਯਾਬ ਕਰ ਸਕਦੇ ਆ। ਅਤੇ ਉਹਨੇ ਮੈਨੂੰ ਕਿਹਾ ਯਾ ਆਫ ਕੋਰਸ ਵਾਈ ਨਾਟ। ਉਹਨੇ ਕਿਹਾ, ਕਹਿੰਦਾ ਭਾਜੀ ਤੁਸੀਂ ਮੇਰੀ ਹੈਲਪ ਕੀਤੀ ਸੀ, ਤੁਸੀਂ ਮੈਨੂੰ ਮੈਂਟਰ ਕੀਤਾ ਸੀਗਾ, ਹੁਣ ਮੈਂ ਤੁਹਾਡੇ ਮੈਂਬਰਸ ਨੂੰ ਵੀ ਆ ਕੇ ਹੈਲਪ ਕਰੂੰਗਾ ਉਸੇ ਤਰੀਕੇ ਦੇ ਨਾਲ। ਮੈਂ ਉਹਨਾਂ ਨੂੰ ਸਿਖਾਊਂਗਾ, ਮੈਂਟਰ ਕਰੂੰਗਾ ਕਿ ਕਿਸ ਤਰੀਕੇ ਦੇ ਨਾਲ ਐਮਾਜ਼ਨ 'ਤੇ ਤੁਸੀਂ ਬਿਜ਼ਨਸ ਕਰ ਸਕਦੇ ਆ। ਅਸੀਂ ਚਾਈਨਾ ਕਰਦੇ ਹਾਂ, ਜੇ ਅਸੀਂ ਚਾਹੀਏ ਅਸੀਂ ਪੰਜਾਬੀ ਲੋਕ ਚਾਈਨਾ ਨੂੰ ਬੀਟ ਕਰ ਸਕਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਹੈਗੀ। ਆਹ ਚੀਜ਼ ਪੰਜਾਬ 'ਚ ਨਹੀਂ ਮਿਲਦੀ। ਆਫ ਕੋਰਸ ਇੱਥੇ 25 ਪਾਉਂਡ ਦੀ ਲਗਾਈ ਹੋਈ ਹੈ ਐਮਾਜ਼ਨ ਦੇ ਉੱਤੇ, ਤੁਹਾਨੂੰ ਕੀ ਲੱਗਦਾ ਕਿ ਪੰਜਾਬ 'ਚ ਕਿੰਨੇ ਦੀ ਮਿਲਦੀ ਹੋਏਗੀ? ਜਸਟ ਫਾਈਂਡ ਆਊਟ। ਸੋ ਮੈਂ ਹੋਰ ਦੱਸਦਾ, ਮੈਂ ਕੁਸ਼ਨ ਦੀ ਗੱਲ ਕਰਦਾ ਕਿ ਹੁਸ਼ਿਆਰਪੁਰ ਅਸੀਂ ਬਾਈਪਾਸ ਦੇ ਉੱਤੇ ਆਏ ਤਾਂ ਉੱਥੇ ਬੜੀਆਂ ਉਹਨਾਂ ਨੇ ਟੈਂਟ ਜਿਹਾ ਲਾ ਕੇ ਕੁਸ਼ਨ ਵੇਚ ਰਹੇ ਸੀਗੇ, ਇੰਨੇ ਕੁ ਸਸਤੇ ਕੁਸ਼ਨ ਐਂਡ ਬਿਊਟੀਫੁਲ। ਅਸੀਂ ਲੈ ਕੇ ਆਂਦੇ ਆਪਣੇ ਘਰ, ਲਿਆਓ ਜੀ, ਲਿਆਓ ਸਾਰੇ ਆਪਣੇ ਲਿਆਓ, ਭੈਣ ਲਈ ਲਿਆਓ, ਮਾਮਿਆਂ ਲਈ ਲਿਆਓ, ਚਾਚਿਆਂ ਤਾਇਆਂ ਦੇ ਲਈ ਲੈ ਆਓ, ਬਟ ਦੈਟਸ ਇਟ। ਐਂਡ ਅਸੀਂ ਸੋਚਿਆ ਨਹੀਂ ਉਸ ਟਾਈਮ ਦੇ ਉੱਤੇ, ਮੇਰੀ ਸਾਰੀ ਟ੍ਰੇਨਿੰਗ ਤੋਂ ਪਹਿਲਾਂ ਦੀ ਗੱਲ ਹੈ, ਪ੍ਰੀ ਕੋਵਿਡ ਦੀ ਗੱਲ ਹੈਗੀ ਆ, ਕੋਵਿਡ ਤੋਂ ਪਹਿਲਾਂ ਦੀ ਗੱਲ ਆ। ਮੈਂ ਹੁਣ ਸੋਚਦਾ ਕਿ ਮੈਨੂੰ ਉਸੇ ਵੇਲੇ ਉਸ ਬੰਦੇ ਨਾਲ ਗੱਲ ਕਰਨੀ ਚਾਹੀਦੀ, ਭਰਾ ਮੈਂ ਚੱਲ ਮੇਰੇ ਨਾਲ ਸੌਦਾ ਮਾਰ, ਮੈਨੂੰ ਆਹ ਕੁਆਲਿਟੀ ਚਾਹੀਦੀ ਹੈ, ਬਾਅਦ 'ਚ ਕੁਆਲਿਟੀ ਕੰਪਰੋਮਾਈਜ਼ ਨਾ ਹੋਵੇ, ਮੈਂ ਤੇਰੇ ਕੋਲੋਂ ਜ਼ਿਆਦਾ ਖਰੀਦਿਆ ਕਰੂੰਗਾ, ਮੈਨੂੰ ਦੱਸ ਕੀ ਰੇਟ ਦੇਂਗਾ। ਯੂ ਬਾਈ ਦੈਮ ਫॉर ਪੈਨੀਜ਼ ਐਂਡ ਯੂ ਸੈਲ ਦੈਮ ਫॉर ਪਾਊਂਡਸ, ਯੂ ਮੇਕ ਮਨੀ। ਸ਼ਰਟ ਹੋ ਗਈ, ਆ ਕੁੱਜੇ ਹੋ ਗਏ, ਆ ਦਾਣਿਆਂ ਦੇ ਭਾਅ ਲੈਂਦੇ ਹੁੰਦੇ ਸੀ, ਯਾਦ ਹੈ ਤੁਹਾਨੂੰ? ਸੋ ਕਿਹਦੇ ਲਈ ਇਹ, ਕੌਣ ਇਹ ਕੰਮ ਕਰ ਸਕਦਾ? ਸਟੂਡੈਂਟ ਕਰ ਸਕਦੇ ਆ, ਬਿਜ਼ਨਸ ਪੀਪਲ ਵੀ ਕਰ ਸਕਦੇ। ਜੇ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ ਆਲਰੇਡੀ ਤਾਂ ਵੀ ਕਰ ਸਕਦੇ ਹੋ, ਤੁਸੀਂ ਸ਼ਾਪ ਆਲਰੇਡੀ ਰਨ ਕਰ ਸਕਦੇ ਹੋ, ਤੁਸੀਂ ਸਿੱਧਾ ਮੰਗਵਾ ਸਕਦੇ ਹੋ, ਇਹਨੂੰ ਆਨਲਾਈਨ ਰਨ ਕਰ ਸਕਦੇ ਹੋ। ਜੇ ਤੁਹਾਡੇ ਸ਼ਾਪ ਦੇ ਵਿੱਚ ਆਲਰੇਡੀ ਆ ਚੀਜ਼ਾਂ ਪਈਆਂ, ਪੁੱਟ them online, open a shop, Amazon shop. Why are you only depending on your shop on Broadway? Online, Amazon, housewives, ਔਰਤਾਂ ਘਰ ਬੈਠੀਆਂ ਇਹ ਕੰਮ ਕਰ ਸਕਦੀਆਂ, ਕਿਸੇ ਪਾਸੇ ਬਾਹਰ ਦੌੜਨ ਭੱਜਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਆਰਡਰ ਆਟੋਮੈਟਿਕਲੀ ਆਉਣੇ, ਆਰਡਰ ਆ ਗਿਆ, ਤੁਸੀਂ ਪੈਕ ਕਰਕੇ ਗੈਰੇਜ ਵਿੱਚ ਰੱਖਿਆ ਹੋਇਆ, ਪੈਕ ਕਰਕੇ ਭੇਜ ਦਿਓ ਅਤੇ ਪੈਸਾ ਕਮਾਓ। ਔਰ ਇਹ ਜਿਹੜੀ ਹੈਗੀ ਆ, ਇਹਦੇ ਲਈ ਅਸੀਂ ਐਡਵਾਂਸ ਐਮਾਜ਼ਨ ਕੋਰਸ ਜਿਹੜਾ ਕਰ ਰਹੇ ਹਾਂ, ਬਹੁਤ ਛੇਤੀ ਇਹ ਕੋਰਸ ਆਉਣਾ, ਸੋ ਤੁਸੀਂ ਰੈਡੀ ਹੋ ਜਾਣਾ ਜੇ ਤੁਸੀਂ ਕਰਨਾ ਚਾਹੁੰਦੇ ਹੋ। ਇਟਸ ਬਿਗ ਥਿੰਗ ਐਂਡ ਯੂ ਵਿਲ ਇੰਜੋਏ ਇਟ ਐਂਡ ਮੇਕ ਮਨੀ। ਦੂਸਰਾ ਬਿਜ਼ਨਸ ਆਈਡੀਆ ਹੈਗਾ ਫੋਟੋਗ੍ਰਾਫੀ ਦਾ। ਨਾਓ ਹਰ ਇੱਕ ਬੰਦੇ ਨੂੰ ਫੋਟੋ ਖਿੱਚਣ ਦਾ ਸ਼ੌਕ ਹੈ, ਮੈਨੂੰ ਪਤਾ, ਐਵਰੀ ਪਰਸਨ, ਬਟ ਸਮ ਪੀਪਲ ਆਰ ਰੀਲੀ ਗੁੱਡ ਐਟ ਥੀਸ ਥਿੰਗਸ। ਈਵਨ ਫੋਨ ਯੂਜ਼ ਕਰਕੇ ਵੀ ਬਹੁਤ ਸੋਹਣਾ ਕਰ ਲੈਂਦੇ ਆ। ਦੈਨ ਵਾਈ ਨਾਟ ਬਿਕਮ ਅ ਫੋਟੋਗ੍ਰਾਫਰ? ਲੈਟ ਮੀ ਗਿਵ ਯੂ ਐਗਜ਼ਾਮਪਲ। ਮੈਂ ਬਹੁਤਾ ਜ਼ਿਆਦਾ ਤੁਹਾਨੂੰ ਕਰਨ ਨੂੰ ਨਹੀਂ ਕਹਿ ਰਿਹਾ ਕਿ ਮੰਨ ਲਓ ਕਿ ਟੋਟਲ ਵੀਕਐਂਡ ਇੱਕ ਸਾਲ ਦੇ ਵਿੱਚ 52 ਹੁੰਦੇ ਆ, ਰਾਈਟ? ਇਹਦਾ ਮਤਲਬ ਕਿ ਫਰਾਈਡੇ ਸੈਟਰਡੇ ਸੰਡੇ ਕਰਕੇ 156 ਡੇਜ਼ ਹੋ ਜਾਂਦੇ ਆ ਕੰਮ ਕਰਨੇ ਵਾਲੇ, ਔਰ ਸਾਰਾ ਹਫਤਾ ਕੰਮ ਕਰਨ ਦੀ ਲੋੜ ਨਹੀਂ। ਜਿਹੜੇ ਲੋਕ ਸਾਰਾ ਹਫਤਾ ਕੰਮ ਨਹੀਂ ਕਰ ਸਕਦੇ ਉਹਨਾਂ ਦੇ ਲਈ ਦਿਸ ਇਜ਼ ਦ ਬੈਸਟ ਵਨ ਆਈ ਥਿੰਕ। ਜੇ ਤੁਸੀਂ ਸੈਕੰਡ ਕੈਮਰਾਮੈਨ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰਦੇ ਆ, ਤੁਸੀਂ ਤਕਰੀਬਨ 400 ਪਾਉਂਡ ਡੇਲੀ ਚਾਰਜ ਕਰ ਸਕਦੇ ਆ। ਇਨਫੈਕਟ ਮੋਰ ਵੀ, ਪਰ ਚਲੋ 400 ਪਾਉਂਡ ਲੈ ਕੇ ਚੱਲਦੇ ਕਿ 400 ਪਾਉਂਡ ਤੁਸੀਂ ਡੇਲੀ ਕਰ ਸਕਦੇ ਐਜ਼ ਅ ਸੈਕੰਡ ਕੈਮਰਾਮੈਨ। ਇਹ ਤੁਹਾਡਾ ਆਪਣਾ ਬਿਜ਼ਨਸ ਨਹੀਂ ਹੈਗਾ, ਇਸ ਕਰਕੇ ਤੁਸੀਂ ਨਾ ਮਾਰਕੀਟਿੰਗ ਕਰਨੀ ਹੈ, ਨਾ ਤੁਸੀਂ ਕਿਸੇ ਨੂੰ ਜਾ ਕੇ ਡੀਲਾਂ ਕਰਨੀਆਂ, ਨਾ ਤੁਸੀਂ ਕਿਸੇ ਨੂੰ ਜਾ ਕੇ ਵੇਚਣਾ, ਸੇਲ ਕਰਨੀ, ਨਾ। ਤੁਸੀਂ ਸਿਰਫ ਆਪਣੇ ਆਪ ਨੂੰ 2-4 ਫੋਟੋਗ੍ਰਾਫਰਾਂ ਦੇ ਨਾਲ ਜੋੜ ਲੈਣਾ। ਭਾਈ ਮੈਂ ਫੋਟੋਆਂ ਖਿੱਚਦਾ, ਮੈਂ ਸੈਕੰਡ ਕੈਮਰਾਮੈਨ ਦੇ ਤੌਰ ਤੇ ਆ ਸਕਦਾ, ਇਹ ਮੇਰਾ ਰੇਟ ਆ, ਐਂਡ ਦੇ ਪੇ ਯੂ 400 ਪਾਉਂਡ ਅ ਡੇ। ਵਾਈ ਨਾਟ ਡੂ ਇਟ? ਯੂ ਮੇਕ ਗੁੱਡ ਮਨੀ। ਕਰ ਕੌਣ ਸਕਦਾ? ਸਟੂਡੈਂਟ ਸਾਰੇ ਹੀ ਕਰ ਸਕਦੇ ਆ। ਸਟੂਡੈਂਟ ਕਿਉਂ ਨਹੀਂ ਕਰਦੇ? ਆਈ ਡੋਂਟ ਅੰਡਰਸਟੈਂਡ। ਸਟੂਡੈਂਟ 6-6 ਪਾਉਂਡ ਘੰਟੇ ਦੇ ਉੱਤੇ ਆਪਣੇ ਹੱਡ ਤੋੜਾਉਂਦੇ ਆ, ਇਹੋ ਜਿਹਾ ਕੰਮ ਕਿਉਂ ਨਹੀਂ ਕਰਦੇ? ਜੇ ਤੁਹਾਨੂੰ ਕੋਈ ਜਾਣਦਾ ਸਟੂਡੈਂਟ, ਟੈਲ ਦਮ ਐਨੀਬਡੀ ਕੈਨ ਡੂ ਇਟ। ਔਰ ਖਾਸ ਕਰਕੇ ਹਾਊਸ ਵਾਈਫਸ ਦੀ ਮੈਂ ਗੱਲ ਕਰਨਾ ਚਾਹੁੰਦਾ। ਸਾਡੇ ਜਿਹੜੇ ਮੁਸਲਿਮ ਕਮਿਊਨਿਟੀ ਹੈਗੇ ਆ, ਭੈਣ ਭਰਾ ਹੈਗੇ ਆ, ਉਹਨਾਂ ਦੀਆਂ ਇਵੈਂਟਸ ਹੁੰਦੀਆਂ ਜਿੱਦਾਂ ਕਿ ਮਹਿੰਦੀ ਹੋ ਗਈ। ਇਨਫੈਕਟ ਵੈਡਿੰਗ ਟਾਈਮ 'ਤੇ ਵੀ ਇੱਦਾਂ ਹੋ ਜਾਂਦੀ ਕਈ ਵਾਰੀ। ਜਿਹੜੀਆਂ ਕੁੜੀਆਂ ਦੀ ਮਹਿੰਦੀ ਆ ਉਹ 'ਚ ਸਿਰਫ ਉਹ ਚਾਹੁੰਦੇ ਕਿ ਫੀਮੇਲ ਹੀ ਸਾਰੇ ਸਪਲਾਇਰ ਹੋਣ, ਫੀਮੇਲ ਫੋਟੋਗ੍ਰਾਫਰ, ਫੀਮੇਲ ਵੀਡੀਓਗ੍ਰਾਫਰ, ਫੀਮੇਲ DJ,
ਐਵਰੀਥਿੰਗ ਫੀਮੇਲ। ਤੇ ਜੇ ਤੁਸੀਂ ਫੀਮੇਲ ਹੋ ਔਰ ਤੁਸੀਂ ਆਪਣੇ ਆਪ ਨੂੰ ਐਕਸਪਰਟ ਕਰ ਰਹੇ ਹੋ, ਜਸਟ ਇਮੇਜਿਨ ਕਿ ਤੁਹਾਨੂੰ ਕਿੰਨਾ ਕੰਮ ਮਿਲ ਸਕਦਾ, ਕਿੰਨੀਆਂ ਮੁਸਲਿਮ ਇਵੈਂਟਸ ਹੁੰਦੀਆਂ। ਐਂਡ ਇਹ ਜਿਹੜਾ ਹੈਗਾ ਕੋਰਸ ਆ, ਇਹ ਬਹੁਤ ਸੌਖਾ ਕੋਰਸ ਆ, ਇਹ 2 ਜਾਂ 3 ਦਿਨ ਸਾਰੇ ਲੱਗਦੇ ਹੁੰਦੇ ਆ। ਤੇ ਜੇ ਜਿਹੜਾ ਕੋਰਸ ਇਹ ਅੱਗੇ ਆਉਣਾ ਵੀ ਤੁਸੀਂ ਸਿੱਖ ਸਕੋਗੇ ਸਾਡੇ ਕੋਲ ਵੀ, ਤੁਸੀਂ ਇਨਕੁਆਇਰੀ ਕਰ ਲੈਣਾ। ਜਿਸ ਵੇਲੇ ਸਾਡੇ ਕੁਝ ਨੰਬਰ ਆਫ ਪੀਪਲ ਦੀ ਇਨਕੁਆਇਰੀ ਰੈਡੀ ਹੋਗੀ ਤਾਂ ਫਿਰ ਆਪਾਂ ਜਿਹੜਾ ਕੋਰਸ ਹੈਗਾ ਤੁਹਾਨੂੰ ਕਰਵਾ ਦੇਣਾ, ਠੀਕ ਹੈ। ਜੇ ਤੁਹਾਡੇ ਦੋਸਤ ਮਿੱਤਰ ਵੀ ਹੋਣ ਤਾਂ ਤੁਸੀਂ ਗੱਲ ਕਰਕੇ ਦੱਸ ਸਕਦੇ ਹੋ ਕਿ ਅਸੀਂ ਕੋਰਸ ਕਰਨਾ ਚਾਹੁੰਦੇ, ਫਿਰ ਅਸੀਂ ਪਲਾਨ ਕਰਕੇ ਉਹਨੂੰ ਲਾਂਚ ਕਰ ਦਾਂਗੇ, ਕਿਉਂਕਿ ਕੋਰਸ ਜਿਹੜਾ ਹੈਗਾ ਉਹ ਰੈਡੀ ਪਿਆ, ਪਰ ਮੈਂ ਹਾਲੇ ਉਹਨੂੰ ਜ਼ਿਆਦਾ ਪੁਸ਼ ਨਹੀਂ ਕਰ ਰਿਹਾ। ਓਕੇ, ਹਿਆ another online business, ਇਹ ਹੈਗਾ ਆ online printed items। now you know ਟੀ-ਸ਼ਰਟ ਹੋ ਗਈਆਂ, ਮਗਜ਼, ਹੁਡੀਜ਼, ਤੇ ਉਹ ਤੋਂ ਬਾਅਦ ਉਹ ਬੋਟਲਸ ਹੋ ਗਈਆਂ। ਆਈ ਮੀਨ ਰੇਂਜ ਇਜ਼ ਅਨਲਿਮਿਟਿਡ। ਉਹ ਲੈਗਿੰਗ ਵੈਗਿੰਗਸ ਉਹ ਕੀ ਹੁੰਦੀਆਂ ਜਿਹੜੀਆਂ ਯੋਗਾ ਪੈਂਟਸ ਵਗੈਰਾ ਹੁੰਦੀਆਂ, ਸਾਰਾ ਕੁਝ। ਇਹ ਵੀ ਬਹੁਤ ਬਿਜ਼ਨਸ ਵਧੀਆ ਆ, ਕਿਉਂਕਿ ਤੁਹਾਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਜੇ ਤੁਹਾਨੂੰ ਮਾੜੀ ਮੋਟੀ ਗ੍ਰਾਫਿਕਸ ਡਿਜ਼ਾਈਨ ਕਰਨੇ ਆਉਂਦੇ ਆ ਨਾ, ਤਾਂ ਤੁਸੀਂ ਡਿਜ਼ਾਈਨ ਕਰ ਸਕਦੇ। ਆ ਬੈਠੇ ਬੈਠੇ ਮੈਂ ਇੱਕ ਦਿਨ ਚਾਹ ਪੀਂਦੇ ਨੂੰ ਦੇ ਵੈਸੇ ਮਨ ਵਿੱਚ ਆਇਆ, ਮੈਂ ਗਾਣਾ ਸੁਣ ਰਿਹਾ ਸੀਗਾ, ਗਾਣਾ ਸੁਣਦੇ ਸੁਣਦੇ ਮੈਂ ਉਹਨੂੰ ਛਾਪਤਾ, ਐਂਡ that looks good। ਇਹ ਜਿਹੜੀ ਚੀਜ਼ ਆ, ਇਹ ਟੀ-ਸ਼ਰਟ ਮੈਂ ਬਾਹਰ ਵੇਚਾਂ 25-26 ਪਾਉਂਡ ਦੀ ਵਿਕੇਗੀ, ਔਰ ਮੈਨੂੰ ਲੱਗਦਾ ਕਿ ਸ਼ਾਇਦ 5 ਜਾਂ 6 ਪਾਉਂਡ ਦੀ ਕੋਸਟ ਕਰੇਗੀ। ਇਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਕੋਰਸ ਕਰਾਂਗੇ। ਇਟਸ ਸੋ ਸਿੰਪਲ। ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਕੋਰਸ ਦੀ ਹੀ ਲੋੜ ਹੈਗੀ ਆ, ਤੁਸੀਂ ਜਾ ਕੇ ਕਦੇ ਵੀ ਸ਼ੁਰੂ ਕਰ ਸਕਦੇ ਆ। ਜੇ ਤੁਸੀਂ ਸਾਰਾ ਕੁਝ ਰਿਸਰਚ ਕਰ ਸਕਦੇ ਹੋ, ਕਿੱਥੇ ਕੀ ਕਰਨਾ, ਕਿੱਥੋਂ ਕਿੱਦਾਂ ਕਰਨਾ, ਟੀ-ਸ਼ਰਟ ਕਿੱਥੋਂ ਆਣੀ ਆ, ਪ੍ਰਿੰਟ ਕਿਹਨੇ ਕਰਨਾ, ਵੇਚਣੀ ਕਿੱਦਾਂ, ਐਮਾਜ਼ਨ ਸੈੱਟ ਕਿੱਦਾਂ ਕਰਨਾ, ਗੋ ਅਹੈਡ। ਜੇ ਨਹੀਂ ਆ, ਟੋਕ ਟੂ ਮੀ। ਇਹ ਜਿਹੜਾ ਬਿਜ਼ਨਸ ਹੈ ਇਹ ਵੀ ਕੋਈ ਵੀ ਕਰ ਸਕਦਾ, ਜਿਹੜਾ ਬੰਦੇ ਕੋਲ ਵੀ ਟਾਈਮ ਹੈਗਾ ਨਾ, ਜਿਹੜਾ ਬੰਦੇ ਵੀ ਘਰ ਬੈਠ ਸਕਦਾ, ਜਿਹੜਾ ਬੰਦਾ ਵੀ ਆ ਸੋਸ਼ਲ ਮੀਡੀਆ ਐਡਿਕਟ, ਤੁਸੀਂ ਇੰਨਾ ਟਾਈਮ ਗੁਜ਼ਾਰਦੇ ਹੋ ਸੋਸ਼ਲ ਮੀਡੀਆ ਦੇ ਉੱਤੇ, ਯੂਜ਼ ਦੈਟ ਟਾਈਮ ਫॉर ਦਿਸ, ਹੋਰ ਬਿਜ਼ਨਸ ਆਈਡੀਆਜ਼ ਕਿਹੜੇ ਹੈਗੇ ਆ? ਅਸਿਸਟਿਡ ਸੇਲਸ ਐਂਡ ਸੋਰਸਿੰਗ। ਨਾਓ ਦਿਸ ਵਨ, ਇਹਦੇ 'ਚ ਕੀ ਹੈਗਾ ਕਿ ਤੁਹਾਨੂੰ ਪਤਾ ਕਿ ਜਿਹੜੀ ਪ੍ਰੋਪਰਟੀ ਮਾਰਕੀਟ ਆ, ਉਹਦੇ ਵਿੱਚ ਜਿਹੜੇ ਕੋਈ ਬੰਦਾ ਪ੍ਰੋਪਰਟੀ ਵੇਚਣਾ ਚਾਹੁੰਦਾ, ਉਹ ਛੇਤੀ ਵੇਚਣਾ ਚਾਹੁੰਦਾ, ਪਰ ਅਕਸਰ ਵਿਕਦੀ ਨਹੀਂ, ਬੜੀ ਮੁਸ਼ਕਿਲ ਹੁੰਦੀ ਆ। ਲਾਤੀ ਪ੍ਰੋਪਰਟੀ, ਉਹ ਤੋਂ ਬਾਅਦ ਫਿਰ ਉਤਰ ਗਈ, ਫਿਰ ਲਾਤੀ, ਫਿਰ ਉਤਰ ਗਈ, ਬਿਕਾਜ਼ ਸਿੰਪਲੀ ਦੇ ਆਰ ਨਾਟ ਫਾਈਂਡਿੰਗ the people, ਬਾਹਰ ਨਹੀਂ ਲੱਭਦੇ। ਸੋ ਜੇ ਤੁਸੀਂ ਘੁੰਮਦੇ ਫਿਰਦੇ ਹੋ, ਜੇ ਤੁਸੀਂ ਇੱਧਰ ਉੱਧਰ ਜਾਂਦੇ ਹੋ, ਚਾਹੇ ਤੁਸੀਂ ਡਿਲੀਵਰੀਆਂ ਕਰਦੇ ਹੋ, ਚਾਹੇ ਤੁਸੀਂ ਸਟੂਡੈਂਟ ਹੋ, ਚਾਹੇ ਤੁਸੀਂ ਐਨੀਥਿੰਗ, ਦੈਨ ਯੂ ਕੈਨ ਡੂ ਦਿਸ ਬਿਜ਼ਨਸ। ਸਿਰਫ ਸੇਲ ਜਿਹੜੀ ਆ ਸੋਰਸ ਕਰਨੀ ਹੈ, ਮੀਨਸ ਪ੍ਰੋਪਰਟੀ ਸੋਰਸ ਕਰਨੀ ਹੈ। ਤੁਸੀਂ ਕਿਸੇ ਇੱਕ ਅੱਧੇ ਬਿਜ਼ਨਸ ਦੇ ਨਾਲ, ਕਿਸੇ ਇੱਕ ਅੱਧੇ ਸਟੇਟ ਏਜੰਟ ਦੇ ਨਾਲ ਗੱਲ ਕਰਕੇ ਰੱਖਣੀ ਹੈ ਕਿ ਭਾਈ ਜੇ ਮੈਂ ਤੁਹਾਨੂੰ ਕੋਈ ਸੋਰਸ ਕਰੂੰਗਾ ਤਾਂ ਤੁਸੀਂ ਮੈਨੂੰ ਕੀ ਦਿਓਗੇ, ਜੇ ਮੈਂ ਪ੍ਰੋਪਰਟੀ ਤੁਹਾਨੂੰ ਸੋਰਸ ਕਰਦਾ ਤੁਸੀਂ ਮੈਨੂੰ ਕੀ ਦਿਓਗੇ। ਇਨਫੈਕਟ ਮੈਂ ਕਹਾਂਗਾ ਕਿ ਪ੍ਰੋਪਰ ਕੋਰਸ ਹੈਗਾ, ਇਹਦੇ ਬਾਰੇ ਮੈਂ ਡੀਟੇਲ ਵਿੱਚ ਬਾਅਦ 'ਚ ਗੱਲ ਕਰਾਂਗਾ। ਬਟ ਯੂ ਕੈਨ ਮੇਕ ਲੋਟ ਆਫ ਮਨੀ, ਨਾਟ ਜਸਟ £3,000 per deal, much more than that. So we will talk about it later in the course. Here you go. Another one, virtual assistant। ਨੇ ਮੈਨੂੰ ਦੱਸੋ ਕਿ ਜਿਹੜਾ ਵਰਚੁਅਲ ਅਸਿਸਟੈਂਟ ਆ, ਉਹਦੀ ਕਿਹਨੂੰ ਨਹੀਂ ਲੋੜ? ਅੱਜ ਹਰ ਇੱਕ ਬਿਜ਼ਨਸ ਪੈਸਾ ਬਚਾਉਣ ਦੀ ਕੋਸ਼ਿਸ਼ ਕਰਦਾ, ਹਰ ਇੱਕ ਬਿਜ਼ਨਸ ਚਾਹੁੰਦਾ ਕਿ ਮੇਰਾ ਘੱਟ ਖਰਚਾ ਹੋਵੇ, ਰਾਈਟ। ਜੇ ਤੁਸੀਂ ਘੱਟ ਖਰਚਾ ਕਰਨਾ ਚਾਹੁੰਦੇ ਆ, ਦੈਨ ਯੂ ਆਰ ਲੁਕਿੰਗ ਫॉर ਅ ਚੀਪ ਪਰਸਨ, ਜਿਹੜਾ ਕਿ ਮੈਂ ਸਟਾਫ ਮੈਂ ਆਪਣੇ ਆਫਿਸ ਨਾ ਬਿਠਾਉਣਾ ਪਵੇ, ਉਹਨੂੰ ਮੈਂ 18-20 ਹਜ਼ਾਰ ਸਾਲ ਦੇ ਨਾ ਦੇਣੇ ਪੈਣ, ਜਦ ਕਿ ਮੈਂ ਜੇ ਮੇਰਾ ਚੱਲਦਾ ਹੋਵੇ 500 ਪਾਉਂਡ ਮਹੀਨੇ ਦੇ ਕੇ ਗੱਲ ਬਣ ਜੇ। ਇਮੈਜਿਨ, ਵਰਕ ਆਊਟ ਥੀਸ ਫਿਗਰਸ, ਟੇਕ ਅ ਪਿਕਚਰ ਐਂਡ ਵਰਕ ਆਊਟ ਥੀਸ ਫਿਗਰਸ ਐਂਡ ਸੀ ਹਾਊ ਮਚ ਮਨੀ ਇਜ਼ ਅਵੇਲੇਬਲ ਦੇਅਰ। ਔਰ ਕੀ ਹੈਗਾ, ਇਹ ਤੁਹਾਨੂੰ ਆਪ ਕਰਨ ਦੀ ਲੋੜ ਨਹੀਂ। ਤੁਸੀਂ ਤਾਂ ਆਹ ਚੀਜ਼ ਜਿਹੜੀ ਆ, ਜੇ ਤੁਹਾਡੇ ਕੰਟੈਕਟਸ ਹੈ ਬਿਜ਼ਨਸ ਦੇ ਨਾਲ, ਤੁਸੀਂ ਇਹ ਚੀਜ਼ ਸੈਟਅਪ ਕਰ ਸਕਦੇ ਆ। ਔਰ ਇਹ ਸੈਟਅਪ ਕਰਨ ਦੇ ਲਈ ਇਟਸ ਸੋ ਚੀਪ ਐਂਡ ਸੋ ਈਜ਼ੀ। ਔਰ ਜਿਹੜੀ ਸੈਟਅਪ ਆ, ਜੇ ਤੁਹਾਨੂੰ ਲੋੜ ਪਈ ਮੈਨੂੰ ਦੱਸਣਾ, I will sort out the setup for you. Okay, where's the money? This is the most important one because I know everybody is waiting to hear this. ਕਿ ਆ ਜਿਹੜਾ ਪੋਰਸ਼ਨ ਆ ਵੈਬਿਨਾਰ ਦਾ। Okay, let's start. First of all is business loan. ਦੇਖੋ, ਪੈਸਾ ਜਿਹੜਾ ਹੁੰਦਾ ਉਹ ਕਈ ਤਰੀਕੇ ਨਾਲ ਤੁਸੀਂ ਲੈ ਕੇ ਆ ਸਕਦੇ ਬਿਜ਼ਨਸ ਦੇ ਲਈ, ਪਰ ਜਿਹੜਾ ਬਿਜ਼ਨਸ ਲੋਨ ਆ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਸਟਾਰਟਅਪ ਬਿਜ਼ਨਸ ਲੋਨ ਜਿਹੜਾ ਹੈਗਾ ਜੇ ਮਿਲਦਾ ਆ ਤਾਂ ਉਹਨੂੰ ਲੈਣ ਤੋਂ ਆਪਾਂ ਕਾਹਤੇ ਇਨਕਾਰ ਕਰੀਏ, ਉਹਨੂੰ ਲੈਣ ਤੋਂ ਆਪਾਂ ਝਿਜਕੀਏ ਕਿਉਂ? ਕਰੈਕਟ। ਸੋ ਹਾਊ ਡਜ਼ ਇਟ ਵਰਕ? ਫਸਟ ਆਫ ਆਲ, ਪਰ ਪਰਸਨ ਇਹ ਲੋਨ ਮਿਲਦਾ, ਪਰ ਡਾਇਰੈਕਟਰ ਦੇ ਹਿਸਾਬ ਨਾਲ ਲੋਨ ਮਿਲਦਾ ਹੈ, ਔਰ ਪਰ ਡਾਇਰੈਕਟਰ ਜਿਹੜਾ ਹੈ ਉਹ ਮੈਕਸਿਮਮ £25,000 ਚਾਰਜ ਲੈ ਸਕਦੇ ਆ। ਔਰ ਠੀਕ ਹੈ, ਇਹ ਲੋਨ ਅਪਲਾਈ ਕਰਨ ਦੇ ਲਈ ਤੁਹਾਨੂੰ ਬਿਜ਼ਨਸ ਪਲਾਨ ਹੋਣਾ ਚਾਹੀਦਾ, ਤੁਹਾਡਾ ਜਿਹੜਾ ਕੈਸ਼ ਫਲੋ ਪ੍ਰੋਜੈਕਸ਼ਨਸ ਹੈਗੀਆਂ ਕਿ ਖਰਚਾ ਕਿੰਨਾ, ਇਨਕਮ ਕਿੰਨੀ, ਪ੍ਰੋਫਿਟ ਕਿੰਨਾ, ਨੁਕਸਾਨ ਕਿੰਨਾ, ਇਹ ਸਾਰਾ ਕੁਝ, ਕਿੰਨੇ ਮਹੀਨੇ ਤੱਕ ਨੁਕਸਾਨ ਹੋਣਾ, ਉਸ ਤੋਂ ਬਾਅਦ ਕਦੋਂ ਤੁਹਾਡਾ ਪ੍ਰੋਫਿਟ ਸ਼ੁਰੂ ਹੋਣਾ, ਇਹ ਸਾਰੀ ਚੀਜ਼ਾਂ ਬਣਾਉਣੀਆਂ ਪੈਂਦੀਆਂ। 3 ਸਾਲ ਦਾ ਪਲਾਨ ਕਰਨਾ ਪੈਂਦਾ, ਬਟ ਦੈਟ ਇਜ਼ ਓਕੇ, ਵੀ ਕੈਨ ਡੂ ਦੈਟ ਫॉर ਯੂ, ਅਸੀਂ ਕਰ ਸਕਦੇ ਹਾਂ। ਪਰ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਤੁਸੀਂ ਸੈਟਅਪ ਕਰਕੇ ਜਿਸ ਤਰ੍ਹਾਂ ਦਾ ਵੀ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਆ, ਹਰ ਇੱਕ ਸਟਾਰਟਅਪ ਬਿਜ਼ਨਸ ਦੇ ਲਈ ਇਹ ਲੋਨ ਜਿਹੜਾ ਹੈ ਇਹ ਅਪਲਾਈ ਕੀਤਾ ਜਾ ਸਕਦਾ। ਜੇ ਤੁਸੀਂ ਤੁਹਾਨੂੰ ਸਾਲ ਹੋ ਵੀ ਗਿਆ ਚੱਲਦੇ ਨੂੰ ਤਾਂ ਵੀ ਕੋਈ ਨਹੀਂ ਹੈਗੀ, ਅਸੀਂ ਗੱਲ ਕਰਕੇ ਦੇਖ ਸਕਦੇ ਹਾਂ ਕਿ ਉਹ ਸਾਲ ਦਾ ਤੁਸੀਂ ਕੀ ਕੁਛ ਕੀਤਾ ਹੋਇਆ ਅਤੇ ਤੁਹਾਨੂੰ ਕਿੰਨਾ ਪੈਸਾ ਮਿਲ ਸਕਦਾ। ਠੀਕ ਹੈ, ਅਤੇ ਡਾਇਰੈਕਟਰ ਐਪਲੀਕੈਂਟ ਹੈ, ਜੇ ਤੁਹਾਡੇ ਇੱਕ ਬਿਜ਼ਨਸ ਦੇ ਵਿੱਚ 4 ਬੰਦੇ ਜੁੜ ਜਾਂਦੇ ਆ ਡਾਇਰੈਕਟਰ ਬਣ ਕੇ, ਚਾਰੇ ਹੀ ਡਾਇਰੈਕਟਰ ਅਲੱਗ-ਅਲੱਗ ਜਿਹੜਾ ਹੈਗਾ ਲੋਨ ਅਪਲਾਈ ਕਰ ਸਕਦੇ। ਮੀਨਸ ਯੂ ਕੈਨ ਅਪਲਾਈ ਫॉर ਅਪ ਟੂ 1 ਲੱਖ ਪਾਉਂਡ। ਅਤੇ ਜਿਹੜਾ ਇਹਦਾ ਫਿਕਸਡ ਰੇਟ ਆ, ਇੰਟਰਸਟ ਰੇਟ ਆ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਉਹ 6% ਆ ਪਰ ਐਨਮ। ਦੈਟਸ ਇਟ, ਦੈਟ ਇਜ਼ 올। ਸੋ ਇਹਦੇ ਲਈ ਤੁਸੀਂ ਕਰਨਾ ਚਾਹੋ, ਐਂਡ ਐਜ਼ ਅ ਸੈਡ, ਡੋਂਟ ਸਟਾਰਟ ਐਮਪਟੀ ਟੈਂਕ, ਥਿੰਕ ਅਬਾਊਟ ਦਿਸ। ਜੇ ਤੁਹਾਡਾ ਹੈਗਾ, ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਟਾਕ ਟੂ ਮੀ, ਵੀ ਵਿਲ ਗੋ ਥਰੂ ਦਿਸ ਹੋਲ ਥਿੰਗ।
ਔਰ ਜਿਹੜਾ ਹੈਗਾ ਇਹਦੀ ਰਿਟਰਨ ਜਿਹੜੀ ਹੁੰਦੀ ਹੈ ਰੀਪੇਮੈਂਟ ਹੁੰਦੀ ਹੈ ਤਕਰੀਬਨ ਤੁਸੀਂ 1 ਜਾਂ 5 ਸਾਲ ਤੱਕ ਤੁਸੀਂ ਕਰ ਸਕਦੇ ਹੋ। ਸੋ ਤੁਸੀਂ ਉਹ ਮੰਥਲੀ ਕਰੀ ਜਾਣਾ। ਔਰ ਇਹ ਅਨਸਿਕਿਉਰਡ ਹੈ ਬਾਈ ਦ ਵੇ, ਤੁਹਾਨੂੰ ਸਿਕਿਉਰ ਜਾਣੀ ਕਿ ਤੁਹਾਡੇ ਉੱਤੇ ਸਿਕਿਉਰ ਨਹੀਂ ਹੈਗਾ, ਤੁਹਾਨੂੰ ਕੋਈ ਗਾਰੰਟੀ ਦੇਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਕੁਝ ਸ਼ੋਅ ਕਰਨ ਦੀ ਲੋੜ ਨਹੀਂ ਹੈਗੀ। ਇਹ ਵੀ ਬਹੁਤ ਜ਼ਰੂਰੀ ਹੈ ਉਹ ਜਿਹੜਾ ਉਸ ਲੋਨ ਦੇ ਬਾਰੇ ਦੇ ਵਿੱਚ। ਨਾ ਦਿਸ ਵਨ ਇਜ਼ ਅ ਬਿਜ਼ਨਸ ਇਨਵੈਸਟਮੈਂਟ ਸਕੀਮ। ਨਾ ਆਹ ਜਿਹੜੀ ਸਕੀਮ ਹੈ ਨਾ ਅਸਲ ਦੇ ਵਿੱਚ ਇਹ 1996 ਵਿੱਚ ਗਵਰਨਮੈਂਟ ਨੇ ਲਾਂਚ ਕੀਤੀ ਸੀ, ਪਰ ਕਿਸੇ ਨੂੰ ਹਾਲੇ ਵੀ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈਗਾ। ਤੁਸੀਂ ਅਕਾਊਂਟੈਂਟ ਨਾਲ ਵੀ ਗੱਲ ਕਰੋਗੇ, ਉਹ ਬੋਲੇਗਾ ਹੈ ਕਿ I'm saying it, I'm sorry, I'm not being disrespectful to any accountant, but this is the reality। ਕਿਉਂ? ਕਿਉਂਕਿ ਉਹ ਆਪਣੇ ਕੰਮ 'ਚ ਬਿਜ਼ੀ ਹੈਗੇ, ਉਹਨਾਂ ਦਾ ਜਿਹੜਾ ਮੇਨ ਜਿਹੜਾ ਉਹਨਾਂ ਦਾ ਟਾਰਗੇਟ ਰਹਿੰਦਾ ਹੁੰਦਾ ਟੈਕਸ ਦੇ ਉੱਤੇ। ਸੋ ਆਹ ਜਿਹੜੀ ਚੀਜ਼ ਹੈਗੀ ਆ, ਇਟਸ ਨਾਟ ਅਬਾਊਟ ਟੈਕਸ। ਇਨਵੈਸਟਮੈਂਟ ਦੀ ਸਕੀਮ ਹੈਗੀ ਗਵਰਨਮੈਂਟ ਦੀ, ਯੂਜ਼ ਕਰ ਲਓ, ਐਂਡ ਆਈ ਨੋ ਹਾਊ ਇਟ ਵਰਕਸ ਐਂਡ ਆਈ ਕੈਨ ਟੈਲ ਯੂ ਹਾਊ ਇਟ ਵਰਕਸ। ਉਹ ਤੋਂ ਬਾਅਦ ਗੋ ਅਹੈਡ ਐਂਡ ਡੂ ਇਟ। ਜਾਓ ਕਰੋ, ਵੱਡਾ ਬਿਜ਼ਨਸ ਸ਼ੁਰੂ ਕਰੋ, ਛੋਟਾ ਕਿਉਂ ਕਰਨਾ? ਜੇ ਤੁਸੀਂ ਕੋਈ ਕੰਮ ਕਰਨਾ ਕਰਨਾ ਚਾਹੁੰਦੇ ਹੋ, ਤੁਸੀਂ ਉਹ 'ਤੇ 20-25 ਹਜ਼ਾਰ ਲਗਾਉਣ ਦੀ ਬਜਾਏ ਤੁਸੀਂ 2.5 ਲੱਖ ਲਗਾ ਕੇ ਕੰਮ ਕਰੋ। ਬਿਕਾਜ਼ ਇਸ ਸਕੀਮ ਦੇ ਹਿਸਾਬ ਦੇ ਨਾਲ ਜੇ ਤੁਸੀਂ 2.5 ਲੱਖ ਪਾਉਂਡ ਤੱਕ ਇਕੱਠਾ ਕਰਦੇ ਹੋ ਤਾਂ ਉਹਦਾ ਮੈਂ ਤੁਹਾਨੂੰ ਫਾਇਦਾ ਦੱਸਣ ਲੱਗਿਆ। ਇਹਦੇ ਵਿੱਚ ਮੈਂ ਐਗਜ਼ਾਮਪਲ ਦੇ ਰਿਹਾ 10,000 ਪਾਉਂਡ ਦੀ, ਪਰ ਇਹ ਲੱਖ ਪਾਉਂਡ ਦਾ ਵੀ, ਜਿੱਥੇ ਕੋਈ ਵੀ ਤੁਸੀਂ ਨੰਬਰ ਲੈ ਕੇ ਸ਼ੁਰੂ ਕਰ ਸਕਦੇ ਹੋ। ਜੇ ਤੁਸੀਂ ਕਿਸੇ ਇਨਵੈਸਟਰ ਤੋਂ 10,000 ਪਾਉਂਡ ਇਨਵੈਸਟ ਕਰਵਾਇਆ ਤਾਂ ਸਭ ਤੋਂ ਪਹਿਲੀ ਗੱਲ ਇਹ ਹੈਗੀ ਆ ਕਿ ਉਹਨੂੰ ਤਕਰੀਬਨ 4 ਮਹੀਨੇ ਦੇ ਅੰਦਰ ਜਿੰਨੀ ਵੀ ਜਾਣੀ ਉਹਨੇ ਇਨਵੈਸਟਮੈਂਟ ਕੀਤੀ ਹੈ, 10 ਕੀਤੀ ਹੋਵੇ, 20 ਕੀਤੀ ਹੋਵੇ, 30 ਕੀਤੀ ਹੋਵੇ, ਜੋ ਵੀ ਉਹਨੂੰ ਵਰਕਆਊਟ ਅਸੀਂ ਕਰੀ ਦਿੰਦਾ ਪਹਿਲਾਂ, ਉਹਦੇ ਟੈਕਸ ਦੇ ਹਿਸਾਬ ਦੇ ਨਾਲ ਨਾ ਉਹਨੂੰ ਉਹਦਾ 50% ਵਾਪਸ ਉਹ ਲੈ ਸਕਦਾ HMRC ਤੋਂ, ਤੁਹਾਡੇ ਕੋਲੋਂ ਨਹੀਂ। ਤੁਹਾਨੂੰ ਜਿਹੜਾ ਉਹਨੇ ਦੇਤਾ ਜਾਨੀ ਕਹਿਣ ਦਾ ਮਤਲਬ ਆ ਕਿ ਜੇ ਤੁਸੀਂ ਕੋਈ ਬਿਜ਼ਨਸ ਲੱਖ ਪਾਉਂਡ ਲਾ ਕੇ ਸ਼ੁਰੂ ਕੀਤਾ, ਉਹ ਜਿਹੜਾ ਲੱਖ ਪਾਉਂਡ ਤੁਸੀਂ ਲਾ ਲਿਆ ਉਹ ਤੁਹਾਡੇ ਅਕਾਊਂਟ ਦੇ ਵਿੱਚ ਆ, ਬਿਜ਼ਨਸ ਦੇ ਅਕਾਊਂਟ ਵਿੱਚ ਆ, ਪਰ ਉਹਦਾ ਜਿਹੜਾ 50,000 ਹੁਣ ਵਾਪਸ ਰਿਟਰਨ ਆਉਣੀ ਆ ਪਹਿਲੇ 4 ਮਹੀਨਿਆਂ ਦੇ ਵਿੱਚ ਜਾਂ 4 ਜਾਂ 5 ਮਹੀਨਿਆਂ ਦੇ ਵਿੱਚ ਜਿਹੜੀ ਰਿਟਰਨ ਆਉਣੀ ਆ, ਉਹ ਤੁਹਾਡੇ ਕੋਲ ਨਹੀਂ ਜਾਣੀ, ਤੁਹਾਡਾ ਲੱਖ ਤੁਹਾਡੇ ਅਕਾਊਂਟ ਦੇ ਵਿੱਚ ਆ। ਉਹ HMRC ਆਪਣੇ ਕੋਲੋਂ ਉਹਨਾਂ ਦੇ ਲਈ ਜਿਹੜਾ ਰੀਬੇਟ ਦੇ ਰਹੀ ਆ, ਚਾਹੇ ਉਹ ਟੈਕਸ ਵਿੱਚ ਕਟਵਾ ਲੈਣ, ਚਾਹੇ ਉਹ ਵਾਪਸ ਲੈ ਲੈਣ, ਸਭ ਟੂ ਦੈਮ, ਬਟ ਦੈਟ ਇਜ਼ ਹਾਊ ਇਟ ਇਜ਼। ਗਵਰਨਮੈਂਟ ਤੁਹਾਨੂੰ ਦੇ ਰਹੀ ਹੈ ਪੈਸਾ, ਟੈਕਸਮੈਨ ਤੁਹਾਨੂੰ ਪੈਸਾ ਦੇ ਰਿਹਾ ਤੁਹਾਡੇ ਇਨਵੈਸਟਰ ਨੂੰ, ਤੁਹਾਨੂੰ ਹੋਰ ਕੀ ਚਾਹੀਦਾ? ਸੋ ਜੇ ਇਹ ਤੋਂ ਉੱਪਰ ਕੀ ਹੁੰਦਾ ਕਿ ਜੇ ਕਿਸੇ ਨੇ ਹੁਣ 10,000 ਇਨਵੈਸਟ ਕੀਤਾ ਔਰ ਜੇ ਉਹਦੀ ਵੈਲਿਊ ਜਿਹੜੀ ਆ ਮੰਨ ਲਓ ਕਿ 10 ਦੀ ਜਗ੍ਹਾ 30,000 ਹੋ ਗਈ, 50,000 ਹੋ ਗਈ, ਲੱਖ ਹੋ ਗਈ, ਉਹਨਾਂ ਸ਼ੇਅਰਾਂ ਦੀ ਵੈਲਿਊ ਜਿਹੜੇ ਤੁਸੀਂ ਸ਼ੇਅਰ ਦਿੱਤੇ ਆ, ਉਹ ਸ਼ੇਅਰਾਂ ਦੇ ਬਾਰੇ ਵੀ ਮੈਂ ਐਕਸਪਲੇਨ ਕਰੂੰਗਾ। ਉਹ ਸਾਰਾ ਦਾ ਸਾਰਾ ਜਦ ਵੀ ਕਦੇ ਉਹ ਸ਼ੇਅਰ ਵੇਚ ਕੇ ਆਪਣਾ ਪੈਸਾ ਕੱਢੇਗਾ ਨਾ ਬਿਜ਼ਨਸ ਦੇ ਵਿੱਚੋਂ, ਉਹਨੂੰ ਟੈਕਸ ਨਹੀਂ ਪਏਗਾ। ਇੱਥੇ ਮੈਂ ਸੋਚਦਾ ਕਿ ਲੋਕ ਪ੍ਰਾਪਰਟੀਆਂ ਵਿੱਚ ਪੈਸਾ ਪਾ ਕੇ ਰੋ ਰਹੇ ਆ ਬੈਠ ਕੇ ਕਿ ਮੈਂ ਪ੍ਰਾਪਰਟੀ 'ਚ ਇੰਨਾ ਪੈਸਾ ਪਾਇਆ, ਮੈਂ ਪ੍ਰਾਪਰਟੀ ਬਾਏ ਕੀਤੀ ਸੀ, ਹੁਣ ਮੈਂ ਵੇਚਣੀ ਚਾਹੁੰਦਾ, ਪਰ ਮੈਨੂੰ ਇੰਨਾ ਕੈਪੀਟਲ ਗੇਨਸ ਟੈਕਸ ਲੱਗਣਾ, ਮੈਨੂੰ ਆਹ ਟੈਕਸ ਲੱਗਣਾ, ਮੈਨੂੰ ਉਹ ਟੈਕਸ ਲੱਗਣਾ, ਬਟ ਹੀਅਰ ਜ਼ੀਰੋ, ਨਥਿੰਗ, ਜ਼ੀਰੋ। ਸੋ ਕਲੈਵਰ ਬਿਜ਼ਨਸ ਇਜ਼ ਕਿ ਉੱਥੇ ਪੈਸਾ ਲਗਾਓ ਜਿੱਥੇ ਤੁਹਾਨੂੰ ਕੱਲ੍ਹ ਨੂੰ ਕਮਾਈ ਹੋਣ ਵਿੱਚ, ਤਰੱਕੀ ਹੋਣ ਤੋਂ ਬਾਅਦ ਤੁਹਾਨੂੰ ਟੈਕਸ ਨਹੀਂ ਲੱਗਦਾ। ਦੈਟ ਇਜ਼ ਵਾਟ ਯੂ ਹੈਵ ਟੂ ਥਿੰਕ ਕਿ ਤੁਹਾਨੂੰ ਕੈਪੀਟਲ ਗੇਨਸ ਨਹੀਂ ਪੈਂਦੇ। ਅੱਛਾ, ਇੱਥੇ ਮੈਂ ਇੱਕ ਚੀਜ਼ ਹੋਰ ਸਮਝਾਉਣੀ ਚਾਹੁੰਦਾ ਕਿ ਜਿਹੜੇ ਸਾਡੇ ਭੈਣ ਭਰਾ ਬਿਜ਼ਨਸ ਕਰਨਾ ਚਾਹੁੰਦੇ ਆ ਔਰ ਉਹ ਇਨਵੈਸਟਮੈਂਟ ਲੈਣਾ ਚਾਹੁੰਦੇ ਆ, ਅਕਸਰ ਅਸੀਂ ਡਰਦੇ ਹਾਂ ਕਿ ਅਸੀਂ ਇਨਵੈਸਟਮੈਂਟ ਨਹੀਂ ਲੈਣੀ, ਪੰਗੇ ਪੈਂਦੇ ਆ। ਇਸ ਸਕੀਮ ਦੇ ਥਰੂ ਜਿਹੜਾ ਇਨਵੈਸਟਰ ਆ ਉਹਨੂੰ ਗੌਰਮੈਂਟ ਸੇਫਗਾਰਡ ਕਰਦੀ ਆ, ਉਹਦੇ ਲਈ ਗੌਰਮੈਂਟ ਬੈਠੀ ਆ, ਅਤੇ ਜਿਹੜਾ ਤੁਹਾਡਾ ਬਿਜ਼ਨਸ ਆ ਉਹਦੇ 'ਚ ਪੇਪਰ ਵਰਕ ਇਸ ਹਿਸਾਬ ਦੇ ਨਾਲ ਹੁੰਦਾ, ਉਹ ਵੀ ਗੌਰਮੈਂਟ ਥਰੂ ਹੀ ਹੁੰਦਾ ਕਿ ਤੁਹਾਡੇ ਦੇ ਉੱਤੇ ਆ ਕੇ ਨਾ ਕੋਈ ਵੀ ਡਿਕਟੇਟ ਨਹੀਂ ਕਰ ਸਕਦਾ ਕਿ ਇਹਨੂੰ ਇੱਦਾਂ ਚਲਾ ਜਾਂ ਉੱਦਾਂ ਚਲਾ। ਜਿਹੜੇ ਬੰਦੇ ਨੇ ਇਨਵੈਸਟ ਕੀਤਾ ਨਾ, ਉਹਨੇ ਇਨਵੈਸਟ ਕੀਤਾ ਹੋਇਆ, ਉਹਨੂੰ ਬੈਨੀਫਿਟ ਮਿਲਦਾ ਅਤੇ ਉਹ ਬੰਦਾ ਸਾਈਡ 'ਤੇ ਆਪਣਾ ਕੰਮ ਕਰੇ ਬੈਠੇ, ਉਹ ਤੁਹਾਨੂੰ ਅੱਗੇ ਕੁਝ ਨਹੀਂ ਕਹਿ ਸਕਦਾ। ਰਿਮੈਂਬਰ ਦਿਸ। ਸੋ ਦੈਟ ਇਜ਼ ਦ ਬੈਸਟ ਥਿੰਗ ਅਬਾਊਟ ਦਿਸ ਸਕੀਮ। ਅਕਸਰ ਅਸੀਂ ਇਸ ਗੱਲ ਤੋਂ ਡਰਦੇ ਹੁੰਦੇ ਹਾਂ ਕਿ ਜੇ ਬਿਜ਼ਨਸ ਜਿਹੜਾ ਆ ਫਲੋਪ ਹੋ ਗਿਆ, ਜੋ ਕਿ ਤੁਸੀਂ ਬਿਜ਼ਨਸ ਸ਼ੁਰੂ ਕਰ ਰਹੇ ਹੋ ਵੀ ਸਕਦਾ ਕਿ ਬਿਜ਼ਨਸ ਤੁਸੀਂ ਜਿੰਨਾ ਮਰਜ਼ੀ ਪਲਾਨ ਕੀਤਾ ਹੋਵੇ, ਕੋਈ ਵੀ ਰੀਜ਼ਨ ਹੋ ਸਕਦਾ ਕਿ ਬਿਜ਼ਨਸ ਜਿਹੜਾ ਡੁੱਬ ਗਿਆ। ਜੇ ਬਿਜ਼ਨਸ ਡੁੱਬਦਾ ਤਾਂ ਤੁਹਾਡਾ ਜਿਹੜਾ ਇਨਵੈਸਟਰ ਆ ਉਹਨੂੰ ਪਹਿਲਾਂ ਤੋਂ ਪਤਾ ਆ ਇਸ ਗੱਲ ਦਾ ਕਿ ਜੇ ਬਣੇਗਾ ਤਾਂ ਮੇਰਾ, ਜੇ ਜਾਏਗਾ ਤਾਂ ਮੇਰਾ। ਇਨਵੈਸਟਰ ਲਈ ਇਹੀ ਚੀਜ਼ ਹੁੰਦੀ ਆ। ਸਿਰਫ ਤੁਸੀਂ ਜਿਹੜੇ ਘਰ ਬੈਠ ਕੇ ਆਪਸ 'ਚ ਸਲਾਹ ਕਰਕੇ ਬਿਜ਼ਨਸ ਕਰਦੇ ਹੋ, ਉਹਦੇ 'ਚ ਉਹ ਸੇਮ ਚੀਜ਼ ਨਹੀਂ ਹੁੰਦੀ। ਉਹ ਇੱਕ ਕਿਸਮ ਦਾ ਉਹ ਪੈਸਾ ਤੁਹਾਡੇ ਮੋਢਿਆਂ 'ਤੇ ਹੁੰਦਾ। ਪਰ ਜੇ ਤੁਸੀਂ ਇਸ ਤਰੀਕੇ ਨਾਲ ਕਰਦੇ ਹੋ ਨਾ, ਪ੍ਰੋਪਰ ਪੇਪਰ ਵਰਕ ਕਰਕੇ, ਬਲੈਕ ਐਂਡ ਵਾਈਟ ਹਰ ਇੱਕ ਚੀਜ਼ ਪ੍ਰੈਜ਼ੈਂਟ ਕਰਕੇ, ਸਮਝਾ ਕੇ, ਵੀ ਵਿਲ ਡੂ ਦੈਟ। ਉਹ ਪ੍ਰੈਜ਼ੈਂਟੇਸ਼ਨ ਵਗੈਰਾ ਮੈਂ ਕਰਾਂਗਾ ਤੁਹਾਡੇ ਲਈ, ਤੁਸੀਂ ਫਿਕਰ ਨਹੀਂ ਕਰਨੀ। ਆ ਜੇ ਮੰਨ ਲਓ ਬਿਜ਼ਨਸ ਡੁੱਬ ਗਿਆ, ਤੁਹਾਨੂੰ ਯਾਦ ਹੈ ਅਸੀਂ 10,000 ਪਾਉਂਡ ਦੀ ਅਸੀਂ ਐਗਜ਼ਾਮਪਲ ਦਿੱਤੀ ਸੀ ਕਿ ਜੇ ਹੁਣ 10,000 ਪਾਉਂਡ ਜਿਹੜੇ ਉਹਨਾਂ ਨੇ ਪਾਇਆ ਸੀਗਾ, ਉਹਦੇ ਵਿੱਚੋਂ 5,000 ਉਹਨਾਂ ਨੂੰ ਪਹਿਲਾਂ ਵਾਪਸ ਆ ਗਿਆ ਸੀ, ਜਿਹੜਾ 4 ਮਹੀਨੇ ਦੇ ਵਿੱਚ ਉਹਨਾਂ ਨੇ ਵਾਪਸ ਲੈ ਲਿਆ ਗੌਰਮੈਂਟ ਦੇ ਕੋਲੋਂ। ਉਹਨਾਂ ਦਾ ਜਿਹੜਾ ਬਚਿਆ ਰਿਸਕ ਦੇ ਉੱਤੇ ਬਚਿਆ ਸਿਰਫ 5,000। ਜੇ ਲੱਖ ਸੀਗਾ ਤਾਂ 50,000 ਬਚਿਆ, 50,000 ਆਲਰੇਡੀ ਵਾਪਸ ਆ ਗਿਆ ਲੋਕਾਂ ਨੂੰ। ਠੀਕ ਹੈ, ਮੰਨ ਲਓ ਕਿ ਬਿਜ਼ਨਸ ਜ਼ੀਰੋ ਹੋ ਗਿਆ, ਕੁਛ ਨਹੀਂ ਬਚਿਆ, ਖਤਮ ਹੋ ਗਿਆ, ਤਾਂ ਵੀ ਜਿਹੜਾ ਉਹਨਾਂ ਦਾ ਪੈਸਾ ਪਿਆ, ਹੁਣ ਜਿਹੜਾ ਉਹਨਾਂ ਦਾ 5,000 ਪਿਆ ਸੀਗਾ, ਉਹਦਾ ਵੀ ਰਿਲੀਫ ਗੌਰਮੈਂਟ ਦੇ ਕੋਲੋਂ ਕਲੇਮ ਕਰ ਸਕਦੇ ਆ। ਜੇ ਉਹ 20% 'ਤੇ ਆ ਤਾਂ 30%, ਤਾਂ 40%, ਤਾਂ 45%, ਜਿਹੜਾ ਵੀ ਤੁਹਾਡੀ ਪਰਸੈਂਟੇਜ ਦੇ ਉੱਤੇ ਉਹ ਟੈਕਸ ਪੇ ਕਰਦੇ ਪਏ ਆ, ਉਸ ਪਰਸੈਂਟੇਜ ਦੇ ਹਿਸਾਬ ਦੇ ਨਾਲ ਉਹ ਆਪਣਾ ਪੈਸਾ ਗੌਰਮੈਂਟ ਦੇ ਕੋਲੋਂ ਕਲੇਮ ਕਰ ਸਕਦੇ ਆ। ਮੀਨਸ ਕਿ ਜੇ ਇੱਕ ਬੰਦੇ ਨੇ 10,000 ਪਾਉਂਡ ਪਾਇਆ ਸੀ ਤਾਂ ਸਿਰਫ ਉਹਦਾ 2,500 ਦਾ ਰਿਸਕ ਹੋਇਆ, ਨੁਕਸਾਨ ਹੋਇਆ। ਪਰ ਜੇ ਉਹਦਾ ਬਣਦਾ ਤਾਂ ਉਹ ਹੰਡਰਡਸ ਆਫ ਥਾਊਜ਼ੈਂਡਸ ਲੈ ਕੇ ਜਾ ਸਕਦਾ ਸੀ ਵਿਦਆਊਟ CGT।
without tax. So that is the benefit. So remember this. ਆ ਚੀਜ਼ ਜਿਹੜੀ ਆ ਇਹਨੂੰ ਡੀਟੇਲ ਦੇ ਵਿੱਚ ਤੁਸੀਂ ਜਿਹੜਾ ਹੈਗਾ ਸਮਝ ਸਕਦੇ ਹੋ ਮੇਰੇ ਨਾਲ ਕਾਲ ਕਰਕੇ. ਦਿਸ ਇਜ਼ ਵਨ ਆਫ ਦ ਬੈਸਟ ਥਿੰਗਸ ਅਵੇਲੇਬਲ ਟੂ ਯੂ. ਔਰ ਮੈਂ ਇੰਨਾ ਦੱਸ ਦਿੰਦਾ ਕਿ ਆਹ ਸਕੀਮ ਯੂਜ਼ ਕਰਕੇ ਸਾਡਿਆਂ ਨੂੰ ਨਹੀਂ ਪਤਾ, ਪਰ ਆਹ ਸਕੀਮ ਯੂਜ਼ ਕਰਕੇ ਹਜ਼ਾਰਾਂ ਹੀ ਬਿਜ਼ਨਸ ਲਾਂਚ ਹੋਏ ਆ. ਹਜ਼ਾਰਾਂ ਹੀ, ਕੋਈ 1, ਕੋਈ 2, ਕੋਈ 3 ਜਾਂ 5 ਨਹੀਂ, ਹਜ਼ਾਰਾਂ ਹੀ ਬਿਜ਼ਨਸ ਲਾਂਚ ਹੋਏ ਆ. ਔਰ ਹਜ਼ਾਰਾਂ ਹੀ ਲੋਕ ਇਸ ਤਰੀਕੇ ਦੇ ਨਾਲ ਇਨਵੈਸਟਮੈਂਟ ਪਾ ਰਹੇ ਆ ਬਿਜ਼ਨਸ ਦੇ ਵਿੱਚ. So think, don't start empty. Take proper investment. Do proper business. Think big. ਤੁਸੀਂ ਮੈਨੂੰ ਹੁਣ ਸੋਚਦੇ ਹੋਗੇ ਭਈ ਅੰਮ੍ਰਿਤ ਨੇ ਕਿੱਦਾਂ ਪੈਸਾ. Let me show you, ਤਾਂ ਕਿ ਤੁਹਾਨੂੰ ਪਤਾ ਰਹੇ ਕਿ ਮੈਂ ਜੋ ਸਾਰਾ ਕੁਝ ਕਰ ਰਿਹਾ ਉਹ ਮੈਂ ਆਪਣੇ ਘਰ ਦੇ ਜਿਹੜੇ ਬਿੱਲ ਆ ਮੈਂ ਕਿੱਦਾਂ ਦੇਣੇ ਆ. Again, you are not paying me anything like this. ਪਰ ਹਾਂ, ਜੇ ਤੁਸੀਂ ਮੇਰੀ ਸਰਵਿਸ ਲੈਣਾ ਚਾਹੋ, ਪਹਿਲੀ ਗੱਲ ਜਿਹੜਾ ਪੰਜਾਬੀ ਹੱਬ ਆ ਇਹ ਸੋਸ਼ਲ ਵੂਡੂ ਕੰਪਨੀ ਹੈਗੀ ਹੈ ਜਿਹਦਾ ਇਹ ਪ੍ਰੋਜੈਕਟ ਆ. ਅਤੇ ਸੋਸ਼ਲ ਵੂਡੂ ਮਾਰਕੀਟਿੰਗ ਕੰਪਨੀ ਆ, ਪਰ ਉਹਦੇ ਨਾਲ ਅਸੀਂ ਮਾਰਕੀਟਿੰਗ 'ਚੋਂ ਵੀ ਅਸੀਂ ਪੈਸਾ ਕਮਾਉਂਦੇ ਹਾਂ. ਬਟ ਹਾਂ, ਅਸੀਂ ਆਹ ਚੀਜ਼ਾਂ ਦੇ ਵਿੱਚੋਂ ਮੈਂ ਤੁਹਾਨੂੰ ਚਾਰਜ ਕਰਾਂਗਾ. ਜੇ ਤੁਸੀਂ ਮੇਰਾ ਮੈਂਟਰਸ਼ਿਪ ਪੈਕੇਜ ਲੈਣਾ ਹੋਵੇ, ਲਗਾਤਾਰ ਤੁਹਾਨੂੰ ਸਲਾਹ ਚਾਹੀਦੀ ਹੈ ਕੰਮ ਦੇ ਲਈ, ਤੁਸੀਂ ਕਿਸੇ ਬੰਦੇ ਨੂੰ ਨਾਲ ਜੋੜ ਕੇ, ਜਾਂ ਤੁਹਾਨੂੰ ਪਤਾ ਕਿ ਤੁਹਾਨੂੰ ਹੈਲਪ ਦੀ ਲੋੜ ਹੈਗੀ ਹੈ, ਪਰ ਤੁਸੀਂ ਕਿਸੇ ਬੰਦੇ ਨੂੰ ਪਰਮਾਨੈਂਟਲੀ ਨਾਲ ਜੋੜਨ ਦੀ ਬਜਾਏ, ਜਾਂ ਤੁਸੀਂ ਪਰਮਾਨੈਂਟਲੀ ਕਿਸੇ ਬੰਦੇ ਨੂੰ ਵੱਡੀ ਤਨਖਾਹ ਦੇਣ ਦੀ ਬਜਾਏ ਤੁਹਾਨੂੰ ਐਕਸਪਰਟ ਸਲਾਹ ਦੀ ਲੋੜ ਹੈਗੀ ਆ, ਛੋਟਾ ਜਿਹਾ ਖਰਚਾ ਕਰਕੇ ਤੁਸੀਂ ਮੇਰੇ ਕੋਲ ਮੈਂਟਰਸ਼ਿਪ ਪੈਕੇਜ ਲੈ ਸਕਦੇ ਆ. ਦੈਨ ਆਈ ਕੈਨ ਵਰਕ ਵਿਦ ਯੂ. ਸੋ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਰਵਾ ਸਕਦਾ ਬੈਠ ਕੇ. ਉਹ ਤੋਂ ਬਾਅਦ ਜੇ ਤੁਹਾਨੂੰ ਵਰਕ ਪਰਮਿਟ ਡਿਸਚਾਰਜ ਆਫਿਸਰ ਚਾਹੀਦਾ, ਮੇਰੇ ਕਈ ਭੈਣ ਭਰਾ ਸੋਚਦੇ ਹੁੰਦੇ ਆ ਕਿ ਅਸੀਂ ਵਰਕ ਪਰਮਿਟ ਲੈਣਾ, ਲਾਇਸੈਂਸ ਲੈਣਾ, ਆਪਣੇ ਸਪੋਂਸਰਸ਼ਿਪ ਲਾਇਸੈਂਸ ਲੈਣਾ ਆਪਣੇ ਬਿਜ਼ਨਸ ਦੇ ਲਈ, ਬਿਕਾਜ਼ ਮੈਂ ਇਹਨੂੰ ਜਾਂ ਉਹਨੂੰ ਜਾਂ ਮੈਂ ਜਿਹੜੇ ਹੈਗੇ ਆ ਵੀਜ਼ੇ ਦੇ ਲਈ ਮੈਂ ਅਪਲਾਈ ਕਰਨਾ ਚਾਹੁੰਦਾ. ਕਈ ਚੀਜ਼ਾਂ ਜਿਹੜੀਆਂ ਕਿ ਤੁਸੀਂ ਆਪ ਨਹੀਂ ਕਰ ਸਕਦੇ. ਤੁਹਾਨੂੰ ਜੇ ਲੋੜ ਹੈਗੀ ਆ ਤਾਂ ਤੁਸੀਂ ਸਾਡੇ ਕੋਲ ਇਹ ਪੈਕੇਜ ਲੈ ਸਕਦੇ ਆ. ਮਿਨੀਮਲ ਕੋਸਟ ਆ, ਤਾਂ ਕਿ ਕੋਈ ਵੀ ਬਿਜ਼ਨਸ ਜਿਹੜਾ ਹੈਗਾ ਇਹ ਚੀਜ਼ ਅਪਲਾਈ ਕਰ ਸਕਦਾ ਹੋਵੇ. ਲਾਇਸੈਂਸ ਅਪਲਾਈ ਤੁਸੀਂ ਕਰ ਸਕਦੇ ਹੋ, ਤੁਹਾਨੂੰ ਜ਼ਰੂਰਤ ਪੈਣੀ ਹੈ ਤਾਂ ਦੈਨ ਵੇ ਦੇਅਰ. ਵਰਚੁਅਲ ਅਸਿਸਟੈਂਟ ਪੈਕੇਜ ਤੁਸੀਂ ਸਾਡੇ ਕੋਲ ਵੀ ਲੈ ਸਕਦੇ ਆ. ਜਿਸ ਹਿਸਾਬ ਨਾਲ ਉੱਥੇ ਦਿਖਾਇਆ ਸੀਗਾ ਸੇਮ ਚੀਜ਼ ਸੇਮ ਰੇਟ ਸਾਡੇ ਕੋਲ ਤੁਸੀਂ ਲੈ ਸਕਦੇ ਆ. ਜੇ ਤੁਹਾਨੂੰ ਕੰਪਨੀ ਰਜਿਸਟਰ ਕਰਨੀ, ਤੁਹਾਨੂੰ ਨਹੀਂ ਪਤਾ ਲੱਗਦਾ ਕਿੱਦਾਂ ਕਰਨੀ ਹੈਗੀ ਆ, ਕੀ ਕੁਛ ਕਰਨਾ, ਕਿੱਥੇ ਤੁਸੀਂ ਵੈਬ ਡੋਮੇਨ ਰਜਿਸਟਰ ਕਰਨਾ, ਵੀ ਕੈਨ ਡੂ ਆਲ ਦੈਟ ਫॉर ਯੂ ਵੈਰੀ ਵੈਰੀ ਚੀਪ. ਉਹ ਤੋਂ ਬਾਅਦ ਸਟਾਰਟਅਪ ਲੋਨ ਜਿਹੜਾ ਤੁਹਾਨੂੰ ਦੱਸਿਆ ਮੈਂ, ਜੇ ਉਹ ਤੁਹਾਨੂੰ ਐਪਲੀਕੇਸ਼ਨ ਤੁਸੀਂ ਪਾਣੀ ਆ, ਤੁਹਾਡਾ ਸਾਰਾ ਕੈਸ਼ ਫਲੋ ਬਣਾਉਣਾ, ਤੁਹਾਡਾ ਬਿਜ਼ਨਸ ਪਲਾਨ ਬਣਾਉਣਾ, ਜੇ ਉਹ ਬਾਈ ਚਾਂਸ ਕਾਲ ਕਰਕੇ ਇਨਕੁਆਇਰੀ ਕਰਦੇ ਆ, ਉਸ ਇਨਕੁਆਇਰੀ ਵਿੱਚ ਕੀ ਕਹਿਣਾ, ਕੀ ਜਵਾਬ ਦੇਣਾ, ਟਾਕ ਟੂ ਮੀ. ਵੀ ਡੂ ਆਲ ਦਿਸ. ਇਨਵੈਸਟਮੈਂਟ ਪੈਕੇਜ ਜਿਹੜਾ ਹੈਗਾ ਵੱਡਾ, ਚਾਹੇ ਤੁਸੀਂ 50,000 ਤੁਹਾਨੂੰ ਪਾਉਣ ਚਾਹੀਦਾ, ਜਾਂ ਤੁਹਾਨੂੰ ਲੱਖ ਪਾਉਣ ਚਾਹੀਦਾ, ਜਾਂ ਤੁਹਾਨੂੰ 2.5 ਲੱਖ ਪਾਉਣ ਚਾਹੀਦਾ. ਇਨ ਫੈਕਟ ਜੇ ਤੁਹਾਨੂੰ 2.5 ਲੱਖ ਤੋਂ ਵੀ ਜ਼ਿਆਦਾ ਤੁਹਾਨੂੰ ਮਿਲੀਅਨ ਪਾਉਂਡ ਵੀ ਚਾਹੀਦਾ, ਜੇ ਤੁਹਾਨੂੰ 2 ਮਿਲੀਅਨ ਪਾਉਂਡ ਵੀ ਚਾਹੀਦਾ, ਇਨਫੈਕਟ ਅਪ ਟੂ 5 ਮਿਲੀਅਨ ਪਾਉਂਡ ਜੇ ਤੁਹਾਨੂੰ ਚਾਹੀਦਾ, ਅਸੀਂ ਤੁਹਾਡੇ ਜਿਹੜਾ ਇਨਵੈਸਟਮੈਂਟ ਪੈਕੇਜ ਬਣਾ ਸਕਦੇ ਹਾਂ. ਵੀ ਕੈਨ ਡੂ ਦੈਟ ਐਂਡ ਵੀ ਕੈਨ ਹੈਲਪ ਯੂ. ਈਵਨ ਤੁਹਾਡੀ ਜਿਹੜੀਆਂ ਪ੍ਰੈਜੈਂਟੇਸ਼ਨ ਹੁੰਦੀਆਂ ਇਨਵੈਸਟਰਸ ਦੇ ਲਈ, ਜਿਹੜੀ ਪ੍ਰੈਜੈਂਟੇਸ਼ਨ ਅਸੀਂ ਕਰਦੇ ਹਾਂ, ਜਿੱਦਾਂ ਮੈਂ ਹੁਣ ਇੱਥੇ ਪ੍ਰੈਜੈਂਟੇਸ਼ਨ ਕਰ ਰਿਹਾ, ਇਸ ਤਰੀਕੇ ਨਾਲ ਪ੍ਰੈਜੈਂਟੇਸ਼ਨ ਜਿਹੜੀਆਂ ਹੈਗੀਆਂ ਉਹ ਵੀ ਅਵੇਲੇਬਲ ਹੈਗੀਆਂ. ਸੋ ਅਸੀਂ ਉੱਥੇ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ. ਐਂਡ ਦੇਅਰ ਆਰ ਲੋਟ ਮੈਨੀ ਮੋਰ ਥਿੰਗਸ. ਅਤੇ ਤੁਸੀਂ ਸਾਡੇ ਨਾਲ ਗੱਲ ਕਰਕੇ ਪਤਾ ਕਰ ਸਕਦੇ ਹੋ ਕਿ ਅਸੀਂ ਤੁਹਾਡਾ ਕਿੱਦਾਂ ਹੈਲਪ ਕਰ ਸਕਦੇ ਹਾਂ, ਤੁਹਾਨੂੰ ਕਿਹੜਾ ਪੈਕੇਜ ਤੁਹਾਡਾ ਜਿਹੜਾ ਹੈਗਾ ਤੁਹਾਡੀ ਹੈਲਪ ਕਰੇਗਾ. ਸੋ ਅਗੇਨ ਕੁਇਕ ਰੀਕੈਪ, ਵੀ ਨੀਡ ਟੂ ਚੇਂਜ ਆਵਰ ਐਟੀਟਿਊਡ, ਬਿਕਾਜ਼ ਸਾਡਾ ਜਿਹੜਾ ਐਟੀਟਿਊਡ ਹੈ ਇਟ ਇਜ਼ ਐਵਰੀਥਿੰਗ. ਜੇ ਸਾਡਾ ਐਟੀਟਿਊਡ ਸਕਸੈਸਫੁਲ ਪਰਸਨ ਦਾ ਨਹੀਂ ਹੈਗਾ, ਦੈਨ ਵੀ ਹੈਵ ਅ ਪ੍ਰੋਬਲਮ. ਐਨੀਥਿੰਗ ਵੀ ਸੀ ਵੀ ਕੈਨ ਹੈਵ ਈਦਰ ਦਿਸ ਐਟੀਟਿਊਡ or that attitude. The attitude has to be can-do attitude. And that is what we need. And second thing is, stop being a copycat. We don't need to copy anybody. There is a lot, there's so much that we can do. Because ਜਿਹੜੀਆਂ opportunities ਆ endless ਆ. ਸਾਨੂੰ ਇੱਕ ਬੰਦੇ ਦਾ ਰੈਸਟੋਰੈਂਟ ਦੇਖ ਕੇ ਨਾਲ ਰੈਸਟੋਰੈਂਟ ਖੋਲ੍ਹਣ ਦੀ ਲੋੜ ਨਹੀਂ. ਸਾਨੂੰ ਇੱਕ ਬੰਦੇ ਦਾ ਕੰਸਟਰਕਸ਼ਨ ਬਿਜ਼ਨਸ ਦੇਖ ਕੇ ਨਾਲ ਬਿਜ਼ਨਸ ਖੋਲ੍ਹਣ ਦੀ ਲੋੜ ਨਹੀਂ. ਸਾਨੂੰ ਇੱਕ ਬੰਦੇ ਦਾ ਟਰੱਕ ਦੇਖ ਕੇ ਦੂਸਰਾ ਟਰੱਕ ਲੈਣ ਦੀ ਲੋੜ ਨਹੀਂ. There is so much that we can do. So much. So just have that can-do thinking. That is you can change your life. Remember ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ you are number one. ਤੁਹਾਡੇ ਤੋਂ ਵੱਧ ਕੇ ਹੋਰ ਕੋਈ ਨਹੀਂ. ਇਹਦਾ ਮਤਲਬ you need to build yourself, train yourself. ਜਿੰਨੀ ਵੀ ਤੁਸੀਂ ਜ਼ਿਆਦਾ ਆਪਣੇ ਆਪ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰ ਸਕਦੇ ਆ, ਕਰੋ. ਬਿਕਾਜ਼ ਇਨਸਾਨ ਜਿਹੜੇ ਆਪਣੇ 'ਚ ਇਨਵੈਸਟਮੈਂਟ ਕਰਦਾ, ਇਹ ਚੋਰੀ ਨਹੀਂ ਹੁੰਦੀ ਕਦੇ ਵੀ. ਬਾਕੀ ਸਾਰੀਆਂ ਚੀਜ਼ਾਂ ਚੋਰੀ ਹੋ ਸਕਦੀਆਂ. ਤੁਸੀਂ ਆਪਣੇ ਆਪ ਦੇ ਉੱਤੇ ਜੋ ਵੀ ਟਾਈਮ ਖਰਚਾ ਕਰੋਗੇ, ਆਪਣੇ ਆਪ 'ਤੇ ਪੈਸਾ ਖਰਚਾ ਕਰੋਗੇ, ਉਹ ਜੋ ਤੁਸੀਂ ਵੀ ਉਹ ਕਰਕੇ ਤੁਸੀਂ ਸਿੱਖਿਆ, ਉਹ ਤੁਹਾਡਾ ਆਪਣਾ ਆ. ਉਹ ਅੱਜ, ਕੱਲ੍ਹ, ਪਰਸੋਂ ਹਮੇਸ਼ਾ ਤੁਹਾਡੇ ਕੰਮ ਆਏਗਾ. ਸੋ ਡੂ ਦਿਸ, always do. Because if you want to be a leader, then you learn, train to be a leader. And then of course, be the boss. Because ਜੇ ਤੁਸੀਂ ਸਾਰਾ ਕੁਝ ਸਿੱਖ ਲਿਆ, ਸਾਰਾ ਕੁਝ ਕਰ ਲਿਆ, ਤਾਂ ਤੁਸੀਂ ਰਾਈਟਲੀ ਤੁਸੀਂ ਲੀਡ ਕਰ ਸਕਦੇ ਹੋ, ਤੁਸੀਂ ਮੈਨੇਜ ਕਰ ਸਕਦੇ ਹੋ, ਤੁਸੀਂ ਬੌਸ ਬਣ ਕੇ ਪ੍ਰੋਪਰ ਲੀਡਰਸ਼ਿਪ ਬੌਸ.
ਥੈਂਕ ਯੂ। ਉਮੀਦ ਕਰਦਾ ਕਿ ਸਾਡਾ ਜਿਹੜਾ ਅਗਲਾ ਵੈਬਿਨਾਰ ਹੈ ਤੁਸੀਂ ਉਹਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਓਗੇ। ਸੋ ਯੂ ਹੈਵ ਵਾਚਡ ਇਟ। ਬੇਸ਼ੱਕ ਤੁਸੀਂ ਬਾਰ-ਬਾਰ ਇਹਨੂੰ ਦੇਖੋ, ਦੇਖ ਕੇ ਉਹ ਤੋਂ ਬਾਅਦ ਤੁਹਾਡੇ ਮਨ ਵਿੱਚ ਜਿਹੜੀ ਵੀ ਚੀਜ਼ ਆਉਂਦੀ ਆ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ। ਔਰ ਕਦੇ ਵੀ ਮਨ 'ਚ ਨਹੀਂ ਸੋਚਣਾ ਕਿ ਮੈਂ ਕਿੱਦਾਂ ਸਿੱਖੂੰਗਾ, ਕਿਉਂ ਨਹੀਂ ਸਿੱਖ ਸਕਦੇ ਅਸੀਂ, ਕਿਹੜੀ ਚੀਜ਼ ਆ। ਅਸੀਂ ਆਪਣੇ ਬੱਚਿਆਂ ਦੀਆਂ ਫੀਸਾਂ ਦੇਣੀਆਂ, ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ। ਐਂਡ ਟੂ ਡੂ ਦੈਟ ਵੀ ਹੈਵ ਟੂ ਚੇਂਜ ਅਵਰਸੈਲਵਸ। God bless you. Bye-bye.